ਸਤਨਾਮ ਸ੍ਰੀ ਵਾਹਿਗੁਰੂ ਜੀ। ਬੇਸ਼ੁਮਾਰ ਅਥਾਹ ਅਗਨਤ ਅਤੁੱਲਾ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨ ਪਾਏ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਗੁਰਮੁਖ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਆਤਮਿਕ ਗਿਆਨ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰੂ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮੁੱਖ ਵਾਕ ਤੁਰਕੀ ਬਾਣੀ ਦੀ, ਅਕਾਲੀ ਬਾਣੀ ਦੀ ਲੜੀਵਾਰ ਜੋ ਵਿਚਾਰ ਆਰੰਭ ਹੈ, ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਸ੍ਰੀ ਰਾਗ ਦੇ ਅੰਦਰ ਜੋ ਅਸ਼ਟਪਦੀਆਂ ਹਨ, 17 ਅਸ਼ਟਪਦੀਆਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਹਨ ਕੁੱਲ। ਉਸ ਤੋਂ ਅੱਗੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ 3 ਅਸ਼ਟਪਦੀਆਂ ਦੀ ਵਿਚਾਰ ਹੋਈ ਹੈ। ਇਸ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸ੍ਰੀ ਰਾਗ ਦੇ ਅੰਦਰ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨਾ ਪਾਏ। ਅਗਰ ਜੇ ਗੁਰਮੁਖ ਹੋ ਕੇ ਚੱਲੀਏ, ਗੁਰੂ ਮੁਖ ਤੋਂ ਉਪਦੇਸ਼ ਸਰਵਣ ਕਰਕੇ ਉਸ ਦੇ ਅਨੁਸਾਰੀ ਹੋ ਕੇ ਜੋ ਚੱਲਣ ਵਾਲਾ, ਉਹਨੂੰ ਹੀ ਗੁਰਮੁਖ ਕਿਹਾ ਜਾਂਦਾ। ਤੇ ਗੁਰਮੁਖ ਦੇ ਖੱਖੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ। ਭਈ ਗੁਰਮੁਖਤਾ ਦੁਆਰਾ ਹੀ ਵਾਹਿਗੁਰੂ ਜੀ ਦਾ ਨਾਮ ਧਿਆਇਆ ਜਾਂਦਾ। ਸਤਿਗੁਰੂ ਦੇ ਅਨੁਸਾਰੀ ਹੋ ਕੇ ਹੀ, ਸਤਿਗੁਰੂ ਦੇ ਆਖੇ ਲੱਗ ਕੇ ਹੀ, ਸਤਿਗੁਰੂ ਦੇ ਸਨਮੁਖ ਹੋ ਕੇ ਹੀ ਵਾਹਿਗੁਰੂ ਪਰਮਾਤਮਾ ਦਾ ਜੋ ਨਾਮ ਹੈ ਉਹ ਸਿਮਰਿਆ ਜਾਂਦਾ ਹੈ। ਧਿਆਉਣਾ ਮਨ ਦਾ ਵਿਸ਼ਾ ਹੈ, ਸਿਮਰਨਾ ਮਨ ਦਾ ਵਿਸ਼ਾ ਹੈ, ਅਰਾਧਨਾ ਮਨ ਦਾ ਵਿਸ਼ਾ ਹੈ, ਜਪਣਾ ਰਸਨਾ ਦਾ ਵਿਸ਼ਾ ਹੈ। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਸੋ ਇਉਂ ਸਤਿਗੁਰੂ ਦੇ ਅਨੁਸਾਰੀ ਹੋ ਜਾਈਏ ਤਾਂ ਫਿਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਸ ਦੁਆਰਾ ਵਾਹਿਗੁਰੂ ਦੇ ਨਾਮ ਦਾ ਫਿਰ ਧਿਆਨ ਪ੍ਰਾਪਤ ਹੋ ਜਾਂਦਾ, ਧਿਆਇਆ ਜਾਂਦਾ ਹੈ, ਸਿਮਰਿਆ ਜਾਂਦਾ, ਆਰਾਧਿਆ ਜਾਂਦਾ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਕਰਕੇ। ਮਨਮੁਖ ਬੂਝ ਨਾ ਪਾਏ। ਜੋ ਮਨਮੁਖ ਜੀਵ ਹੈ, ਮਨ ਦੇ ਪਿੱਛੇ ਲੱਗਣ ਵਾਲਾ, ਉਸ ਨੂੰ ਮਨਮੁਖਤਾਈ ਕਰਕੇ, ਮਨ ਨੂੰ ਮੁਖੀ ਬਣਾ ਕੇ ਚੱਲਣ ਕਰਕੇ, ਮਨ ਦੀ ਮੁਖਤਾ ਕਰਕੇ ਬੂਝ ਨਾ ਪਾਏ। ਬੂਝ ਸਮਝ, ਗਿਆਤ ਸੂਝ, ਨਾਮ ਦੀ ਸੂਝ। ਕਈ ਵਾਰੀ ਬੁੱਝਣ ਸ਼ਬਦ ਨੂੰ ਅਸੀਂ ਕੇਵਲ ਦਿਮਾਗ ਨਾਲ ਸਮਝਣਾ, ਇੰਜ ਅਰਥ ਸਮਝ ਲੈਂਦੇ ਹਾਂ, ਇਹਦਾ ਭਾਵ ਇਹ ਸਮਝ ਲੈਂਦੇ ਹਾਂ। ਜਿਵੇਂ ਬਚਨ ਆਉਂਦਾ ਹੈ ਕਿ ਪਾਠ ਪੜ੍ਹਿਆ ਨਾ ਬੂਝਈ, ਮੇਰੇ ਖਿਆਲ ਇਸੇ ਅਸ਼ਟਪਦੀ ਵਿੱਚ ਹੀ ਅੱਗੇ ਆਏਗਾ। ਜਾਂ ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਸੋ ਇਸ ਪ੍ਰਕਾਰ ਬੇਅੰਤ ਬਚਨ ਐਸੇ ਗੁਰੂ ਕੀ ਬਾਣੀ ਵਿੱਚ ਨੇ। ਜਿਵੇਂ ਹੁਣ ਜੇ ਬੁੱਝਣ ਦਾ ਅਰਥ ਭਾਵ ਇਹ ਸਮਝੀਏ ਭਈ ਜਿਹਨੇ ਬਾਣੀ ਦੇ ਭਾਵ ਨੂੰ ਸਮਝ ਲਿਆ ਹੈ, ਅਰਥ ਨੂੰ ਸਮਝ ਲਿਆ ਹੈ, ਤਾਂ ਅਰਥ ਦਿਮਾਗੀ ਤੌਰ 'ਤੇ ਕੋਈ ਕਿਸੇ ਦੇ ਲਿਖੇ ਹੋਏ ਜਾਂ ਕਿਸੇ ਤੋਂ ਸੁਣ ਕੇ ਸਮਝ ਸਕਦਾ ਹੈ, ਪਰ ਸਮਝ ਕੇ ਜੇ ਕਮਾਇਆ ਨਹੀਂ ਤਾਂ ਇਹਦਾ ਮਤਲਬ ਬੁੱਝਿਆ ਹੈ ਨਹੀਂ।
ਜਿਵੇਂ ਇੱਕ ਬਚਨ ਹੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਲਾਲਚ ਛਾੜਿਓ ਅੰਧੇ ਹੋ, ਲਾਲਚ ਦੁੱਖ ਭਾਰੀ। ਗੌਰ ਦਿਓ, ਗੌਰ ਫਰਮਾਓ, ਧਿਆਨ ਦਿਓ ਇਸ ਬਚਨ ਵੱਲ। ਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਅੰਨੇ ਜੀਓ, ਇਹ ਅੰਧੇ ਹੋ, ਅੰਨੇ ਹੋ, ਲਾਲਚ ਛੱਡ ਦਿਓ, ਲਾਲਚ ਦੁੱਖ ਭਾਰੀ। ਭਾਰੀ ਦੁੱਖ ਹੈ, ਸਿੱਧੇ ਅਰਥ ਨੇ। ਮੇਰਾ ਖਿਆਲ ਕਿਸੇ ਤੋਂ ਅਰਥ ਸਮਝਣ ਦੀ ਵੀ ਲੋੜ ਨਹੀਂ। ਲਾਲਚ ਬਾਰੇ ਸਾਰੀ ਦੁਨੀਆ ਨੂੰ ਪਤਾ ਵੀ ਲੋਭ ਨੂੰ ਲਾਲਚ ਕਿਹਾ ਜਾਂਦਾ, ਪਦਾਰਥਾਂ ਨੂੰ ਜਮਾਖੋਰੀ ਦੀ ਆਦਤ। ਤਾਂ ਗੁਰੂ ਮਹਾਰਾਜ ਦਾ ਇਹ ਬਚਨ ਸੁਣ ਕੇ ਜਾਂ ਪੜ੍ਹ ਕੇ ਸੁਣਾਉਣ ਵਾਲੇ ਮੇਰੇ ਵਰਗੇ, ਕੀ ਉਹਨਾਂ ਨੇ ਇਹ ਅਰਥ ਸਮਝ ਕੇ ਅੰਦਰ ਵਸਾ ਲਿਆ? ਸਮਝ ਤਾਂ ਸਭ ਨੂੰ ਹੈ। ਲਾਲਚ ਛਾੜਿਓ ਅੰਧਿਓ, ਲਾਲਚ ਦੁੱਖ ਭਾਰੀ। ਪੜ੍ਹ ਵੀ ਲਿਆ, ਲੋਕਾਂ ਨੂੰ ਸੁਣਾ ਵੀ ਦਿੱਤਾ, ਪਰ ਕੀ ਇੰਜ ਪੜ੍ਹਨ ਨਾਲ, ਇਹਦੇ ਅਰਥ ਸਮਝਣ ਨਾਲ ਲਾਲਚ ਛੱਡ ਦਿੱਤਾ ਸੀ? ਬੁੱਝਣਾ ਦਾ ਮਤਲਬ ਇਹੀ ਹੈ ਕਿ ਲਾਲਚ ਛੱਡ ਦਿੱਤਾ ਹੋਏ। ਜਦੋਂ ਅਸਲ ਵਿੱਚ ਬੁੱਝਿਆ ਉਸਨੇ ਹੀ ਹੈ, ਜਿਹਨੇ ਬੁੱਝ ਲਿਆ ਉਹਨੇ ਫਿਰ ਇਹ ਲਾਲਚ ਛੱਡ ਵੀ ਦਿੱਤਾ। ਭਾਵ ਇਹ ਹੈ, ਸੋ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਦੀ ਸਮਝ ਮਨ ਦੇ ਤਾਈਂ ਆਉਣੀ, ਇਹ ਹੈ ਬੁੱਝਣਾ। ਗੁਰਾਂ ਦੇ ਉਪਦੇਸ਼ ਨੂੰ ਕੇਵਲ ਸਮਝ ਲੈਣਾ ਕਿ ਕੀ ਕੁਝ ਗਿਆ ਗੁਰੂ ਮਹਾਰਾਜ ਨੇ ਕਿਹਾ ਤੇ ਅੰਦਰ ਨਾ ਵਸਾਉਣਾ, ਇਹ ਬੁੱਝਿਆ ਨਹੀਂ ਹੈ। ਅਰਥ ਭਾਵ ਸਿੱਧੇ ਬਚਨ ਹਨ ਗੁਰੂ ਮਹਾਰਾਜ ਦੇ। ਆਪ ਪੜ੍ਹ ਸਕਦੇ ਹਾਂ ਆਪਾਂ, ਜਾਂ ਉਂਝ ਵੀ ਬੜਾ ਕੁਛ ਦੁਨੀਆ ਦੇ ਲੋਕਾਂ ਨੂੰ ਪਤਾ ਹੈ। ਜਿਵੇਂ ਸਰੀਰਕ ਤੌਰ 'ਤੇ ਮਰ ਜਾਣ ਦਾ ਤਾਂ ਸਭ ਨੂੰ ਪਤਾ ਹੀ ਹੈ। ਅਨੇਕਾਂ ਲੋਕ ਸਾਡੀਆਂ ਅੱਖਾਂ ਦੇ ਅੱਗੇ ਮਰ ਗਏ, ਸਰੀਰਕ ਤੌਰ 'ਤੇ ਕੋਈ ਰਿਹਾ ਨਹੀਂ। ਇਸ ਦੁਨੀਆ 'ਤੇ ਪਤਾ ਲੱਗ ਚੁੱਕਾ ਸਾਨੂੰ ਵੀ ਇੱਥੇ ਰਹਿੰਦਾ ਕੋਈ ਨਹੀਂ। ਬੜੇ ਚਲੇ ਗਏ ਸਾਡੇ ਸੰਗੀ ਸਾਥੀ, ਪਰ ਇਹਦੇ ਬਾਵਜੂਦ ਵੀ ਅਸੀਂ ਅੰਦਰ ਇਹ ਗੱਲ ਨਹੀਂ ਵਸਾਈ। ਜੋ ਅਟੱਲ ਸੱਚਾਈ ਅਸੀਂ ਸੁਣਨਾ ਨਹੀਂ ਚਾਹੁੰਦੇ। ਹਜ਼ੂਰ ਨੇ ਕਿਹਾ, ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਹੇ ਜੀਉ। ਪਰ ਇਹ ਹੋਏਗਾ ਤਾਂ ਜ਼ਰੂਰ ਨਾ, ਪਰ ਫਿਰ ਵੀ ਇਹ ਜੀਆਂ ਨੂੰ ਭਾਇਆ ਨਹੀਂ, ਚੰਗਾ ਨਹੀਂ ਲੱਗਾ। ਅਸਲੀਅਤ ਮਨੁੱਖ ਮੰਨਦਾ ਨਹੀਂ, ਔਰ ਇਸ ਤਰ੍ਹਾਂ ਮਨਮੁਖਤਾਈ ਕਰਕੇ ਬੂਝ ਨਾ ਪਾਏ। ਇਹ ਨਾਮ ਸਿਮਰਨ ਦੀ ਸੂਝ ਬੂਝ ਅਕਲ ਗਿਆਤ ਮਨੁੱਖ ਨੇ ਪ੍ਰਾਪਤ ਨਹੀਂ ਕੀਤੀ। ਗੁਰਮੁਖ ਸਦਾ ਮੁਖ ਉਜਲੇ, ਜੋ ਗੁਰਾਂ ਨੂੰ ਮੁੱਖ ਰੱਖ ਕੇ ਚੱਲਦੇ ਹਨ, ਗੁਰਾਂ ਦੇ ਸਨਮੁਖ ਹੋ ਕੇ ਚੱਲਦੇ ਨੇ, ਉਹਨਾਂ ਦੇ ਮੁਖ ਸਦਾ ਵਾਸਤੇ ਉਜਲੇ ਹੋਏ, ਉਹ ਸੁਰਖਰੂ ਹੋਏ, ਇੱਜ਼ਤਦਾਰ ਬਣ ਗਏ ਦੋਵਾਂ ਜਹਾਨਾਂ 'ਚ। ਹਰ ਵਸਿਆ ਮਨ ਆਏ। ਸਤਿਗੁਰੂ ਦੇ ਆਖੇ ਲੱਗਣ ਕਰਕੇ, ਉਹਦੇ ਅਨੁਸਾਰ ਚੱਲਣ ਕਰਕੇ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਸ਼ੀਕ ਗਾਂਠੜੀ ਬੱਧਾ। ਜੋ ਪੂਰਨ ਸਤਿਗੁਰੂ ਜੀ ਨੇ ਬਚਨ ਕੀਤਾ, ਮੈਂ ਹਿਰਦੇ ਵਿੱਚ ਘੁੱਟ ਕੇ ਛਿੱਕ ਕੇ ਪੱਲੇ ਬੰਨ੍ਹ ਲਿਆ, ਹਿਰਦੇ ਦੀ ਗੰਢ ਵਿੱਚ ਦੇ ਦਿਆ। ਜਿਹਨੇ ਇੰਜ ਕਰ ਲਿਆ, ਉਹਦੇ ਮਨ ਵਿੱਚ ਆ ਕੇ ਵਸ ਗਿਆ ਵਾਹਿਗੁਰੂ। ਸਹਿਜੇ ਹੀ ਸੁਖ ਪਾਈਐ, ਸਹਿਜੇ ਰਹਿ ਸਮਾਏ। ਜੋ ਸਹਿਜ ਸ਼ਬਦ ਹੈ, ਇਸ ਦੇ ਕਈ ਅਰਥ ਨੇ। ਸਹਿਜੇ ਸੁਤੇ ਸਿੱਧ ਸੁਭਾਵਕ, ਸਲੋਲੀ ਸਹਿਜੇ ਸਹਿਜੇ। ਇਸੇ ਤਰ੍ਹਾਂ ਸਹਿਜ ਦਾ ਅਰਥ ਕੀਤਾ ਵਿਦਵਾਨਾਂ ਨੇ ਗਿਆਨ, ਸਹਿਜ ਦਾ ਅਰਥ ਕੀਤਾ ਸ਼ਾਂਤੀ, ਸਹਿਜ ਦਾ ਅਰਥ ਕੀਤਾ ਚੌਥਾ ਪਦ, ਸਹਿਜ ਦਾ ਅਰਥ ਕੀਤਾ ਹੈ ਮਾਨਸਿਕ ਅਡੋਲਤਾ ਵਾਲੀ ਅਵਸਥਾ, ਜਿੱਥੇ ਡਿੱਗਣਾ ਡੋਲਣਾ ਨਾਲ ਇੱਕ ਰਸ ਅਵਸਥਾ। ਸੋ ਸਹਿਜੇ ਹੀ ਸੁਖ ਪਾਈ ਹੈ। ਸਤਿਗੁਰਾਂ ਦੇ ਸਨਮੁਖ ਹੋ ਕੇ ਚੱਲਣ ਨਾਲ ਜਦੋਂ ਮਨ ਵਿੱਚ ਵਾਹਿਗੁਰੂ ਆ ਵਸਿਆ, ਤਾਂ ਸੁਭਾਵਕ ਹੀ ਆਤਮਿਕ ਸੁਖ ਪ੍ਰਾਪਤ ਕਰ ਲਈਦਾ। ਗਿਆਨ ਦੁਆਰਾ ਹੀ, ਆਤਮਿਕ ਗਿਆਨ ਦੁਆਰਾ ਹੀ ਅਸਲੀ ਸੱਚਾ ਸੁਖ ਪ੍ਰਾਪਤ ਕਰੀਦਾ ਹੈ। ਸਹਿਜੇ ਰਹਿ ਸਮਾਏ, ਤੇ ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਹੀ ਉਹ ਮਨੁੱਖ ਸਮਾਇਆ ਰਹਿੰਦਾ ਹੈ। ਰਹਾਓ, ਭਾਈ ਰੇ ਦਾਸਨ ਦਾਸਾ। ਰਹਾਓ ਦੀ ਪੰਕਤੀਆਂ ਅੱਗੇ ਹਨ ਦੋਵੇਂ, ਮਾਫ ਕਰਨਾ। ਭਾਈ ਰੇ ਦਾਸਨ ਦਾਸਾ ਹੋਏ। ਰੇ ਹੈ ਭਾਈ। ਸਾਰਿਆਂ ਨੂੰ ਸਤਿਗੁਰੂ ਮਹਾਰਾਜ ਜੀ ਉਪਦੇਸ਼ ਕਰਦੇ ਹੋਏ ਵਾਹਿਗੁਰੂ ਦੀ ਅੰਸ਼ ਜਾਣ ਕੇ ਭਾਈ ਦਾ ਖਿਤਾਬ ਦੇ ਰਹੇ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਵਡਿਆਈ ਹੈ। ਸਾਰਿਆਂ ਮਨੁੱਖਾਂ ਨੂੰ ਸਤਿਗੁਰੂ ਭਾਈ ਬਣਾ ਕੇ ਚੱਲਦੇ ਨੇ। ਜਿਨ੍ਹਾਂ ਨੂੰ ਸ਼ੂਦਰ ਦੁਰਕਾਰੇ ਹੋਏ ਲੋਕ ਕਿਹਾ ਗਿਆ, ਸੰਸਾਰ ਵਿੱਚ ਕੋਈ ਨੇੜੇ ਨਹੀਂ ਸੀ ਢੁੱਕਣ ਦਿੰਦਾ, ਉਹਨਾਂ ਵਿੱਚੋਂ ਮਰਾਸੀ ਜਾਤ ਵਿੱਚੋਂ ਮਰਦਾਨਾ, ਜਿਹਨੂੰ ਭਾਈ ਮਰਦਾਨਾ ਕਹਿ ਕੇ ਸਤਿਗੁਰਾਂ ਉਮਰ ਭਰ ਦਾ ਸਾਥੀ ਬਣਾਇਆ।
ਔਰ ਇੱਕ ਤਰਖਾਣ ਮਿਸਤਰੀ ਲਾਲੋ ਜੀ ਨੂੰ ਭਾਈ ਲਾਲੋ ਕਹਿ ਕੇ ਸਤਿਗੁਰਾਂ ਨੇ ਵਡਿਆਇਆ, ਭਾਈ ਲਾਲੋ। ਇਸ ਤਰ੍ਹਾਂ ਹਜ਼ੂਰ ਸਾਨੂੰ ਸਭ ਕੁਝ ਸਾਰਿਆਂ ਦਾ ਤਾਂ ਹੀ ਕਹਿ ਰਹੇ ਨੇ, ਭਾਈ ਰੇ ਦਾਸਨ ਦਾਸਾ ਹੋਏ, ਰਹੇ ਭਾਈ ਹੰਗਤਾ ਮਮਤਾ ਛੱਡਣੀ ਚਾਹੀਦੀ, ਹੰਕਾਰ ਤਿਆਗਣਾ ਚਾਹੀਦਾ ਕਿ ਅਸੀਂ ਵੱਡੇ ਤਿਆਗ ਦੇਣਾ ਚਾਹੀਦਾ। ਦਾਸਨ ਦਾਸਾ ਹੋਏ, ਜਿਹੜੇ ਵਾਹਿਗੁਰੂ ਦੇ ਦਾਸ ਨੇ ਨਾ, ਭਗਤ ਜਨ, ਉਹਨਾਂ ਦਾ ਦਾਸ ਬਣਨਾ ਚਾਹੀਦਾ, ਦਾਸਾਂ ਦਾ ਵੀ ਦਾਸ। ਗੁਰ ਕੀ ਸੇਵਾ ਗੁਰ ਭਗਤ ਹੈ, ਇੰਜ ਸਤਿਗੁਰੂ ਦੀ ਦੱਸੀ ਹੋਈ ਜਿਹੜੀ ਸੇਵਾ ਹੈ ਇਹ ਹੀ ਗੁਰੂ ਦੀ ਭਗਤੀ ਹੈ। ਗੁਰ ਦਾ ਅਰਥ ਹੈ ਵੱਡੀ, ਗੁਰਾਂ ਦੀ ਸੇਵਾ ਹੀ ਵੱਡੀ ਭਗਤੀ ਹੈ। ਵਿਰਲਾ ਪਾਏ ਕੋਏ, ਪਰ ਕੋਈ ਵਿਰਲਾ ਹੀ ਇਹ ਭਗਤੀ ਦੀ ਦਾਤ, ਇਹ ਦਾਸਨ ਦਾਸ ਹੋਣ ਦੀ ਜਿਹੜੀ ਅਵਸਥਾ ਹੈ ਕੋਈ ਪ੍ਰਾਪਤ ਕਰਦਾ, ਕੋਈ ਵਿਰਲਾ। ਕੋਟ ਮੱਧੇ ਕੋ ਬਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਕੋਟ ਮੱਧੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਰਹਾਓ। ਸ਼ਬਦ ਦਾ ਮੂਲ ਭਾਵ ਦੱਸ ਕੇ ਅੱਗੇ ਸਤਿਗੁਰੂ ਹੋਰ ਖੁਲਾਸਾ ਕਰਦੇ ਹਨ। ਸਦਾ ਸੁਹਾਗ ਸੁਹਾਗਣੀ, ਜੇ ਚੱਲ ਹੈ ਸਤਿਗੁਰ ਭਾਏ। ਹੇ ਜੀਵ ਰੂਪ ਇਸਤਰੀ, ਜੇ ਤੂੰ ਸਤਿਗੁਰੂ ਦੇ ਭਾਏ, ਭਾਣੇ ਅੰਦਰ ਸਤਿਗੁਰੂ ਦੇ ਭਾਏ ਅਨੁਸਾਰੀ, ਜੋ ਸਤਿਗੁਰੂ ਨੂੰ ਚੰਗਾ ਲੱਗਦਾ ਉਹਦੇ ਅਨੁਸਾਰ ਤੂੰ ਜੇ ਸਤਿਗੁਰੂ ਦੇ ਪ੍ਰੇਮ ਵਿੱਚ ਚੱਲੇ ਤਾਂ ਇਹੋ ਜਿਹੀ ਸੁਹਾਗਵੰਤੀ ਬਣ ਜਾਏਗੀ ਕਿ ਤੇਰਾ ਸੁਹਾਗ ਭਾਗ ਸਦਾ ਬਣਿਆ ਰਹੇਗਾ। ਸੁਹਾਗ ਪਤੀ ਨੂੰ ਕਿਹਾ ਜਾਂਦਾ, ਤੂੰ ਸਦਾ ਵਾਸਤੇ ਸੁਹਾਗ ਭਾਗ ਵਾਲੀ ਬਣ ਜਾਏਗੀ, ਸਦਾ ਦੀ ਸੁਹਾਗਣ ਬਣ ਜਾਏਗੀ। ਜਿਵੇਂ ਬਚਨਾ ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ, ਸਦਾ ਪਿਰ ਨੇਚਲ ਪਾਈਐ। ਵਾਹਿਗੁਰੂ ਪਰਮਾਤਮਾ ਜੋ ਨਿਚਲ ਅਚਲ ਅਟਲ ਸਦੀਵੀ ਹੈ, ਹਿੱਲਣ ਤੋਂ ਬਗੈਰ, ਚਲਾਏਮਾਨ ਹੋਣ ਤੋਂ ਬਿਨਾਂ ਹੈ, ਉਸ ਨਿਚਲ ਪਰਮਾਤਮਾ ਨੂੰ ਜੋ ਪਿਰ ਹੈ ਪਤੀ ਦੇ ਰੂਪ ਵਿੱਚ ਅਸੀਂ ਪ੍ਰਾਪਤ ਕਰ ਲਏਗੀ, ਤੂੰ ਕਰ ਲਏਗੀ ਜਾਂ ਕਰ ਲਵਾਂਗੇ, ਪ੍ਰਾਪਤ ਕਰ ਲਈਦਾ ਨਾ ਉਹ ਮਰਾ ਨਾ ਜਾਏ। ਉਹ ਵਾਹਿਗੁਰੂ ਐਸਾ ਪਿਰ ਹੈ ਪਤੀ ਹੈ ਕਿ ਨਾ ਉਹ ਮਰਦਾ ਹੈ, ਨਾ ਜਾਏ ਨਾ ਜਨਮਦਾ ਹੈ, ਜਾਏ ਨਾ ਜਨਮਣ ਦਾ। ਔਰ ਇਸ ਪ੍ਰਕਾਰ ਨਾ ਉਹ ਮਰਦਾ ਨਾ ਕਿਤੇ ਜਾਂਦਾ, ਨਾ ਮਰਦਾ ਨਾ ਜੰਮਦਾ ਹੈ। ਸ਼ਬਦ ਮਿਲੀ ਨਾ ਵਿਛੜੈ, ਪਿਰ ਕੈ ਅੰਕ ਸਮਾਏ। ਜੋ ਗੁਰੂ ਦੇ ਸ਼ਬਦ ਰਾਹੀਂ ਜੀਵ ਰੂਪ ਇਸਤਰੀ ਮਿਲੀ ਹੈ ਨਾ, ਉਹ ਫਿਰ ਵਿਛੜਦੀ ਨਹੀਂ ਹੈ। ਫਿਰ ਪਤੀ ਪਰਮਾਤਮਾ ਖਸਮ ਦੇ ਅੰਕ ਜੱਫੀ ਵਿੱਚ, ਅੰਕ ਸਰੂਪ ਵਿੱਚ, ਅੰਕ ਚਰਨਾਂ ਵਿੱਚ, ਵਾਹਿਗੁਰੂ ਜੀ ਦੇ ਅੰਕ ਪ੍ਰੇਮ ਵਿੱਚ ਉਹ ਸਮਾਈ ਰਹਿੰਦੀ ਹੈ। ਅੰਕ ਸ਼ਬਦ ਦੇ ਕਈ ਅਰਥ ਨੇ, ਅੰਕ ਪ੍ਰੇਮ, ਅੰਕ ਸਰੂਪ, ਅੰਕ ਜੱਫੀ। ਤੇ ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਵਿੱਚ ਹੀ ਉਹ ਸਮਾਈ ਰਹਿੰਦੀ ਹੈ। ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ। ਹਰੀ ਵਾਹਿਗੁਰੂ ਅਤਿਅੰਤ ਉਜਲਾ, ਸ਼ੁੱਧ ਹੈ, ਨਿਰਮਲ, ਮੈਲ ਤੋਂ ਰਹਿਤ, ਉਜਲਾ ਪਵਿੱਤਰ ਹੈ, ਸ਼ੁੱਧ ਹੈ, ਬਿਨ ਗੁਰ ਪਾਇਆ ਨਾ ਜਾਏ। ਵਾਹਿਗੁਰੂ ਅਕਾਲ ਪੁਰਖ ਜੀ ਦਾ ਗਿਆਨ ਬਿਨਾਂ ਗੁਰਾਂ ਦੀ ਸ਼ਰਨ ਤੋਂ, ਬਿਨਾਂ ਗੁਰਾਂ ਦੀ ਬਖਸ਼ਿਸ਼ ਤੋਂ, ਬਿਨਾਂ ਗੁਰ ਉਪਦੇਸ਼ ਤੋਂ, ਪੂਰੇ ਗੁਰੂ ਤੋਂ ਬਗੈਰ ਪਾਇਆ ਨਹੀਂ ਜਾਂਦਾ, ਪ੍ਰਾਪਤ ਨਹੀਂ ਕੀਤਾ ਜਾਂਦਾ। ਹੈ ਤਾਂ ਵਾਹਿਗੁਰੂ ਹਰ ਥਾਂ ਹੀ, ਹਰ ਇੱਕ ਦੇ ਹਿਰਦੇ ਅੰਦਰ ਹੀ, ਪਰ ਸਤਿਗੁਰਾਂ ਤੋਂ ਬਗੈਰ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਤੇ ਜਿਸ ਵਸਤੂ ਦਾ ਗਿਆਨ ਨਾ ਹੋਵੇ ਉਹਦਾ ਸੁੱਖ ਕੋਈ ਨਹੀਂ। ਭਾਵੇਂ ਘਰ 'ਚ ਹੀ ਵਸਤੂ ਹੈ, ਉਹਦਾ ਸਾਨੂੰ ਗਿਆਨ ਨਹੀਂ ਛੁਪੀ ਹੋਈ ਹੈ, ਤਾਂ ਫਿਰ ਉਹਦਾ ਸੁੱਖ ਵੀ ਕੋਈ ਨਹੀਂ। ਇਸੇ ਤਰ੍ਹਾਂ ਵਾਹਿਗੁਰੂ ਜੀ ਹਰ ਥਾਂ ਮੌਜੂਦ ਹਨ, ਪਰ ਗੁਪਤ ਹੋ ਰਹੇ। ਪਾਠ ਪੜ੍ਹੈ ਨਾ ਬੂਝਈ, ਭੇਖੀ ਭਰਮ ਭੁਲਾਏ। ਪਾਠ ਪਠਨ ਦਾ ਨਾਮ ਹੈ, ਪੜ੍ਹਨਾ ਕਿਰਿਆ ਹੈ ਤੇ ਪਾਠ ਨਾਉ ਹੈ। ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਵਿੱਚ ਲਿਖੇ ਹੋਏ ਉਪਦੇਸ਼ਮਈ ਬਚਨ, ਉਹਨਾਂ ਦਾ ਪਾਠ ਪੜ੍ਹਦਾ, ਜੋ ਲਿਖਿਆ ਉਸ ਨੂੰ ਪੜ੍ਹ ਲੈਂਦਾ, ਪਰ ਨਾ ਬੂਝੇ। ਤਾਤ ਪਰਜ ਨੂੰ, ਨਿਚੋੜ ਨੂੰ, ਮੋਰਲ ਨੂੰ, ਭਾਵ ਨੂੰ ਅੰਦਰ ਵਸਾਉਂਦਾ ਨਹੀਂ, ਮਤਲਬ ਨਹੀਂ ਬੁਝਿਆ। ਫਿਰ ਭੇਖੀ ਭਰਮ ਭੁਲਾਏ, ਭੇਖਾਂ 'ਚ ਪਿਆ ਹੋਇਆ, ਭੇਖ ਧਾਰਿਆ ਹੋਇਆ, ਤੇ ਉਹ ਵਿਖਾਵਾ ਕਿ ਮੈਂ ਧਾਰਮਿਕ ਬੰਦਾ ਹਾਂ, ਮੈਂ ਸੰਤ ਹਾਂ, ਮੈਂ ਧਰਮ ਦੇ ਰਾਹ 'ਤੇ ਚੱਲਿਆ ਹਾਂ। ਕੇਵਲ ਭੇਖਾਂ 'ਚ ਪਿਆ ਹੋਇਆ ਭੇਖ ਧਾਰੀ ਬਣ ਕੇ ਭਰਮ ਭੁਲਾਏ,
ਭਰਮ ਵਿੱਚ ਭੁੱਲਿਆ ਹੋਇਆ ਹੈ। ਸੋ ਇਸ ਪ੍ਰਕਾਰ ਉਹ ਭੇਖੀ ਭਰਮ ਦਾ ਭੁਲਾਇਆ ਹੋਇਆ ਹੈ, ਭਟਕਣਾ 'ਚ ਪਿਆ ਹੋਇਆ, ਅਸਲ ਵਾਹਿਗੁਰੂ ਦੇ ਮਾਰਗ ਤੋਂ ਭੁੱਲਿਆ ਹੋਇਆ, ਖੁੰਝਿਆ ਹੋਇਆ। ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਜੋ ਗੁਰਮਤੀਆ ਹੈ, ਜਿਸ ਨੇ ਗੁਰਾਂ ਦੀ ਮੱਤ ਸਿੱਖਿਆ ਉਪਦੇਸ਼ ਧਾਰਨ ਕੀਤਾ ਹੈ, ਉਸ ਨੇ ਸਦੀਵੀ ਕਾਲ ਲਈ ਹਰੀ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਰਸਨਾ ਹਰ ਰਸ ਸਮਾਏ, ਉਹਦੀ ਰਸਨਾ ਜੀਵ ਵੀ ਹਰੀ ਵਾਹਿਗੁਰੂ ਦੇ ਨਾਮ ਰਸ ਵਿੱਚ ਹੀ ਸਮਾਈ ਰਹਿੰਦੀ ਹੈ। ਮਾਇਆ ਮੋਹ ਚੁਕਾਇਆ, ਗੁਰਮਤੀ ਸਹਿਜ ਸੁਭਾਏ। ਜੋ ਗੁਰਮਤੀਆ ਹੈ, ਉਸ ਨੇ ਆਪਣੇ ਹਿਰਦੇ ਵਿੱਚੋਂ ਮਾਇਆ ਦਾ ਮੋਹ ਚੁਕਾਇਆ, ਦੂਰ ਕਰ ਦਿੱਤਾ ਹੈ ਤੇ ਸਹਿਜ ਗਿਆਨ ਵਾਲੀ ਅਵਸਥਾ ਤੇ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਵਿੱਚ ਉਹ ਰਹਿ ਰਿਹਾ। ਗੁਰਮਤੀਏ ਦਾ ਵਾਸਾ ਸਹਿਜ ਗਿਆਨ ਵਿੱਚ, ਚੌਥੇ ਪਦ ਵਿੱਚ, ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਤੇ ਵਾਹਿਗੁਰੂ ਦੇ ਸ੍ਰੇਸ਼ਟ ਪ੍ਰੇਮ ਦੇ ਵਿੱਚ ਹੈ। ਉਹਦੇ ਅੰਦਰ ਮਾਇਆ ਦਾ ਮੋਹ ਨਹੀਂ ਹੈ, ਮਾਇਆ ਦਾ ਮੋਹ ਨਹੀਂ ਗੱਜ ਰਿਹਾ, ਉਹ ਚੁਕਾ ਦਿੱਤਾ, ਉਸਨੇ ਦੂਰ ਕਰਤਾ, ਅੰਦਰੋਂ ਭੁਜਾ ਦਿੱਤਾ। ਬਿਨ ਸਬਦਾ ਜਗ ਦੁਖੀਆ ਫਿਰੈ, ਗੁਰਾਂ ਦੇ ਉਪਦੇਸ਼ ਤੋਂ ਬਗੈਰ ਜਗਤ ਸਾਰਾ ਦੁਖੀ ਹੋਇਆ ਫਿਰਦਾ ਹੈ। ਮਨਮੁਖਾਂ ਨੂੰ ਗਈ ਖਾਏ, ਮਨ ਦੇ ਪਿੱਛੇ ਲੱਗਣ ਵਾਲੇ ਜੀਆਂ ਨੂੰ ਮਾਇਆ ਖਾ ਗਈ ਹੈ। ਸਬਦੇ ਨਾਮ ਧਿਆਈਐ, ਸਬਦੇ ਸੱਚ ਸਮਾਏ। ਗੁਰਾਂ ਦੇ ਪਵਿੱਤਰ ਸ਼ਬਦ ਸਿਫਤ ਸਲਾਹ ਦੀ ਜੋ ਬਾਣੀ ਹੈ, ਉਸ ਦੁਆਰਾ ਹੀ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਸੱਚ ਸਰੂਪ ਵਾਹਿਗੁਰੂ ਵਿੱਚ ਸਮਾਇਆ ਜਾਂਦਾ ਹੈ, ਸਮਾਈ ਹੁੰਦੀ ਹੈ। ਮਾਇਆ ਭੂਲੇ ਸਿੱਧ ਫਿਰਹਿ, ਸਮਾਧ ਨ ਲੱਗੈ ਸੁਭਾਏ। ਮਾਇਆ ਵਿੱਚ ਭੁੱਲੇ ਹੋਏ, ਭਟਕੇ ਹੋਏ ਸਿੱਧ ਵੀ ਤੁਰੇ ਫਿਰਦੇ ਨੇ। ਸਿੱਧ ਜਿਹੜੇ ਆਪਣੇ ਆਪ ਨੂੰ ਕਾਮਯਾਬ, ਸਫਲ ਹੋਇਆ ਗਿਣਦੇ ਨੇ ਵੀ ਅਸੀਂ ਯੋਗਾ ਅਭਿਆਸ ਕਰਕੇ, ਯੋਗ ਸਾਧਨਾ ਕਰਕੇ ਸਫਲ ਹੋ ਗਏ। ਉਹ ਸਿੱਧ ਵੀ ਮਾਇਆ ਵਿੱਚ ਹੀ ਭੁੱਲੇ ਫਿਰਦੇ, ਕਿਉਂਕਿ ਰਿੱਧੀ ਸਿੱਧੀ ਆਦਿਕ ਵਿੱਚ ਮਨ ਫਸਿਆ ਹੋਇਆ, ਸਤੋ ਗੁਣੀ ਮਾਇਆ ਵਿੱਚ ਫਸਿਆ ਹੋਇਆ। ਸਮਾਧ ਨਾ ਲੱਗੈ ਸੁਭਾਏ, ਸ੍ਰੇਸ਼ਟ ਪ੍ਰੇਮ ਵਿੱਚ ਆ ਕੇ ਸਮਾਧੀ ਨਹੀਂ ਲੱਗ ਰਹੀ, ਭਾਵ ਸ੍ਰੇਸ਼ਟ ਪ੍ਰੇਮ ਨਹੀਂ ਜਾਗਿਆ। ਨਾ ਪ੍ਰੇਮ ਜਾਗਿਆ ਹੈ ਤੇ ਨਾ ਹੀ ਸਮਾਧੀ ਲੱਗ ਰਹੀ। ਪ੍ਰੇਮ ਜਾਗੇ ਤੇ ਸਮਾਧ ਲੱਗੇ। ਦੁਨੀਆ ਵੱਲੋਂ ਮੋਹ ਟੁੱਟਿਆ ਹੋਵੇ, ਲਗਾਉ ਟੁੱਟਿਆ ਹੋਵੇ, ਦ੍ਰਿਸ਼ਮਾਨ ਪ੍ਰਪੰਚ ਵੱਲੋਂ, ਸ਼ਕਤੀਆਂ ਵੱਲੋਂ, ਤੇ ਤਾਂ ਹੀ ਸਮਾਧੀ ਲੱਗਦੀ ਹੈ। ਮਨ ਦੀ ਇਕਾਗਰਤਾ, ਇਹਦਾ ਨਾਮ ਸਮਾਧੀ ਹੈ। ਤੀਨੇ ਲੋ ਵਿਆਪਤ ਹੈ, ਅਦਕ ਰਹੀ ਲਪਟਾਏ। ਮਾਇਆ ਕੇਵਲ ਗ੍ਰਸਤੀਆਂ ਨੂੰ, ਘਰਾਂ 'ਚ ਵਸਦਿਆਂ ਨੂੰ ਨਹੀਂ ਚੰਬੜੀ ਹੋਈ ਕਿ ਜੰਗਲਾਂ 'ਚ ਰਹਿਣ ਵਾਲੇ ਸ਼ਬਦ ਬਚੇ। ਹੁਣ ਮਹਾਰਾਜ ਕਹਿੰਦੇ ਨਹੀਂ, ਤੀਨੇ ਲੋ, ਤਿੰਨਾਂ ਲੋਕਾਂ 'ਚ, ਨਾ ਮਾਤ ਲੋਕ ਦੇ ਇਹਨਾਂ ਮਨੁੱਖਾਂ ਨੂੰ ਛੱਡਦੀ ਹੈ, ਨਾ ਸੁਰਗ ਦੇ ਦੇਵਤਿਆਂ ਨੂੰ, ਨਾ ਪਤਾਲ 'ਚ ਰਹਿਣ ਵਾਲੇ ਸੱਪਾਂ ਆਦਿਕਾਂ ਨੂੰ। ਤਿੰਨਾਂ ਲੋਕਾਂ ਵਿੱਚ ਹੀ ਵਿਆਪਤ ਹੋ ਰਹੀ ਹੈ, ਪਸਰੀ ਹੋਈ ਹੈ ਮਾਇਆ। ਅਦਕ ਰਹੀ ਲਪਟਾਏ, ਅਦਕ ਬਹੁਤੀ ਸ੍ਰਿਸ਼ਟੀ ਇਹਦੇ ਵਿੱਚ ਲੰਪਟ ਹੋ ਰਹੀ ਜਾਂ ਲਪਟਾਏ, ਮਾਇਆ ਬਹੁਤੀ ਹੀ ਚੰਬੜੀ ਹੋਈ ਹੈ। ਸੋ ਇਸ ਪ੍ਰਕਾਰ ਬਿਨ ਗੁਰ ਮੁਕਤ ਨਾ, ਇਸ ਮਾਇਆ ਤੋਂ, ਬਿਨਾਂ ਗੁਰਾਂ ਦੀ ਸ਼ਰਨ ਪ੍ਰਾਪਤ ਕਰਨ ਤੋਂ ਛੁਟਕਾਰਾ ਨਹੀਂ ਪ੍ਰਾਪਤ ਕੀਤਾ ਜਾਂਦਾ। ਮੁਕਤ, ਮੁਕਤੀ ਜਾਨੀ ਬੰਧਨਾਂ ਤੋਂ ਛੁਟਕਾਰੇ ਵਾਲੀ ਅਵਸਥਾ ਨਹੀਂ ਪ੍ਰਾਪਤ ਕੀਤੀ ਜਾਂਦੀ। ਨਾ ਦੁਬਿਧਾ ਮਾਇਆ ਜਾਏ ਤੇ ਨਾ ਮਾਇਆ ਵਾਲੀ ਦੁਬਿਧਾ। ਚਿੱਤ ਦੀਆਂ ਦੋ ਵਿਧੀਆਂ, ਜੋ ਮਨ ਡਿੱਗਦਾ ਡੋਲਦਾ ਭਟਕਦਾ ਹੈ, ਦੁਚਿੱਤਾਪਣ। ਸੋ ਇਸ ਪ੍ਰਕਾਰ ਮਾਇਆ ਦੀ ਲੇਸ ਜਿਹੜੀ ਚੰਬੜੀ ਹੈ ਮਨ ਨੂੰ, ਇਹ ਜਾਂਦੀ ਨਹੀਂ। ਜੋ ਮਨ ਨੂੰ ਖਿੜਾ ਕੇ ਰੱਖਦੀ ਹੈ ਨਾ ਮਾਇਆ, ਸੋ ਇਹੀ ਦੁਬਿਧਾ ਹੈ, ਇਹ ਨਹੀਂ ਜਾਂਦੀ। ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਪ੍ਰਸ਼ਨਵਾਚਕ ਬਚਨ ਹਜ਼ੂਰ ਕਹਿੰਦੇ ਨੇ ਵੀ ਜੇ ਕੋਈ ਪੁੱਛੇ ਬਈ ਮਾਇਆ ਕਿਹਨੂੰ ਕਹਿੰਦੇ ਹੋ ਜੀ, ਮਾਇਆ ਕਿਸ ਨੂੰ ਆਖੀਦਾ ਹੈ, ਕਿਆ ਮਾਇਆ ਕਰਮ ਕਮਾਏ, ਮਾਇਆ ਦਾ ਕਰਮ ਕੀ ਹੈ, ਮਾਇਆ ਕਰਦੀ ਕੀ ਹੈ, ਤਾਂ ਹਜ਼ੂਰ ਇਸ ਪ੍ਰਸ਼ਨ ਦਾ ਜਵਾਬ ਦੇ ਰਹੇ ਨੇ। ਦੁੱਖ ਸੁੱਖ ਇਹੋ ਜੀਓ ਬੱਧ ਹੈ, ਦੁੱਖਾਂ ਨੂੰ ਦੂਰ ਕਰਨ ਦੀ ਇੱਛਾ ਤੇ ਸੁੱਖਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ। ਇਹਦੇ ਵਿੱਚ
ਦੁੱਖ ਤੇ ਸੁੱਖ ਦੇ ਵਿੱਚ ਜਿਹੜਾ ਇਹ ਜੀਵ ਆਤਮਾ ਹੈ ਸਾਡਾ, ਇਹ ਬੱਧ ਹੈ, ਬੱਝਿਆ ਹੋਇਆ। ਹਉਮੈ ਕਰਮ ਕਮਾਏ ਤੇ ਹੰਗਤਾ ਮਮਤਾ 'ਚ ਮੈਂ ਵੱਡਾ ਹਾਂ, ਮੈਂ ਵੱਡਾ ਹੋ ਜਾਵਾਂ। ਜੋ ਕੁਛ ਕਰਦਾ ਇਹਦੇ ਵਾਸਤੇ ਕਰਦਾ, ਵੱਡਾ ਖਵਾਉਂਦਾ ਹੈ, ਹੋਰ ਵੱਡਾ ਖਵਾਉਣਾ ਚਾਹੁੰਦਾ। ਹੰਗਤਾ 'ਚ ਕਰਮ ਕਮਾ ਰਿਹਾ ਜਦੋਂ ਤੱਕ, ਇਹ ਉਦੋਂ ਤੱਕ ਮਾਇਆ ਹੀ ਹੈ। ਇਹ ਸਾਰੀ ਮਾਇਆ 'ਚ ਪਸਰੀ ਹੋਈ ਹੈ। ਜਿਵੇਂ ਪਾਪ ਮਾਇਆ ਤੇ ਪੁੰਨ ਵੀ ਮਾਇਆ, ਜਦੋਂ ਤੱਕ ਇੱਛਾ ਸਹਿਤ ਹੈ। ਜਦੋਂ ਤੱਕ ਹੰਗਤਾ ਧਾਰ ਕੇ ਕਮਾਉਂਦਾ, ਉਹ ਪੁੰਨ ਵੀ ਮਾਇਆ ਹੀ ਹੈ। ਬਿਨ ਸ਼ਬਦੈ ਭਰਮ ਨਾ ਚੂਕਈ, ਨਾ ਵਿੱਚੋਂ ਹਉਮੈ ਜਾਏ। ਬਿਨਾਂ ਗੁਰਾਂ ਦੇ ਪਵਿੱਤਰ ਉਪਦੇਸ਼ ਤੋਂ ਭਰਮ, ਮਨ ਦਾ ਭੁਲੇਖਾ ਨਾ ਚੂਕਈ, ਨਹੀਂ ਦੂਰ ਹੁੰਦਾ, ਨਾ ਵਿੱਚੋਂ ਹਉਮੈ ਜਾਏ, ਤੇ ਨਾ ਹਿਰਦੇ ਦੇ ਅੰਦਰੋਂ ਹਉਮੈ ਹੀ ਦੂਰ ਹੁੰਦੀ ਹੈ। ਬਿਨ ਪ੍ਰੀਤੀ, ਜਿਵੇਂ ਬਚਨ ਕੀਤਾ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਇਤਿਆਦਿਕ ਆਸਾ ਦੀ ਵਾਰ 'ਚ ਕਿਹਾ ਬਚਨ। ਤਾਂ ਹਜ਼ੂਰ ਨੇ ਅਖੀਰ ਤੇ ਕਿਹਾ, ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ। ਇਸ ਹਿਰਦੇ ਦੇ ਅੰਦਰ ਦਾਰੂ ਵੀ ਹੈ ਹਉਮੈ ਦੇ। ਜਿੱਥੇ ਹਉਮੈ ਵਸਦੀ ਉੱਥੇ ਦਾਰੂ ਵੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਹਿਰਦਾ ਗੁਰਾਂ ਦੇ ਸ਼ਬਦ ਨੂੰ ਪਕੜੇ ਤੇ ਫਿਰ ਗੁਰੂ ਦਾ ਸ਼ਬਦ ਅੰਦਰ ਵਸ ਜਾਏ, ਤਾਂ ਕਮਾਉਣ ਨਾਲ ਹੰਗਤਾ ਦੂਰ ਹੋ ਜਾਂਦੀ ਹੈ। ਬਿਨ ਪ੍ਰੀਤੀ ਭਗਤ ਨਾ ਹੋਵਈ। ਵਾਹਿਗੁਰੂ ਜੀ ਦੇ ਨਾਲ ਪ੍ਰੀਤ ਨਾ ਪੈਦਾ ਹੋਏ ਤੇ ਭਗਤੀ ਸਿਰੇ ਨਹੀਂ ਚੜ੍ਹਦੀ, ਭਗਤੀ ਸਫਲ ਹੀ ਨਹੀਂ ਹੁੰਦੀ। ਸਰੀਰਕ ਤੌਰ ਤੇ ਭਾਵੇਂ ਭਗਤੀ ਵਾਲੇ ਕਰਮ ਕਰੀਏ, ਪ੍ਰੀਤ ਤੋਂ ਬਗੈਰ ਭਗਤੀ ਸਫਲ ਹੀ ਨਹੀਂ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਜਿਸ ਕਰਮ ਨਾਲ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਵਾਹਿਗੁਰੂ ਦੇ ਪ੍ਰਤੀ ਲਗਾਅ ਨਹੀਂ ਪੈਦਾ ਹੁੰਦਾ, ਉਹ ਭਗਤੀ ਵਾਲਾ ਕਰਮ ਸਫਲਾ ਨਹੀਂ ਹੈ। ਬਿਨ ਪ੍ਰੀਤੀ ਭਗਤ ਨਾ ਹੋਵਈ, ਭਗਤੀ ਨਹੀਂ ਹੁੰਦੀ। ਬਿਨ ਸ਼ਬਦੈ ਥਾਇ ਨਾ ਪਾਏ, ਕਿਉਂਕਿ ਗੁਰੂ ਦੇ ਸ਼ਬਦ ਉਪਦੇਸ਼ ਤੋਂ ਬਗੈਰ ਪ੍ਰੀਤ ਨਹੀਂ ਪੈਦਾ ਹੁੰਦੀ ਤੇ ਮਨੁੱਖ ਦੇ ਕੀਤੇ ਕਰਮ ਥਾਏ ਨਹੀਂ ਪੈਂਦੇ, ਜੀਵ ਥਾਏ ਨਹੀਂ ਪੈਂਦਾ, ਭਾਵ ਸਫਲਾ ਨਹੀਂ ਹੁੰਦਾ। ਸ਼ਬਦੇ ਹਉਮੈ ਮਾਰੀਐ, ਮਾਇਆ ਕਾ ਭਰਮ ਜਾਏ। ਗੁਰੂ ਕੇ ਸ਼ਬਦ ਦੁਆਰਾ ਹੀ, ਸਿਫਤ ਸਲਾਹ ਵਾਲੀ ਬਾਣੀ ਦੁਆਰਾ ਹੀ, ਇਸ ਬਾਣੀ ਦੇ ਨਾਲ ਲਗਾਅ ਹੋਣ ਕਰਕੇ ਹੀ ਹੰਗਤਾ ਮਾਰੀ ਜਾਂਦੀ ਹੈ। ਹੰਗਤਾ ਦਾ ਖਾਤਮਾ ਹੁੰਦਾ, ਹੰਗਤਾ ਦਾ ਸਤਿਆਨਾਸ਼ ਹੁੰਦਾ। ਮਾਇਆ ਕਾ ਭਰਮ ਜਾਏ। ਤੇ ਜਦੋਂ ਹੰਗਤਾ ਮਰ ਜਾਏ ਤੇ ਮਾਇਆ ਵਾਲਾ ਜਿਹੜਾ ਭਰਮ ਹੈ ਨਾ, ਮਾਇਆ 'ਚ ਭਟਕਣਾ ਜਿਹੜੀ ਮਨ ਦੀ ਹੈ, ਜੋ ਭ੍ਰਾਂਤੀ ਹੈ ਮਾਇਆ ਦੀ, ਉਹ ਚਲੀ ਜਾਂਦੀ ਹੈ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਗੁਰਾਂ ਦੇ ਅਨੁਸਾਰੀ ਹੋ ਕੇ ਚੱਲੀਏ ਤਾਂ ਵਾਹਿਗੁਰੂ ਦੇ ਦਰ ਤੋਂ, ਪ੍ਰਮਾਤਮਾ ਦੇ ਦਰ ਤੋਂ, ਗੁਰੂ ਦੇ ਦਰ ਤੋਂ ਨਾਮ ਰੂਪ ਮਹਾਨ ਵੱਡਾ ਪਦਾਰਥ ਪ੍ਰਾਪਤ ਕਰੀਦਾ ਹੈ। ਤੇ ਫਿਰ ਸਹਿਜ ਗਿਆਨ ਤੇ ਸ੍ਰੇਸ਼ਟ ਪ੍ਰੇਮ ਦੇ ਸਹਿਤ ਫਿਰ ਜੀਵਨ ਬਤੀਤ ਹੁੰਦਾ ਹੈ। ਸਹਿਜ ਵੀ ਆ ਜਾਂਦਾ ਤੇ ਪ੍ਰੇਮ ਵੀ ਅੰਦਰ ਵਸ ਜਾਂਦਾ ਹੈ। ਬਿਨ ਗੁਰ ਗੁਣ ਨਾ ਜਪਨੀ, ਬਿਨ ਗੁਣ ਭਗਤ ਨਾ ਹੋਏ। ਬਿਨਾਂ ਗੁਰਾਂ ਦੀ ਸ਼ਰਨ ਤੋਂ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਨਾ ਜਪਨੇ, ਨਹੀਂ ਜਾਣਿਆ ਜਾਂਦੇ, ਜਾਣੇ ਨਹੀਂ ਜਾਂਦੇ। ਅਸੀਂ ਜਾਣ ਨਹੀਂ ਸਕਦੇ ਗੁਣਾਂ ਦੀ ਮਹਾਨਤਾ, ਗੁਣਾਂ ਦੀ ਕਦਰ ਨਹੀਂ ਮਨੁੱਖ ਜਾਣਦਾ, ਮਹਿਮਾ ਨਹੀਂ ਜਾਣਦਾ। ਬਿਨ ਗੁਣ ਭਗਤ ਨਾ ਹੋਏ, ਜਿਵੇਂ ਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਵਾਹਿਗੁਰੂ ਦੀ ਭਗਤੀ ਨਹੀਂ ਪ੍ਰਵਾਨ ਚੜ੍ਹ ਸਕਦੀ। ਭਗਤੀ ਕਰਨ ਨਾਲ ਹਿਰਦਾ ਦਰਵੀਭੂਤ ਹੁੰਦਾ ਤੇ ਗੁਣ ਆ ਹੀ ਜਾਂਦੇ। ਸਿਮਰਨ ਅਸਲ ਵਿੱਚ ਅੰਦਰੋਂ ਉਹ ਹੀ ਕਰਦਾ ਹੈ ਵੀ ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਪ੍ਰਗਟ ਹੋਣ, ਦਿਸਣ ਲੋਕਾਂ ਨੂੰ ਵੀ ਇਹਦੇ ਅੰਦਰ ਹਨ। ਜੇ ਨਹੀਂ ਹੋਏ, ਹਿਰਦਾ ਕਠੋਰ ਦਾ ਕਠੋਰ ਹੀ ਹੈ, ਫਿਰ ਭਗਤੀ ਸਫਲ ਹੀ ਨਹੀਂ ਹੈ। ਸੋ ਇਸ ਪ੍ਰਕਾਰ ਬਿਨ ਗੁਣ ਭਗਤ ਨਾ ਹੋਏ। ਭਗਤੀ ਨਹੀਂ ਹੁੰਦੀ ਬਿਨਾਂ ਗੁਣਾਂ ਤੋਂ। ਭਗਤ ਵਸ਼ਲ ਹਰ ਮਨ ਵਸਿਆ। ਭਗਤੀ ਨਾਲ ਨਿਰਇਛਤ ਪਿਆਰ ਕਰਨ ਵਾਲਾ। ਹੁਣ ਇੱਥੇ ਕੋਈ ਸਵਾਲ ਉਠਾਏਗਾ ਵੀ ਵਾਹਿਗੁਰੂ ਨੂੰ ਫਿਰ ਹੰਗਤਾ ਹੋਈ ਵੀ ਮੇਰੀ ਭਗਤੀ ਇਹ ਕਰਨ, ਮੇਰਾ ਨਾਮ ਜਪਣ, ਇੰਜੋ ਵਡਿਆਈ ਸੁਣ ਕੇ ਫੁੱਲਦਾ ਖੁਸ਼ ਹੁੰਦਾ? ਨਹੀਂ। ਭਗਤੀ ਦਾ ਅਰਥ ਹੈ ਹੰਗਤਾ ਮੇਟਣੀ। ਪਰਮਾਤਮਾ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਆਪ ਵਾਹਿਗੁਰੂ ਨਿਰਹੰਕਾਰ ਹਨ, ਸਾਰੀ ਕੁਦਰਤ ਸ੍ਰਿਸ਼ਟੀ ਦੇ ਮਾਲਕ ਨੇ,
ਪਰ ਹੰਕਾਰ ਨਹੀਂ ਵਾਹਿਗੁਰੂ ਨੂੰ। ਆਪਣੇ ਪੈਦਾ ਕੀਤੇ ਜੀਆਂ ਵੱਲ ਵੇਖ ਕੇ ਵਾਹਿਗੁਰੂ ਹੰਕਾਰ ਨਹੀਂ ਕਰਦਾ ਵੀ ਮੈਂ ਇਹਨਾਂ ਤੋਂ ਵੱਡਾ, ਨਹੀਂ। ਜਿਵੇਂ ਵਾਹਿਗੁਰੂ ਵਿੱਚ ਹੰਕਾਰ ਨਹੀਂ, ਇਸੇ ਤਰ੍ਹਾਂ ਜੀਵ ਦਾ ਹੰਕਾਰ ਵੀ ਪ੍ਰਮਾਤਮਾ ਨੂੰ ਪਸੰਦ ਨਹੀਂ ਆਉਂਦਾ। ਔਗਣ ਨਹੀਂ ਪਸੰਦ ਆਉਂਦੇ। ਹੰਕਾਰ ਵੱਡਾ ਰੋੜਾ ਹੈ। ਸ਼ੁਭ ਗੁਣਾਂ ਦੀ ਪ੍ਰਾਪਤੀ ਵਿੱਚ ਵੱਡਾ ਰੋੜਾ ਹੰਕਾਰ ਹੀ ਹੈ। ਇਸ ਕਰਕੇ ਬਚਨ ਹੈ, ਹਰ ਜੀਓ ਅਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵਹਿ, ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰਿਆ। ਭਗਤੀ ਨਾਲ ਹੰਕਾਰ ਨਿਵਰਤ ਹੁੰਦਾ, ਤੇ ਜੋ ਸੱਚੀ ਭਗਤੀ ਕਰਦਾ ਹੰਕਾਰ ਤੋਂ ਰਹਿਤ ਹੋ ਗਿਆ ਤੇ ਪਰਮਾਤਮਾ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ। ਵਾਤਸਲ ਪਿਆਰ, ਨਿਰਸ਼ਤ ਪਿਆਰ, ਉਹ ਭਗਤ ਵਸ਼ਲ ਹੈ। ਭਗਤੀ ਨਾਲ, ਨਿਮਰਤਾ ਨਾਲ ਪ੍ਰੇਮ ਕਰਨ ਵਾਲਾ ਵਾਹਿਗੁਰੂ ਮਨ 'ਚ ਵਸ ਗਿਆ। ਸਹਿਜ ਮਿਲਿਆ ਪ੍ਰਭ ਸੋਏ, ਸਹਿਜ ਗਿਆਨ ਵਾਲੀ ਅਵਸਥਾ 'ਚ ਪਹੁੰਚ ਕੇ, ਸਹਿਜ ਸ਼ਾਂਤੀ ਵਾਲੀ ਅਵਸਥਾ 'ਚ ਪਹੁੰਚ ਕੇ, ਅਡੋਲਤਾ ਵਾਲੀ ਅਵਸਥਾ 'ਚ, ਸਹਿਜ ਸੁਭਾਵਕ ਸੁਤੇ ਸਿੱਧ ਹੀ ਉਹ ਪ੍ਰਭੂ ਮਿਲਿਆ ਜੋ ਪਹਿਲਾਂ ਵੀ ਸੀ, ਹੁਣ ਵੀ ਅੱਗੇ ਨੂੰ ਹੋਏਗਾ। ਉਹੀ ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਵਾਹਿਗੁਰੂ ਮਿਲ ਪਿਆ। ਨਾਨਕ ਸਬਦੇ ਹਰ ਸਲਾਹੀ ਹੈ। ਸਤਿਗੁਰੂ ਕਹਿੰਦੇ ਹਨ ਕਿ ਭਾਈ ਨਿਚੋੜ ਇਹ ਹੈ ਕਿ ਗੁਰੂ ਕੇ ਸ਼ਬਦ ਰਾਹੀਂ ਹਰੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਸ ਵਾਹਿਗੁਰੂ ਨੂੰ ਸਲਾਹੁਣਾ ਚਾਹੀਦਾ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ। ਔਰ ਇਹ ਸਿਫਤ ਸਲਾਹ ਕਰਮ ਪ੍ਰਾਪਤ ਹੋਏ। ਗੁਰੂ ਦੇ ਸ਼ਬਦ ਨਾਲ ਜੁੜਨਾ, ਸ਼ਬਦ ਦੁਆਰਾ ਵਾਹਿਗੁਰੂ ਨੂੰ ਸਲਾਹੁਣਾ, ਇਹ ਵੀ ਵਾਹਿਗੁਰੂ ਜੀ ਦੀ ਕਰਮ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦਾ। ਇਹ ਪ੍ਰਾਪਤੀ ਵੀ ਗੁਰੂ ਕੀ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਬਦ, ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਮਾਇਆ ਮੋਹ ਮੇਰਾ ਪ੍ਰਭ ਕੀਨਾ। ਜਿਵੇਂ ਬਚਨ ਹਨ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਵਾਹਿਗੁਰੂ ਨੇ ਜਗਤ ਦੀ ਰਚਨਾ ਕੀਤੀ ਹੈ ਨਾ, ਤੇ ਇਸ ਕਰਕੇ ਜਿਵੇਂ ਪਾਤਰ ਹੁੰਦੇ ਨੇ ਕਿਸੇ ਤਮਾਸ਼ੇ ਦੇ, ਖੇਲ ਦੇ ਵਿੱਚ ਆਪੋ ਆਪਣੀ ਪਾਤਰਤਾ ਨਿਭਾਉਂਦੇ ਨੇ। ਇਸ ਤਰ੍ਹਾਂ ਹੀ ਵਾਹਿਗੁਰੂ ਜੀ ਨੇ ਆਪ ਹੀ ਇਹ ਮਾਇਆ ਦਾ ਮੋਹ, ਮੇਰੇ ਵਾਹਿਗੁਰੂ ਪਰਮਾਤਮਾ ਨੇ ਹੀ ਕੀਨਾ ਰਚਿਆ ਬਣਾਇਆ ਹੈ। ਆਪੇ ਭਰਮ ਭੁਲਾਏ, ਆਪ ਹੀ ਭਰਮ ਵਿੱਚ ਪਾ ਕੇ, ਭ੍ਰਾਂਤੀ 'ਚ, ਭੁਲੇਖੇ 'ਚ ਪਾ ਕੇ ਜੀਵ ਆਪਣੇ ਵੱਲੋਂ ਭੁਲਾਏ ਹੋਏ ਨੇ। ਮਨਮੁਖ ਕਰਮ ਕਰਹਿ ਨਹੀਂ ਬੂਝੈ। ਜੋ ਆਪਣੇ ਮਨ ਨੂੰ ਮੁਖੀ ਬਣਾ ਕੇ, ਮਨ ਦੇ ਪਿੱਛੇ ਲੱਗ ਕੇ ਕਰਮ ਕਰਦੇ ਹਨ, ਨਹੀਂ ਬੁੱਝਦੇ ਅਸਲ ਭੇਦ ਨੂੰ, ਮਾਇਆ ਦੇ ਸਰੂਪ ਨੂੰ, ਮਾਇਆ ਦੇ ਪ੍ਰਭਾਵ ਨੂੰ ਨਹੀਂ ਬੁੱਝਦੇ, ਅਥਵਾ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਬੁੱਝਦੇ। ਬਿਰਥਾ ਜਨਮ ਗਵਾਏ। ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਨੇ, ਕਿਸੇ ਕੰਮ ਨਹੀਂ ਆਉਂਦਾ। ਉਹ ਇਹਦੇ ਪ੍ਰਯੋਜਨ ਨੂੰ ਨਹੀਂ ਸਮਝਦੇ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਕਲਯੁਗ ਦੇ ਸਮੇਂ ਅੰਦਰ ਸਤਿਗੁਰਾਂ ਦੀ ਜੋ ਬਾਣੀ ਹੈ, ਗੁਰਬਾਣੀ, ਗੁਰੂ ਮੁਖ ਤੋਂ ਉਚਾਰੇ ਹੋਏ ਬਚਨ, ਇਸ ਜਗ ਦੇ ਅੰਦਰ ਚਾਨਣ ਰੂਪ ਹਨ। ਚਾਨਣ ਗਿਆਨ ਦੀ ਰੋਸ਼ਨੀ, ਗਿਆਨ ਦਾ ਚਾਨਣ। ਕਰਮ ਵਸੈ ਮਨ ਆਏ। ਪਰ ਇਹ ਗੁਰਬਾਣੀ ਦਾ ਚਾਨਣ ਅਥਵਾ ਗੁਰਬਾਣੀ ਵਾਹਿਗੁਰੂ ਦੀ ਕਰਮ ਬਖਸ਼ਿਸ਼ ਦੇ ਨਾਲ ਹੀ ਮਨ 'ਚ ਆ ਕੇ ਵਸਦੀ ਹੈ। ਇਹ ਚਾਨਣ ਮਨ 'ਚ ਆ ਕੇ ਵਸਦਾ ਵਾਹਿਗੁਰੂ ਦੀ ਕਰਮ ਬਖਸ਼ਿਸ਼ ਨਾਲ। ਇਹ ਵੱਡੀ ਬਖਸ਼ਿਸ਼ ਹੈ। ਜਿਵੇਂ ਸਾਰੇ ਜੀਵ ਜਿਹੜੇ ਪੈਦਾ ਕੀਤੇ ਰੱਬ ਦੀ ਬਖਸ਼ਿਸ਼ ਹੀ ਸਾਨੂੰ ਸਰੀਰ ਦਿੱਤੇ ਨੇ, ਖਾਣਾ ਪੀਣਾ, ਬੇਅੰਤ ਬਖਸ਼ਿਸ਼ਾਂ ਕੀਤੀਆਂ। ਪਰ ਵੱਡੀ ਬਖਸ਼ਿਸ਼ ਹੈ ਵਾਹਿਗੁਰੂ ਦਾ ਨਾਮ, ਸਤਿਗੁਰਾਂ ਦੀ ਬਾਣੀ, ਗੁਰੂ ਕਾ ਸ਼ਬਦ ਹਿਰਦੇ 'ਚ ਵਸ ਜਾਣਾ। ਇਹ ਬਹੁਤ ਵੱਡੀ ਬਖਸ਼ਿਸ਼ ਹੈ। ਤੇ ਹਜ਼ੂਰ ਕਹਿੰਦੇ ਨੇ, ਮਨ ਰੇ ਨਾਮ ਜਪੋ ਸੁਖ ਹੋਏ। ਇੱਕ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ ਵੀ ਜਿਵੇਂ ਬਾਹਰੀ ਹਨੇਰਾ ਦੂਰ ਕਰਨ ਵਾਸਤੇ ਮਨੁੱਖ ਦੀ ਬੁੱਧੀ 'ਚ ਇਹ ਸਮਝ ਆਈ ਵੀ ਕਿਵੇਂ ਕੀਤਾ ਜਾਏ, ਹਨੇਰਾ ਦੂਰ ਕਰਕੇ ਚਾਨਣ ਕੀਤਾ ਜਾਏ। ਜਿਵੇਂ ਦਿਨ ਵੇਲੇ ਤੇ ਸੂਰਜ ਚੜ੍ਹਿਆ ਰਹਿੰਦਾ ਤੇ ਚਾਨਣ ਰਹਿੰਦਾ, ਰਾਤ ਨੂੰ ਕਾਲਾ ਬੋਲਾ ਹਨੇਰਾ ਪਸਰਿਆ ਹੁੰਦਾ, ਤਾਂ ਮਨੁੱਖ ਨੇ ਫਿਰ ਪੱਥਰ ਤੇ ਪੱਥਰ ਘਸਾ ਕੇ ਅੱਗ ਪੈਦਾ ਕੀਤੀ ਤੇ ਕੁਝ ਕੱਖਾਂ ਨੂੰ ਅੱਗ ਲਾ ਕੇ ਬਾਲ ਲੈਣੀ ਅੱਗ, ਤੇ ਉਹਦੇ ਨਾਲ ਚਾਨਣ। ਫਿਰ ਸਹਿਜੇ ਸਹਿਜੇ ਮਿੱਟੀ ਦੇ ਤੇਲ ਦੇ ਦੀਵੇ, ਸਰੋਂ ਦੇ ਤੇਲ ਦੇ, ਘਿਓ ਦੇ ਦੀਵੇ ਪ੍ਰਗਟ ਹੋਏ। ਫਿਰ ਇਸੇ ਤਰ੍ਹਾਂ
ਲਾਲਟੈਨ ਪ੍ਰਗਟ ਹੋਈ, ਫਿਰ ਗੈਸਾਂ ਦਾ ਚਾਨਣ ਹੋਇਆ ਤੇ ਫਿਰ ਮਨੁੱਖ ਦੀ ਬੁੱਧ ਨੇ ਹੋਰ ਤਰੱਕੀ ਕੀਤੀ। ਵਾਹਿਗੁਰੂ ਨੇ ਬੁੱਧੀਆਂ ਚਾਨਣ ਦਿੱਤਾ ਤੇ ਬਿਜਲੀ ਪੈਦਾ ਹੋਈ। ਧੂੰਆਂ ਰਹਿਤ ਚਾਨਣ ਕਿੱਡਾ ਵਧੀਆ। ਇਸੇ ਤਰ੍ਹਾਂ ਜਦੋਂ ਤੋਂ ਸ੍ਰਿਸ਼ਟੀ ਵਾਹਿਗੁਰੂ ਨੇ ਸਾਜੀ ਹੈ, ਉਦੋਂ ਤੋਂ ਹੀ ਜੀਆਂ ਨੂੰ ਚਾਨਣ ਦੇਣ ਵਾਸਤੇ ਪ੍ਰਬੰਧ ਕੀਤਾ। ਔਰ ਵੇਦ ਸ਼ਾਸਤਰ ਪੁਰਾਣ ਧਰਮ ਗ੍ਰੰਥ, ਪਰ ਉਹਨਾਂ ਬਾਰੇ ਕੁਛ ਹੈ ਮਿਲਾਵਟ ਉਹਨਾਂ ਗ੍ਰੰਥਾਂ 'ਚ ਲਿਖਿਆ ਵੀ ਹੈ ਗੁਰੂ ਕੀ ਬਾਣੀ 'ਚ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਇਫਤਰਾ ਮੈਨੇ ਮੁਬਾਲਗਾ, ਵਧਾ ਚੜਾ ਕੇ ਕੀਤੀਆਂ ਗੱਲਾਂ। ਪਰ ਵਾਹਿਗੁਰੂ ਦਾ ਨਾਮ, ਗੁਰੂ ਕੀ ਬਾਣੀ, ਸਤਿਗੁਰੂ ਦੀ ਬਾਣੀ ਵਿੱਚ ਪ੍ਰਮਾਤਮਾ ਦੇ ਨਾਮ ਦੀ ਹੀ ਪ੍ਰੋੜਤਾ ਹੈ। ਇਹ ਇਤਿਹਾਸ ਨਹੀਂ, ਇਹ ਵਾਹਿਗੁਰੂ ਦਾ ਜਸ ਹੈ। ਗੁਰੂ ਕੀ ਬਾਣੀ ਪ੍ਰੇਰਨਾ ਵਾਹਿਗੁਰੂ ਦੇ ਨਾਮ ਦੀ, ਵਡਿਆਈ ਪ੍ਰਮਾਤਮਾ ਦੀ, ਇਤਿਆਦਿਕ। ਇਹ ਧੂੰਆਂ ਰਹਿਤ ਚਾਨਣ ਹੈ। ਪਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬਾਣੀ ਮਨ ਵਿੱਚ ਆ ਕੇ ਵਸਦੀ। ਜਿਵੇਂ ਕਿਹਾ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰ ਬਾਣੀ ਬਣੀ ਹੈ। ਸਤਿਗੁਰੂ ਦੀ ਬਾਣੀ ਸਤਿਪੁਰਖ ਪ੍ਰਮਾਤਮਾ ਦਾ ਹੀ ਸਰੂਪ ਹੈ। ਇਸ ਕਰਕੇ ਐਸਾ ਪ੍ਰੇਮ ਕਰੀਏ ਬਾਣੀ ਨਾਲ, ਐਸੇ ਜੁੜੀਏ ਕਿ ਗੁਰਬਾਣੀ ਦਾ ਰੂਪ ਬਣ ਜਾਣਾ ਚਾਹੀਦਾ। ਸਤਿਗੁਰੂ ਕਹਿੰਦੇ ਮਨ ਰੇ ਨਾਮ ਜਪੋ ਸੁਖ ਹੋਏ, ਰੇ ਹੇ ਮਨਾ। ਹਜ਼ੂਰ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਆਪਣੇ ਮਨ ਨੂੰ ਸਮਝਾਓ। ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ। ਮਨ ਰੇ ਨਾਮ ਜਪੋ ਸੁਖ ਹੋਏ, ਇਹ ਮਨਾ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਰਸਨਾ ਨਾਲ। ਇਹ ਫਿਰ ਜਾਪ ਅੰਦਰ ਵਸੇਗਾ ਤੇ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ। ਗੁਰ ਪੂਰਾ ਸਾਲਾਹੀ ਹੈ, ਸਹਿਜ ਮਿਲੇ ਪ੍ਰਭ ਸੋਏ। ਤੇ ਜਿਸ ਪੂਰੇ ਗੁਰੂ ਦੀ ਪ੍ਰੇਰਨਾ ਨਾਲ ਨਾਮ ਜਪੀਦਾ, ਉਸ ਪੂਰੇ ਸਤਿਗੁਰੂ ਨੂੰ ਵੀ ਸਲਾਉਣਾ ਚਾਹੀਦਾ। ਤਾਂ ਪੂਰੇ ਸਤਿਗੁਰੂ ਨੂੰ ਸਲਾਹੀਏ, ਉਧਰ ਨੂੰ ਸਤਿਗੁਰਾਂ ਵੱਲ ਨੂੰ ਧਿਆਨ ਹੋਵੇ ਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਫਿਰ ਸਹਿਜ ਗਿਆਨ ਦੀ, ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ, ਆਤਮਿਕ ਟਿਕਾ ਦੀ ਪ੍ਰਾਪਤੀ ਹੁੰਦੀ ਹੈ, ਸ਼ਾਂਤੀ ਵਾਲੀ ਅਵਸਥਾ ਆ ਜਾਂਦੀ ਹੈ। ਉਸ ਗਿਆਨ ਦੁਆਰਾ ਮਿਲੇ ਪ੍ਰਭ ਸੋਏ, ਪ੍ਰਭੂ ਪ੍ਰਮਾਤਮਾ ਅਕਾਲ ਪੁਰਖ ਮਿਲ ਪੈਂਦਾ ਹੈ। ਰਹਾਓ ਭਰਮ ਗਿਆ ਭਉ ਭਾਗਿਆ, ਹਰ ਚਰਣੀ ਚਿਤ ਲਾਏ। ਜਿਸ ਨੇ ਗੁਰਾਂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਨਾਲ ਆਪਣਾ ਚਿੱਤ ਲਾ ਲਿਆ ਹੈ, ਹਰ ਚਰਣੀ ਚਿੱਤ ਲਾਏ। ਹਰੀ ਦੇ ਚਰਨ ਹਨ, ਚਿੱਤ ਚਰਨ ਨਾਮ। ਚਿੱਤ ਵਿੱਚ ਨਾਮ ਦਾ ਵਸਣਾ ਹੀ ਪ੍ਰਮਾਤਮਾ ਦੇ ਚਰਨਾਂ ਦਾ ਵਾਸਾ ਹੈ। ਹਰੀ ਦੇ ਨਾਮ ਰੂਪੀ ਚਰਨਾਂ ਨਾਲ ਜਿਹਨੇ ਚਿੱਤ ਲਾ ਲਿਆ ਹੈ, ਉਹਦੇ ਅੰਦਰੋਂ ਭਰਮ ਚਲਾ ਗਿਆ। ਭਰਮ ਦਾ ਅਰਥ ਹੈ ਵਸਤੂ ਹੋਰ ਹੋਵੇ ਤੇ ਉਹਨੂੰ ਹੋਰ ਸਮਝੀ ਜਾਈਏ, ਉਹਦੀ ਵਾਸਤਵਿਕਤਾ ਨੂੰ, ਉਹਦੀ ਰਿਐਲਿਟੀ ਨੂੰ, ਉਹਦੀ ਅਸਲੀਅਤ ਨੂੰ ਨਾ ਸਮਝਣਾ, ਇਹਦਾ ਨਾਮ ਹੈ ਭਰਮ। ਮਾਧਵੇ ਕਿਆ ਕਹੀ ਹੈ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਵਿਦਵਾਨਾਂ ਨੇ 5 ਤਰ੍ਹਾਂ ਦਾ ਭਰਮ ਦੱਸਿਆ। ਔਰ ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮ ਇਤਰ ਜਗ ਸਤ ਹੈ, ਇਹ 5ਵਾਂ ਭਰਮ। ਇਸ ਪ੍ਰਕਾਰ ਭਰਮ ਗਿਆ ਤੇ 7 ਪ੍ਰਕਾਰ ਦਾ ਡਰ ਵੀ ਚਲਿਆ ਗਿਆ। ਵਾਹਿਗੁਰੂ ਦਾ ਅਦਬ ਭੈ ਮਨ 'ਚ ਪੈ ਜਾਏ ਤੇ ਬਾਕੀ ਸਾਰੇ ਡਰ ਚਲੇ ਜਾਂਦੇ ਨੇ। ਸੰਸਾਰੀ ਭਉ ਚਲਿਆ ਗਿਆ। ਗੁਰਮੁਖ ਸ਼ਬਦ ਕਮਾਈਐ, ਹਰ ਵਸੈ ਮਨ ਆਏ। ਗੁਰਾਂ ਦੇ ਸਨਮੁਖ ਹੋ ਕੇ ਜੇ ਗੁਰੂ ਕਾ ਸ਼ਬਦ ਕਮਾਈਏ ਤਾਂ ਹਰੀ ਪ੍ਰਮਾਤਮਾ ਮਨ 'ਚ ਆ ਕੇ ਵਸ ਜਾਂਦਾ ਹੈ। ਘਰ ਮਹਿਲ ਸੱਚ ਸਮਾਈਐ, ਜਮਕਾਲ ਨਾ ਸਕੈ ਖਾਏ। ਘਰ ਹਿਰਦਾ, ਨਿਜ ਘਰ ਮਹਿਲ ਪਾਓ ਸੁਖ ਸਾਜੇ। ਆਪਣੇ ਨਿਜ ਘਰ ਹਿਰਦੇ ਅੰਦਰ ਮਹਿਲ ਵਾਹਿਗੁਰੂ ਦੇ ਸਰੂਪ ਵਿੱਚ, ਸੱਚ ਸਰੂਪ ਪਰਮਾਤਮਾ ਦੇ ਨਾਮ ਵਿੱਚ, ਸੱਚੇ ਵਾਹਿਗੁਰੂ ਦੇ ਪਵਿੱਤਰ ਸਰੂਪ ਵਿੱਚ ਸਮਾ ਜਾਈਦਾ ਹੈ। ਫਿਰ ਜਮਕਾਲ ਭਾਵ ਮੌਤ ਦਾ ਸਹਿਮ, ਧਰਮਰਾਜ ਉਹਦੇ ਦੂਤ ਨਾ ਸਕਿਆ ਖਾਏ। ਫਿਰ ਮੌਤ ਨਹੀਂ ਖਾ ਸਕਦੀ, ਮੌਤ ਦਾ ਡਰ ਨਹੀਂ ਸਾਨੂੰ ਪ੍ਰਭਾਵਿਤ ਕਰ ਸਕਦਾ। ਕਾਲ ਤੋਂ ਉੱਪਰ ਉੱਠ ਜਾਈਦਾ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਕਾਲ ਦਾ ਕੋਈ ਵਸ ਨਹੀਂ ਚੱਲਦਾ, ਸੁਤੰਤਰ ਹੋ ਜਾਈਦਾ। ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਨਾਮਦੇਵ ਜੀ, ਜਿਨ੍ਹਾਂ ਨੂੰ ਛਿੰਬਿਆਂ ਦਾ ਮੁੰਡਾ ਨਾਮਾ ਕਿਹਾ ਜਾਂਦਾ ਸੀ, ਭਗਤ ਨਾਮਦੇਵ ਜੀ ਛਿੰਬਾ ਜਾਤੀ ਨਾਲ ਸੰਬੰਧਿਤ,
ਕਬੀਰ ਜੀ ਲੋਕਾਂ ਦੀ ਨਜ਼ਰ ਵਿੱਚ ਅਖੌਤੀ ਛੋਟੀ ਜਾਤ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਭਾਵੇਂ ਦੁਨੀਆ ਦੀਆਂ ਨਜ਼ਰਾਂ ਵਿੱਚ ਛੋਟੀਆਂ ਅਖੌਤੀ ਜਾਤਾਂ ਸਨ, ਪਰ ਪੂਰੇ ਗੁਰੂ ਨੂੰ ਮਿਲ ਕੇ ਉਹਨਾਂ ਨੇ ਗਤ, ਮੁਕਤੀ, ਗਤ ਉੱਚੀ ਆਤਮਿਕ ਅਵਸਥਾ। ਗਤ ਸ਼ਬਦ ਦੇ ਕਈ ਅਰਥ ਨੇ। ਗਤ ਚਾਲ, ਗਤੀ, ਮੁਕਤੀ, ਗਤ ਪ੍ਰਾਪਤੀ, ਗਤ ਉੱਚੀ ਆਤਮਿਕ ਅਵਸਥਾ, ਇਹ ਉਹਨਾਂ ਨੇ ਪ੍ਰਾਪਤ ਕੀਤੀ। ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ। ਜੋ ਬ੍ਰਹਮ ਦੇ ਬੇਤੇ, ਬ੍ਰਹਮ ਨੂੰ ਜਾਣਨ ਵਾਲੇ ਬਣੇ, ਸ਼ਬਦ ਪਛਾਣ ਹੈ। ਤੇ ਸ਼ਬਦ ਨੂੰ, ਬ੍ਰਹਮ ਨੂੰ ਪਛਾਣ ਹੈ, ਉਸ ਦੀ ਜੋਤ ਨੂੰ ਪਛਾਣਦੇ ਹਨ, ਗੁਰੂ ਕੇ ਸ਼ਬਦ ਨੂੰ ਪਛਾਣਦੇ ਹਨ, ਤੇ ਇਸ ਕਰਕੇ ਬ੍ਰਹਮ ਦੇ ਬੇਤੇ, ਬ੍ਰਹਮ ਦੇ ਜਾਣਨ ਵਾਲੇ ਬਣ ਗਏ। ਹਉਮੈ ਜਾਤ ਗਵਾਈ, ਵਰਤਮਾਨ ਕਾਲ ਨੂੰ ਭੂਤ ਕਾਲ ਵਿੱਚ ਲਿਜਾ ਕੇ ਅਰਥ ਹੈਗਾ ਕਿ ਜੋ ਬ੍ਰਹਮ ਦੇ ਬੇਤੇ, ਗੁਰੂ ਦੇ ਸ਼ਬਦ ਨੂੰ ਪਛਾਣ ਲਿਆ ਜਿਨ੍ਹਾਂ ਨੇ, ਬ੍ਰਹਮ ਦੇ ਬੇਤੇ ਜਾਣਨ ਵਾਲੇ ਬਣ ਗਏ, ਤੇ ਹਉਮੈ ਜਾਤ ਗਵਾਈ, ਜਿਹੜੀ ਹੰਗਤਾ ਵਾਲੀ ਜਾਤ ਆ ਨਾ, ਹੰਗਤਾ ਦੀ ਜਾਤ ਅੰਦਰੋਂ ਗਵਾ ਲਈ। ਸੋ ਇਸ ਪ੍ਰਕਾਰ ਹੰਗਤਾ ਨਹੀਂ ਅੰਦਰ ਰਹੀ। ਇਹ ਉੱਚੇ ਹੋਣ ਦਾ ਜਿਹੜਾ ਵਡਿਆਈ ਦਾ ਮਾਣ ਹੈ ਮਨੁੱਖ ਨੂੰ ਕਿ ਮੈਂ ਵੱਡਾ, ਇਹ ਉਹਨਾਂ ਗਵਾ ਲਈ। ਸੁਰ ਨਰ ਤਿਨ ਕੀ ਬਾਣੀ ਗਾਵਹਿ, ਸੁਰ ਦੇਵਤੇ, ਨਰ ਮਨੁੱਖ ਉਹਨਾਂ ਦੀ ਬਾਣੀ ਨੂੰ ਅੱਜ ਵੀ ਗਾਉਂਦੇ ਹਨ। ਆਤਮਿਕ ਰਸ ਵਾਸਤੇ, ਗਿਆਨ ਦੀ ਪ੍ਰਾਪਤੀ ਲਈ ਮਨੁੱਖ ਤਾਂ ਕੀ, ਦੇਵਤੇ ਵੀ ਗਾਉਂਦੇ ਨੇ। ਕੋਈ ਨਾ ਮੇਟਾ ਪਾਈ, ਇਹ ਜਿਹੜੀ ਉਹਨਾਂ ਦੀ ਵਡਿਆਈ ਹੈ ਕਿ ਉਹਨਾਂ ਦੇ ਬਚਨਾਂ ਨੂੰ ਤਰਜੀਹ ਦਿੱਤੀ ਜਾ ਰਹੀ, ਸਤਿਕਾਰ ਦਿੱਤਾ ਜਾ ਰਿਹਾ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਭਗਤਾਂ ਦੀ ਬਾਣੀ ਐਵੇਂ ਤਾਂ ਨਹੀਂ ਨਾ ਸਤਿਗੁਰਾਂ ਲਿਖੀ। ਵੱਡੇ ਵੱਡੇ ਪੰਡਤ, ਵਿਦਵਾਨ, ਬੜੀ ਕਵਿਤਾ ਰਚਣ ਵਾਲੇ ਹੋਣਗੇ ਉਦੋਂ, ਪਰ ਉਹਨਾਂ ਵਿਦਵਾਨਾਂ ਦੇ ਬਚਨਾਂ ਨੂੰ ਤਰਜੀਹ ਨਹੀਂ ਦਿੱਤੀ ਸਤਿਗੁਰਾਂ ਨੇ। ਇਹਨਾਂ ਕਮਾਈ ਕਰਨ ਵਾਲੇ ਭਗਤਾਂ, ਬ੍ਰਹਮ ਵਿੱਚ ਭੇਦ ਹੋਏ ਭਗਤਾਂ ਦੀ ਬਾਣੀ ਨੂੰ ਸਤਿਕਾਰ ਦਿੱਤਾ। ਅੱਜ ਵੀ ਮੱਥਾ ਟੇਕਦਾ ਕੋਈ ਇਹ ਸੋਭਾ ਉਹਨਾਂ ਦੀ ਮਹਾਨਤਾ ਨੂੰ ਮੇਟ ਨਹੀਂ ਸਕਦਾ। ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਦੂਜਾ ਭਾਵ ਨਾ ਜਾਣ। ਦੈਂਤ ਰਾਖਸ਼ ਸੀ, ਹਰਣਾਕਸ਼, ਉਹਦਾ ਪੁੱਤ ਪ੍ਰਹਿਲਾਦ। ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਜਿਹੜੇ ਧਰਮ ਗ੍ਰੰਥ ਨੇ ਉਹਨਾਂ 'ਚ ਲਿਖੇ ਹੋਏ ਕਰਮਾਂ ਨੂੰ ਤੇ ਸੰਜਮ, ਜੋ ਵਿਧੀਆਂ ਹਨ ਇੰਦਰੀਆਂ ਨੂੰ ਦਮਨ ਕਰਨ ਵਾਲੇ, ਜੋ ਬਚਨ ਲਿਖੇ ਹੋਏ ਨੇ ਸੰਜਮ ਵਾਲੇ, ਉਹ ਪੜ੍ਹਦਾ ਨਹੀਂ ਹੈ। ਦੂਜਾ ਭਾਵ ਨਾ ਜਾਣਾ, ਤੇ ਜਿਹੜਾ ਸੰਸਾਰ ਦਾ ਭਾਵ ਲਗਾਓ ਹੈ, ਪ੍ਰੇਮ ਹੈ, ਉਹਨੂੰ ਜਾਣਦਾ ਹੀ ਨਹੀਂ। ਉਹ ਸਤਿਗੁਰ ਭੇਟਿਆ ਨਿਰਮਲ ਹੋਵਾ, ਪੂਰੇ ਸਤਿਗੁਰੂ ਨੂੰ ਭੇਟਿਆ, ਮਿਲਣ ਕਰਕੇ ਉਹ ਹਿਰਦੇ ਕਰਕੇ ਨਿਰਮਲ ਉਜਲ ਹੋ ਗਿਆ, ਪਵਿੱਤਰ ਹੋ ਗਿਆ ਹਿਰਦਾ। ਆਨੰਦ ਨਾਮ ਵਖਾਣਾ, ਐਸਾ ਮਨ ਪਵਿੱਤਰ ਹੈ ਕਿ ਰਾਤ ਦਿਨ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਪ੍ਰਹਿਲਾਦ। ਇੱਕੋ ਪੜ੍ਹੈ, ਇੱਕੋ ਨਾਮ ਬੂਝੈ। ਇੱਕ ਵਾਹਿਗੁਰੂ ਦਾ ਨਾਮ ਨੂੰ ਪੜ੍ਹਦਾ ਹੈ, ਇੱਕੋ ਪਰਮਾਤਮਾ ਦੇ ਨਾਮ ਨੂੰ ਬੁੱਝਦਾ, ਸਮਝਦਾ ਸਭ ਤੋਂ ਮਹਾਨ। ਵਾਹਿਗੁਰੂ ਦੇ ਨਾਮ ਦੀ ਏਡੀ ਵੱਡੀ ਟੇਕ ਆ ਉਸਨੂੰ। ਐਡਾ ਵੱਡਾ ਹਰਣਾਕਸ਼, ਦੈਂਤ ਉਹਦਾ ਪਿਓ, ਜਿਸ ਤੋਂ ਦੁਨੀਆ ਥਰ ਥਰ ਕੰਬਦੀ ਸੀ, ਪਰ ਪ੍ਰਹਿਲਾਦ ਨਹੀਂ ਡਰਦਾ। ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਘਰ ਹਰਣਾਕਸ਼ ਦੈਂਤ ਦੇ, ਕਲਰ ਕਵਲ ਭਗਤ ਪ੍ਰਹਿਲਾਦ। ਜਿਵੇਂ ਕਲਰ ਵਿੱਚ ਕਮਲ ਫੁੱਲ ਉੱਗਾ ਹੁੰਦਾ, ਕਿੱਥੇ ਹਰਣਾਕਸ਼ ਦੈਂਤ, ਰੱਬ ਦੇ ਨਾਮ ਤੋਂ ਮੁਨਕਰ ਬੇਮੁਖ ਬੰਦਾ, ਹੰਕਾਰੀ, ਤੇ ਕਿੱਥੇ ਪ੍ਰਹਿਲਾਦ ਵਾਹਿਗੁਰੂ ਦਾ ਭਗਤ। ਘਰ ਹਰਣਾਕਸ਼ ਦੈਂਤ ਦੇ, ਕਲਰ ਕਵਲ ਭਗਤ ਪ੍ਰਹਿਲਾਦ। ਪੜਨ ਪਠਾਇਆ ਚਾਟ ਸਾਲ, ਪਾਂਦੇ ਚਿੱਤ ਹੋਆ ਅਹਿਲਾਦ। ਤੇ ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਭਗਤ ਕਰਨ ਸਭ ਚਾਟੜੇ, ਹੋਰ ਪਾਂਦੇ ਹੋਏ ਰਹੇ ਬਿਸਮਾਦ। ਰਾਜੇ ਪਾਸ ਰੂ ਆਇਆ, ਦੁਖੀ ਦੈਂਤ ਵਧਾਇਆ ਵਾਦ। ਜਲ ਅਗਨੀ ਵਿੱਚ ਕੱਤਿਆ, ਜਲੈ ਨ ਡੂਬੈ ਗੁਰ ਪ੍ਰਸਾਦ। ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਸੋ ਇਸ ਪ੍ਰਕਾਰ ਥੰਮ ਉਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ। ਜੈ ਜੈਕਾਰ ਕਰਨ ਬ੍ਰਹਮਾਦ। ਉਸ ਛੋਟੀ ਜਿਹੀ ਅਵਸਥਾ ਦੇ ਪ੍ਰਹਿਲਾਦ ਦੀ ਜੈ ਜੈਕਾਰ ਬ੍ਰਹਮਾ ਆਦਿਕਾਂ ਨੇ ਵੀ ਕੀਤੀ।
ਔਰ ਵਾਹਿਗੁਰੂ ਪ੍ਰਗਟ ਹੋਇਆ ਤੇ ਹਰਨਾਕਸ਼ ਨੂੰ ਦੰਡ ਦਿੱਤਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਇੱਕੋ ਨੂੰ ਪੜ੍ਹਦਾ ਹੈ, ਇੱਕੋ ਦੇ ਨਾਮ ਨੂੰ ਬੁੱਝਦਾ ਸਮਝਦਾ, ਮਹਾਨ ਸਮਝਣਾ ਮਨ ਵਿੱਚ ਐਡਾ ਨਿਸ਼ਚਾ, ਐਡੀ ਸ਼ਰਧਾ, ਐਡੀ ਪ੍ਰਤੀਤੀ ਵਾਹਿਗੁਰੂ ਦੇ ਨਾਮ ਤੇ। ਦੂਜਾ ਵਰ ਨਾ ਜਾਣ, ਹੋਰ ਦੂਜਾ ਕੋਈ ਕਾਰਨ ਉਹ ਨਹੀਂ ਜਾਣਦਾ। ਇਹ ਨਹੀਂ ਜਾਣਦਾ ਕਿ ਹੋਰ ਵੀ ਕੋਈ ਕੁਛ ਕਰ ਸਕਦਾ। ਇਸ ਪ੍ਰਕਾਰ ਹੋਰ ਦੂਜੀ ਕਿਸੇ ਸ਼ਕਤੀ ਨੂੰ ਜਾਂ ਕਿਸੇ ਵਿਅਕਤੀ ਨੂੰ ਕੁਛ ਵੀ ਨਹੀਂ ਜਾਣਦਾ। ਖੜ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ। ਖੜ ਦਰਸ਼ਨ 6 ਭੇਖਾਂ ਦੇ ਲੋਕ, ਜਿਵੇਂ ਜੋਗੀ, ਜੰਗਮ, ਸਰੇਵੜੇ, ਬੈਰਾਗੀ, ਸੰਨਿਆਸੀ ਤੇ ਬੋਧੀ, ਇਹ 6 ਭੇਖ ਮੰਨੇ ਨੇ ਹਿੰਦੁਸਤਾਨ 'ਚ। ਇਹ 6 ਦਰਸ਼ਨਾਂ ਵਾਲੇ ਜੋਗੀ ਤੇ ਸੰਨਿਆਸੀ ਆਦਿਕ ਬਿਨ ਗੁਰ ਭਰਮ ਭੁਲਾਏ, ਬਿਨਾਂ ਪੂਰੇ ਗੁਰੂ ਦੀ ਸ਼ਰਨ ਤੋਂ, ਉਪਦੇਸ਼ ਨੂੰ ਧਾਰਨ ਕਰਨ ਤੋਂ ਬਗੈਰ, ਗੁਰੂ ਨੂੰ ਆਪਣਾ ਆਪਾ ਅਰਪਣ ਕਰਨ ਤੋਂ ਬਗੈਰ ਭਰਮ 'ਚ ਪਏ ਹੋਏ, ਭਟਕਣਾ 'ਚ ਪਏ ਹੋਏ, ਭੁੱਲੇ ਹੋਏ। ਸਤਿਗੁਰ ਸੇਵਹਿ ਤਾਂ ਗਤ ਮਿਤ ਪਾਵਹਿ। ਜਿਹੜੇ ਪੂਰੇ ਸਤਿਗੁਰੂ ਨੂੰ ਸੇਵਦੇ ਹਨ, ਸਤਿਗੁਰਾਂ ਦੀ ਦੱਸੀ ਸੇਵਾ ਕਰਦੇ ਨੇ, ਸਤਿਗੁਰਾਂ ਦੀ ਸੇਵਾ ਭਗਤੀ ਕਰਦੇ ਨੇ, ਤਾਂ ਗਤ ਮਿਤ ਪਾਵਹਿ। ਗਤ ਉੱਚੀ ਆਤਮਿਕ ਅਵਸਥਾ ਤੇ ਮਿਤ ਜੀਵਨ ਦੀ ਜਾਚ, ਮਰਿਆਦਾ। ਮਿਤ ਅਰਥ ਹੈ ਮਰਿਆਦਾ, ਗਤ ਮੁਕਤੀ ਦੀ ਮਿਤ ਮਰਿਆਦਾ ਨੂੰ ਵੀ ਅਰਥ ਹੈ, ਪ੍ਰਾਪਤ ਕਰ ਲੈਂਦੇ ਹਨ। ਹਰਿ ਜੀਉ ਮਨ ਵਸਾਏ। ਹਰੀ ਵਾਹਿਗੁਰੂ ਜੀ ਨੂੰ ਮਨ 'ਚ ਮੰਨ ਕੇ ਤੇ ਵਸਾ ਹੀ ਲਿਆ, ਅੰਦਰ ਮਨ 'ਚ ਵਸਾਇਆ ਹੋਇਆ। ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਉਹ ਫਿਰ ਜੋ ਗੁਰਮੁਖ ਹਨ, ਉਹਨਾਂ ਦਾ ਜਿਹੜਾ ਚਿੱਤ ਹੈ ਸੱਚੀ ਬਾਣੀ ਵਾਹਿਗੁਰੂ ਦੇ ਸ਼ਬਦ ਵਿੱਚ, ਗੁਰਾਂ ਦੀ ਬਾਣੀ ਵਿੱਚ ਲੱਗ ਜਾਂਦਾ ਤੇ ਆਉਣਾ ਜਾਣਾ ਰਹਾਏ ਮੁੱਕ ਜਾਂਦਾ ਹੈ। ਜਗਤ ਵਿੱਚ ਆਉਣਾ ਜਾਣਾ, ਜੰਮਣਾ ਮਰਨਾ ਮੁੱਕ ਜਾਂਦਾ ਹੈ। ਪੰਡਿਤ ਪੜ੍ਹ ਵਾਦ ਵਖਾਣੈ, ਬਿਨ ਗੁਰ ਭਰਮ ਭੁਲਾਏ। ਪੰਡਿਤ ਵਿਦਵਾਨ ਪੜ੍ਹ ਕੇ ਵੇਦਾਂ ਸ਼ਾਸਤਰਾਂ ਨੂੰ ਤੇ ਵਾਦ ਵਖਾਣਾ, ਚਰਚਾ ਕਰਦੇ ਨੇ, ਬਹਿਸਾਂ ਕਰਦੇ ਹਨ ਕਿ ਮੇਰੇ ਨਾਲ ਕੋਈ ਚਰਚਾ ਕਰੇ, ਮੈਂ ਜਿੱਤਾਂ ਕਿ ਉਹ ਜਿੱਤੇ। ਇਸ ਤਰ੍ਹਾਂ ਦੂਜਿਆਂ ਨੂੰ ਹਰਾ ਕੇ ਤੇ ਮਾਣ ਆਪਣਾ ਵਧਾਉਂਦੇ ਨੇ। ਬਿਨ ਗੁਰ ਭਰਮ ਭੁਲਾਏ, ਬਿਨਾਂ ਗੁਰਾਂ ਦੀ ਸ਼ਰਨ ਤੋਂ ਭਰਮ ਵਿੱਚ ਭੁਲਾਏ ਹੋਏ, ਭਟਕੇ ਹੋਏ ਨੇ। 184 ਫੇਰ ਪਿਆ, ਬਿਨ ਸ਼ਬਦੈ ਮੁਕਤ ਨਾ ਪਾਏ। 84 ਲੱਖ ਜੂਨਾਂ ਦਾ ਗੇੜ ਉਹਨਾਂ ਦੇ ਗਲ 'ਚ ਪਿਆ ਹੋਇਆ। ਬਿਨਾਂ ਗੁਰਾਂ ਦੇ ਸ਼ਬਦ ਤੋਂ, ਨਾਮ ਤੋਂ ਉਹ ਮੁਕਤੀ ਨਹੀਂ ਪ੍ਰਾਪਤ ਕਰਦੇ। ਜਾਂ ਨਾਉ ਚੇਤੈ ਤਾਂ ਗਤ ਪਾਏ। ਜਾਂ ਜਦੋਂ ਕੋਈ ਵੀ ਜੀ, ਭਾਵੇਂ ਉਹੀ ਪੰਡਤ ਜਿਹੜਾ ਪਹਿਲਾਂ ਭਰਮ 'ਚ ਪਿਆ ਹੋਇਆ, ਜੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨ ਲੱਗ ਪਏ, ਸਿਮਰਨ ਕਰਨ ਲੱਗ ਪਏ, ਆਰਾਧਨ ਕਰਨ ਲੱਗ ਪਏ, ਤਾਂ ਗਤ ਪਾਏ, ਤਾਂ ਉਹ ਉੱਚੀ ਆਤਮਿਕ ਅਵਸਥਾ, ਮੁਕਤੀ ਆਦਿਕ ਉਹ ਪ੍ਰਾਪਤ ਕਰ ਲਏਗਾ ਜਾਂ ਸਤਿਗੁਰ ਮੇਲ ਮਿਲਾਏ। ਪਰ ਤਾਂ ਜੇ ਸਤਿਗੁਰੂ ਆਪਣੇ ਵਿੱਚ ਮਿਲਾ ਕੇ ਤੇ ਵਾਹਿਗੁਰੂ ਦੇ ਨਾਮ 'ਚ ਮਿਲਾ ਦੇਣ, ਸਤਿਗੁਰੂ ਜੀ ਸਤਸੰਗਤ 'ਚ ਮੇਲ ਕੇ ਨਾਮ ਨਾਲ ਮਿਲਾ ਦੇਣ, ਵਾਹਿਗੁਰੂ ਨਾਲ ਮਿਲਾ ਦੇਣ, ਆਪਣੇ ਨਾਲ ਮਿਲਾ ਲੈਣ ਸੱਚੇ ਪਾਤਸ਼ਾਹ ਆਪਣੇ ਮੇਲ ਵਿੱਚ। ਜਾਂ ਇੰਝ ਕਹਿ ਲਓ ਕਿ ਵਾਹਿਗੁਰੂ ਜਦੋਂ ਸਤਿਗੁਰੂ ਦੇ ਮੇਲ ਵਿੱਚ ਮਿਲਾ ਦੇ, ਬਖਸ਼ਿਸ਼ ਕਰੇ, ਸਬੱਬ ਬਣਾ ਦੇ, ਸ਼ਰਧਾ ਪੈਦਾ ਕਰ ਦੇ, ਫਿਰ ਸਤਿਗੁਰੂ ਦੇ ਆਖੇ ਜੇ ਲੱਗ ਕੇ ਨਾਮ ਨੂੰ ਚੇਤੇ ਕਰੇ ਤਾਂ ਗਤ ਪ੍ਰਾਪਤ ਕਰਦਾ, ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦਾ ਹੈ ਜੀ। ਸਤ ਸੰਗਤ ਮਹਿ ਨਾਮ ਹਰ ਉਪਜੈ। ਜੋ ਸਤ ਦੀ ਸੰਗਤ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਨਾਮ ਵਖਾਣਿਆ ਜਾਂਦਾ। ਸਤ ਸੰਗਤ ਹੀ ਉਹ ਹੈ ਜਿੱਥੇ ਨਾਮ ਹੀ ਨਾਮ ਪ੍ਰਧਾਨ ਹੁੰਦਾ, ਵਾਹਿਗੁਰੂ ਦੀ ਵਡਿਆਈ ਹੁੰਦੀ ਹੈ। ਸਤ ਸੰਗ ਵਿੱਚ ਮਿਲ ਕੇ ਨਾਮ ਹਰ ਉਪਜੈ, ਨਾਮ ਉਪਜਦਾ ਅੰਦਰ ਪੈਦਾ ਹੁੰਦਾ ਹੈ। ਜਿੱਥੇ ਅੰਗਤਾ ਵਸੀ ਹੋਈ ਹੈ ਉੱਥੇ ਨਾਮ ਨਹੀਂ ਪੈਦਾ ਹੁੰਦਾ। ਸਤ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਉਪਜਦਾ ਮਤਲਬ ਪ੍ਰਗਟ ਹੋ ਜਾਂਦਾ। ਜਾਂ ਸਤਿਗੁਰ ਮਿਲੈ ਸੁਭਾਏ, ਤਾਂ ਜਾਂ ਸਤਿਗੁਰੂ ਜੀ ਪ੍ਰੇਮ ਦੇ ਸਹਿਤ ਮਿਲ ਪੈਂਦੇ ਹਨ। ਜਦੋਂ ਸਤਿਗੁਰੂ ਪੂਰਾ ਪ੍ਰੇਮ ਸਹਿਤ ਮਿਲ ਪੈਂਦਾ, ਮਨ ਤਨ ਅਰਪੀ ਆਪ ਗਵਾਈ, ਚੱਲਾ ਸਤਿਗੁਰ ਪਾਏ। ਐਸੇ ਸਤਿਗੁਰੂ ਮਿਲ ਪੈਣ ਤਾਂ ਫਿਰ ਮਨ ਤੇ ਤਨ ਇਹ ਦੋਵੇਂ ਅਰਪਣ ਕਰ ਦਈਏ, ਹਿਰਦੇ ਵਿੱਚੋਂ ਆਪਾ ਗਵਾ ਲਈਏ
ਤੇ ਚੱਲੀਏ ਸਤਿਗੁਰੂ ਦੇ ਭਾਏ ਭਾਣੇ ਅਨੁਸਾਰ। ਸਦ ਬਲਿਹਾਰੀ ਗੁਰੇ ਆਪਣੇ ਬਿਟੋ। ਇਹ ਜਗਿਆਸਾ ਪ੍ਰਗਟ ਕੀਤੀ ਆ ਕਿ ਮੈਂ ਭਾਵ ਅਸੀਂ ਆਪਣੇ ਹਿਰਦੇ 'ਚ ਸ਼ਰਧਾ ਰੱਖੀਏ ਕਿ ਇਹ ਸਤਿਗੁਰੂ ਜੀ ਐਸੇ ਮਿਲ ਪੈਣ ਤਾਂ ਮਨ ਤੇ ਤਨ ਅਰਪਣ ਕਰ ਦਈਏ, ਆਪਾ ਭਾਵ ਹੰਕਾਰ ਗਵਾ ਲਈਏ, ਚੱਲੀਏ ਸਤਿਗੁਰੂ ਦੇ ਅਨੁਸਾਰ ਹੋ ਕੇ। ਸਦ ਬਲਿਹਾਰੀ ਗੁਰੇ ਆਪਣੇ ਬਿਟੋ। ਸਦਾ ਹਮੇਸ਼ਾ ਹਮੇਸ਼ਾ ਸੈਂਕੜੇ ਵਾਰੀ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਈਏ। ਜੇ ਹਰ ਸੇਤੀ ਚਿੱਤ ਲਾਏ, ਜਿਹੜਾ ਸਤਿਗੁਰੂ ਸਾਡਾ ਚਿੱਤ ਹਰੀ ਪਰਮਾਤਮਾ ਦੇ ਨਾਲ ਲਾ ਦੇਣ ਵਾਲਾ ਹੈ, ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ। ਹਜ਼ੂਰ ਕਹਿੰਦੇ ਨੇ ਬ੍ਰਾਹਮਣ ਕਿਸੇ ਜਾਤੀ ਕਰਕੇ ਅਸੀਂ ਨਹੀਂ ਮੰਨਦੇ ਵੀ ਇਹ ਬ੍ਰਾਹਮਣ ਜਾਤੀ ਦਾ ਤੇ ਬ੍ਰਾਹਮਣ ਹੀ ਹੈ, ਨਹੀਂ। ਜਿਵੇਂ ਵਚਨ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਰ ਰੱਖਿਆ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਜੰਜ ਵੀ ਕਿਹਾ ਬ੍ਰਾਹਮਣ ਸੰਗੁਦਰਣੰ ਬ੍ਰਹਮ ਕਰਮ ਜੇ ਪੂਰਨ ਹੈ। ਹਜ਼ੂਰ ਕਹਿੰਦੇ ਨੇ ਉਹ ਅਸਲੀ ਸੱਚਾ ਬ੍ਰਾਹਮਣ ਹੈ, ਬ੍ਰਹਮ ਜੋ ਬਿੰਦੇ। ਇਹ ਬ੍ਰਾਹਮਣ ਸ਼ਬਦ ਨਾਮ ਇਸ ਤਰ੍ਹਾਂ ਪੁਰਾਣੇ ਸਮੇਂ 'ਚ ਪਿਆ। ਬ੍ਰਹਮ ਦੇ ਗਿਆਨ ਨੂੰ ਸਮਝਣਾ ਤੇ ਬ੍ਰਹਮ ਦੇ ਨਾਮ ਦੀ ਕਮਾਈ ਕਰਕੇ ਬ੍ਰਹਮ ਵਿੱਚ ਭੇਦ ਹੋਣਾ ਜਾਣ ਲੈਣਾ। ਬਿੰਦਣਾ ਮੈਨੇ ਜਾਣਨਾ, ਪਛਾਣ ਕਰ ਲੈਣੀ। ਜੋ ਬ੍ਰਹਮ ਦੀ ਪਛਾਣ ਕਰ ਲੈਂਦਾ ਉਹ ਬ੍ਰਾਹਮਣ ਹੈ। ਤੇ ਜਿਹਨੇ ਵਾਹਿਗੁਰੂ ਨੂੰ ਪਛਾਣ ਲਿਆ, ਹਰ ਸੇਤੀ ਰੰਗ ਰਾਤਾ, ਉਹ ਹਰੀ ਪਰਮਾਤਮਾ ਦੇ ਹੀ ਰੰਗ ਵਿੱਚ ਰਤਿਆ ਹੋਇਆ। ਮਤਲਬ ਇਹ ਆ ਵੀ ਉਹਨੇ ਪਛਾਣਿਆ ਹੋਇਆ। ਜੇ ਨਹੀਂ ਰੰਗਿਆ ਹੋਇਆ ਤੇ ਫਿਰ ਨਹੀਂ ਪਛਾਣਿਆ। ਅੱਖਰ ਪੜ੍ਹੇ ਹੁਣ, ਪਰਮਾਤਮਾ ਬਾਰੇ ਗਿਆਨ ਪੜ੍ਹਿਆ ਹੈ, ਪਰ ਵਾਹਿਗੁਰੂ ਨੂੰ ਜਾਣਿਆ ਸਮਝਿਆ ਪਛਾਣਿਆ ਹੈ ਨਹੀਂ। ਨਾ ਪਰਮਾਤਮਾ ਨਾਲ ਰੰਗ ਪ੍ਰੇਮ ਲੱਗਾ, ਤੇ ਜਿਹਦਾ ਲੱਗਾ ਹਜ਼ੂਰ ਕਹਿੰਦੇ ਉਹਨੂੰ ਅਸੀਂ ਬ੍ਰਾਹਮਣ ਕਹਿੰਦੇ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ। ਪ੍ਰਭੂ ਪਰਮਾਤਮਾ ਬਿਲਕੁਲ ਨੇੜੇ ਵਸਦਾ ਕਿੱਥੇ ਜੀ? ਸਭਨਾ ਦੇ ਹਿਰਦਿਆਂ 'ਚ, ਸਭਨਾ ਘਟਾਂ ਸਰੀਰਾਂ ਦੇ ਅੰਦਰ ਵਸ ਰਿਹਾ। ਗੁਰਮੁਖ ਵਿਰਲੇ ਜਾਤਾ। ਵਿਰਲੇ ਟਾਵੇਂ ਗੁਰਾਂ ਦੇ ਸਨਮੁਖ ਹੋਣ ਵਾਲੇ ਵਿਅਕਤੀ ਨੇ ਵਾਹਿਗੁਰੂ ਨੂੰ ਜਾਤਾ ਜਾਣਿਆ ਹੈ। ਜਿਵੇਂ ਪਾਣੀ ਸਾਰੀ ਧਰਤੀ 'ਚ ਸਮਾਇਆ ਹੋਇਆ ਤੇ ਕਿਧਰੇ 100 ਫੁੱਟ ਡੂੰਘਾ, ਕਿਤੇ 60 ਫੁੱਟ, ਕਿਤੇ 10 ਫੁੱਟ, ਕਿਸੇ 4 ਫੁੱਟ, ਕਿਧਰੇ ਦਰਿਆ ਬਣ ਕੇ ਨਦੀ ਵਗ ਕੇ ਧਰਤੀ ਉੱਪਰ ਚੱਲ ਰਿਹਾ, ਪ੍ਰਗਟ ਹੈ। ਇਸੇ ਤਰ੍ਹਾਂ ਅੱਗ ਸਾਰੀ ਬਨਸਪਤੀ ਸਮਾਈ ਹੋਈ ਹੈ, ਪਰ ਕਿਧਰੇ ਕਿਧਰੇ ਭਾਂਬੜ ਬਣ ਕੇ ਮੱਚਦੀ ਦਿਖਾਈ ਦਿੰਦੀ ਹੈ। ਸਾਰੇ ਦੁੱਧਾਂ ਵਿੱਚ ਘਿਓ ਸਮਾਇਆ ਹੋਇਆ, ਕਿਤੇ ਕਿਤੇ ਪ੍ਰਗਟ ਵੀ ਕਿਸੇ ਨੇ ਕੀਤਾ ਹੋਇਆ, ਨਹੀਂ ਤੇ ਸਮਾਇਆ ਤਾਂ ਹੈ, ਦਿਖਾਈ ਨਹੀਂ ਦਿੰਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਵਿਰਲੇ ਟਾਵੇਂ ਗੁਰਮੁਖ ਨੇ ਹੀ ਪਰਮਾਤਮਾ ਨੂੰ ਜਾਤਾ ਜਾਣਿਆ ਹੈ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਪਛਾਤਾ ਪਛਾਣ ਲਿਆ ਵਾਹਿਗੁਰੂ ਨੂੰ, ਵਾਹਿਗੁਰੂ ਨਾਲ ਜਾਣ ਪਛਾਣ ਬਣਾ ਲਈ, ਸਾਂਝ ਪੈ ਗਈ ਹੈ, ਸੋ ਇਹ ਨਾਮ ਦੀ ਵਡਿਆਈ ਉਹਨਾਂ ਨੂੰ ਮਿਲੀ ਹੈ। ਨਾਮ ਹੀ ਵੱਡੀ ਵਡਿਆਈ ਹੈ। ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਇਹ ਨਾਮ ਵਡਿਆਈ ਉਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਰਾਹੀਂ ਬ੍ਰਹਮ ਨੂੰ, ਵਾਹਿਗੁਰੂ ਨੂੰ ਪਛਾਣ ਲਿਆ ਹੈ। ਸ੍ਰੀ ਰਾਗ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਦੇ ਹਨ। ਸਹਿਜੈ ਨੋ ਸਭ ਲੋਚ ਦੀ, ਬਿਨ ਗੁਰ ਪਾਇਆ ਨਾ ਜਾਏ। ਸਹਿਜ ਵਾਲੀ ਅਵਸਥਾ ਨੂੰ, ਮਾਨਸਿਕ ਅਡੋਲਤਾ ਵਾਲੀ ਅਵਸਥਾ, ਸਹਿਜ ਗਿਆਨ ਨੂੰ ਸਾਰੀ ਸ੍ਰਿਸ਼ਟੀ ਬੜੀ ਦੁਨੀਆ ਲੋਚਦੀ ਹੈ, ਪਰ ਬਿਨ ਗੁਰ ਪਾਇਆ ਨਾ ਜਾਏ। ਸ਼ਾਂਤੀ ਨੂੰ ਤਾਂ ਸਾਰੀ ਦੁਨੀਆ ਲੱਭ ਰਹੀ ਹੈ ਨਾ, ਵੀ ਸਾਡੇ ਅੰਦਰ ਐਨ ਸ਼ਾਂਤੀ ਸੁੱਖ ਹੋਵੇ, ਟਿਕਾ ਹੋਵੇ, ਭਟਕਣਾ ਮਿਟ ਜਾਏ, ਪਰ ਬਿਨ ਗੁਰ ਪਾਇਆ ਨਾ ਜਾਏ। ਇਹ ਸਹਿਜ ਗਿਆਨ ਅਵਸਥਾ ਅਡੋਲਤਾ ਬਿਨਾਂ ਗੁਰਾਂ ਤੋਂ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਹਜ਼ੂਰ ਨੇ ਕਿ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਸਹਿਮ ਦੂਰ ਕਰਨਾ ਚਾਹੁੰਦੇ ਅਸੀਂ, ਪਰ ਸਹਿਜ ਤੋਂ ਬਗੈਰ ਸਹਿਮ ਨਹੀਂ ਦੂਰ ਹੁੰਦਾ, ਤੌਖਲੇ ਨਹੀਂ ਮਿਟਦੇ, ਡਰ ਨਹੀਂ ਦੂਰ ਹੁੰਦੇ। ਸੋ ਇਸ ਪ੍ਰਕਾਰ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ, ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਓ ਮਲੀਨ ਹੈ। ਇਹਨਾਂ ਸਹਿਸਿਆਂ ਦੁਆਰਾ, ਸਹਿਮਾਂ ਦੁਆਰਾ ਹੀ ਜੀਓ ਮਨ ਮਲੀਨ ਹੋਇਆ ਰਹਿੰਦਾ। ਕਿਤ ਸੰਜਮ ਧੋਤਾ ਜਾਏ। ਮਨ ਧੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ।
ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਜ ਸਾਹਿਬ ਜਾਏ। ਬਿਨ ਗੁਰ ਪਾਇਆ ਨਾ ਜਾਏ, ਬਿਨਾਂ ਗੁਰਾਂ ਤੋਂ ਇਹ ਪ੍ਰਾਪਤ ਨਹੀਂ ਕੀਤਾ ਜਾਂਦਾ। ਪੜ੍ਹ ਪੜ੍ਹ ਪੰਡਤ ਜੋਤ ਕੀ ਥਕੇ, ਪੜ੍ਹ ਪੜ੍ਹ ਕੇ ਧਰਮ ਪੁਸਤਕਾਂ ਨੂੰ, ਪੰਡਤ ਤੇ ਜੋਤਖੀ ਜੋਤਿਸ਼ ਦੇ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਸਭ ਥੱਕ ਗਏ। ਭੇਖੀ ਭਰਮ ਭੁਲਾਏ, ਕੇਵਲ ਭੇਖ ਧਾਰੀ ਲੋ, ਭੇਖ ਧਾਰੀ ਤੀਰਥੀ ਭਵ ਥੱਕੇ, ਨਾ ਇਹੋ ਮਨ ਮਾਰਿਆ ਜਾਏ। ਭੇਖ ਲਿਬਾਸ ਬਣਾ ਲਿਆ ਵੀ ਅਸੀਂ ਭਗਵੇਂ ਲਿਬਾਸ ਵਾਲੇ ਹਾਂ, ਅਸੀਂ ਚਿੱਟੇ ਲਿਬਾਸ ਵਾਲੇ ਹਾਂ, ਅਸੀਂ ਦਿਗੰਬਰ ਹਾਂ, ਅਸੀਂ ਇਸ ਭੇਖਦੇ ਹਾਂ, ਸੰਨਿਆਸੀ ਹਾਂ, ਜੋਗੀ ਹਾਂ, ਜੰਗਮ ਹਾਂ, ਸਰੇਵੜੇ ਹਾਂ। ਉਹ ਵੀ ਭਰਮ ਵਿੱਚ ਪੈ ਕੇ ਭੁਲਾਏ, ਭੁੱਲੇ ਹੋਏ ਨੇ। ਭੇਖਾਂ ਨੇ ਉਹਨਾਂ ਨੂੰ ਭਰਮ 'ਚ ਪਾ ਕੇ ਭੁਲਾ ਦਿੱਤਾ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਗੁਰੂ ਨਾਲ ਮਿਲਾਪ ਹੋਇਆ ਤੇ ਸਹਿਜ ਦੀ ਪ੍ਰਾਪਤੀ ਹੋਈ, ਜਿਸ ਨੂੰ ਵੀ ਹੋਈ। ਪਰ ਇਹ ਕੌਣ ਮਿਲਦਾ ਗੁਰੂ ਮਹਾਰਾਜ ਨੂੰ? ਆਪਣੀ ਕਿਰਪਾ ਕਰੇ ਰਜਾਏ। ਜਦੋਂ ਵਾਹਿਗੁਰੂ ਆਪਣੀ ਸਵੈ ਮਰਜ਼ੀ ਅਨੁਸਾਰ ਆਪਣੀ ਕਿਰਪਾ ਕਰਦਾ, ਉਹਨੂੰ ਕੋਈ ਬੰਧਨ ਨਹੀਂ ਹੈ ਤੇ ਅਸੀਂ ਕਹੀਏ ਹੁਜਤ ਨਾਲ ਵੀ ਸਾਨੂੰ ਤੂੰ ਕਿਰਪਾ ਕਿਉਂ ਨਹੀਂ ਕਰਦਾ, ਛੇਤੀ ਕਰ। ਕਹਿੰਦੇ ਆਪਣੀ ਰਜਾਏ, ਆਪਣੀ ਮਰਜ਼ੀ ਨਾਲ ਵਾਹਿਗੁਰੂ ਜੀ ਕਿਰਪਾ ਜਦੋਂ ਕਰਦੇ ਨੇ, ਉਦੋਂ ਸਤਿਗੁਰੂ ਨਾਲ ਮਿਲਾਪ ਹੁੰਦਾ ਤੇ ਫਿਰ ਸਹਿਜ ਦੀ ਪ੍ਰਾਪਤੀ ਹੁੰਦੀ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਰਹੇ ਭਾਈ ਗੁਰਾਂ ਦੀ ਸ਼ਰਨ ਤੋਂ ਬਗੈਰ ਸਹਿਜ ਪ੍ਰਾਪਤੀ ਨਹੀਂ ਹੁੰਦੀ। ਸਹਿਜ ਵਾਲੀ ਅਵਸਥਾ, ਗਿਆਨ ਅਵਸਥਾ ਨਹੀਂ ਪ੍ਰਾਪਤ ਹੁੰਦੀ। ਸ਼ਬਦਾ ਹੀ ਤੇ ਸਹਿਜ ਉਪਜੈ, ਗੁਰੂ ਕੇ ਸ਼ਬਦ ਦੁਆਰਾ ਹੀ ਸਹਿਜ ਸ਼ਾਂਤੀ, ਸੁਖ, ਆਤਮਕ ਡੋਲਤਾ ਪ੍ਰਾਪਤ ਹੁੰਦੀ, ਪ੍ਰਗਟ ਹੁੰਦੀ ਹੈ ਹਿਰਦੇ 'ਚ। ਹਰ ਪਾਇਆ ਸੱਚ ਸੋਏ, ਫਿਰ ਸੱਚ ਸਰੂਪ ਵਾਹਿਗੁਰੂ ਪਰਮਾਤਮਾ ਨੂੰ ਉਹਨਾਂ ਨੇ ਪਾ ਲਿਆ ਹੈ। ਜਿਨ੍ਹਾਂ ਅੰਦਰ ਸਹਿਜ ਉਪਜਿਆ ਉਹਨਾਂ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਰਹਾਓ ਸਹਿਜੇ ਗਾਵਿਆ ਥਾਏ ਪਵੈ, ਸਹਿਜੇ ਭਾਵ ਹੈ ਸਮਾਨ ਗਿਆਨ ਵਾਲੀ ਅਵਸਥਾ 'ਚ ਪਹੁੰਚ ਕੇ ਜਸ ਗਾਇਆ ਵਾਹਿਗੁਰੂ ਦਾ ਥਾਂ ਪੈਂਦਾ, ਭਾਵ ਪ੍ਰਵਾਨ ਚੜ੍ਹਦਾ। ਬਿਨ ਸਹਿਜੈ ਕਥਨੀ ਬਾਤ, ਆਪਣੇ ਅੰਦਰ ਕੁਛ ਨਹੀਂ ਤੇ ਕਥਨੀ ਕਰਨੀ ਬਾਤ ਵਿਅਰਥ ਹੈ। ਕਥਨੀ ਕਰਨੀ, ਬਾਤ ਚਰਚਾ ਵਾਲੀ ਕਥਨੀ ਕਰਨੀ ਵਿਅਰਥ ਹੈ। ਜਾਂ ਉੱਤੋਂ ਕਥਨੀ ਕਰਨੀ, ਅੰਦਰ ਭਾਵਨਾ ਕੁਛ ਨਹੀਂ ਹੈ, ਅੰਦਰ ਟਿਕਾ ਨਹੀਂ, ਕੋਈ ਗਿਆਨ ਨਹੀਂ, ਉਹ ਕਥਨੀ ਬਾਤ ਵਿਅਰਥ ਹੈ। ਸਹਿਜੇ ਹੀ ਭਗਤੀ ਉਪਜੈ, ਸਹਿਜ ਪਿਆਰ ਬੈਰਾਗ। ਸਹਿਜੇ ਹੀ ਜਿਵੇਂ ਜਿਵੇਂ ਮਨ 'ਚ ਗਿਆਨ ਵੱਧਦਾ, ਮਨ ਦੀ ਅਡੋਲਤਾ ਟਿਕਾ ਵਾਲੀ ਅਵਸਥਾ 'ਚ ਹੀ ਭਗਤੀ ਉਪਜਦੀ ਹੈ ਪਰਮਾਤਮਾ ਦੀ, ਤੇ ਸਹਿਜ ਵਾਲੀ ਅਵਸਥਾ 'ਚ ਹੀ ਪਿਆਰ ਤੇ ਬੈਰਾਗ ਉਤਪੰਨ ਹੁੰਦਾ। ਵਾਹਿਗੁਰੂ ਨਾਲ ਲਗਾ, ਸੰਸਾਰ ਵੱਲ ਦੇ ਮੋਹ ਤੋਂ ਰਹਿਤ, ਸੰਸਾਰ ਤੋਂ ਉਦਾਸੀਨਤਾ, ਦੂਰੀ ਮਨ ਕਰਕੇ। ਸਹਿਜੈ ਹੀ ਤੇ ਸੁਖ ਸ਼ਾਂਤ ਹੋਏ, ਔਰ ਉਸ ਗੁਰੂ ਦੇ ਬਖਸ਼ੇ ਸਹਿਜ ਗਿਆਨ ਦੁਆਰਾ ਹੀ ਸੁਖ ਤੇ ਸ਼ਾਂਤੀ ਪੈਦਾ ਹੁੰਦੀ ਹੈ। ਬਿਨ ਸਹਿਜੈ ਜੀਵਨ ਬਾਤ, ਬਿਨਾਂ ਸਹਿਜ ਤੋਂ ਭਾਵ ਕੋਈ ਚੀਜ਼ ਆ ਜਾਏ ਤੇ ਉਛਾਲਾ ਨਹੀਂ, ਕੁਝ ਚਲੀ ਜਾਏ ਤੇ ਗਮ ਨਹੀਂ, ਇਹਨੂੰ ਸਹਿਜ ਕਹਿੰਦੇ ਨੇ। ਇਹ ਸਹਿਜ ਤੋਂ ਬਗੈਰ ਜਿਹੜਾ ਜੀਵਨ ਹੈ, ਜ਼ਿੰਦਗੀ ਹੈ, ਬਾਤ ਵਿਅਰਥ ਹੈ। ਸਹਿਜ ਸਲਾਹੀ ਸਦਾ ਸਦਾ, ਇਸ ਇੱਕ ਰਸ ਵਾਲੀ ਅਵਸਥਾ 'ਚ ਸਦਾ ਸਦਾ ਵਾਸਤੇ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ। ਸਹਿਜ ਸਮਾਧ ਲਗਾਏ, ਅਡੋਲਤਾ ਵਾਲੀ ਸਮਾਧੀ ਲਾ ਕੇ। ਸਹਿਜੇ ਹੀ ਗੁਣ ਊਚਰੈ, ਔਰ ਇਸ ਟਿਕਾ ਵਾਲੀ ਅਵਸਥਾ 'ਚ ਹੀ ਜਦੋਂ ਕੋਈ ਵਾਹਿਗੁਰੂ ਦੇ ਗੁਣ ਉਚਾਰਨ ਕਰਦਾ, ਭਗਤ ਕਰੇ ਲਿਵ ਲਾਏ, ਤੇ ਭਗਤੀ ਕਰਦਾ ਹੈ ਸੁਰਤ ਨੂੰ ਜੋੜ ਕੇ। ਸਬਦੇ ਹੀ ਹਰ ਮਨ ਵਸੈ, ਗੁਰੂ ਦੇ ਸ਼ਬਦ ਦੁਆਰਾ ਹੀ ਹਰੀ ਵਾਹਿਗੁਰੂ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ। ਰਸਨਾ ਹਰ ਰਸ ਖਾਏ, ਰਸਨਾ ਜੀਭ ਵੀ ਫਿਰ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਖਾਏ। ਮੈਨੇ ਪੁੰਚਦੀ ਭੋਗਦੀ ਹੈ, ਚੱਖਦੀ ਹੈ। ਵਾਹਿਗੁਰੂ ਦੇ ਨਾਮ ਦਾ ਰਸ ਹੈ ਜੋ ਰਸਨਾ ਚੱਖਦੀ ਹੈ। ਸਹਿਜੇ ਕਾਲ ਵਿਡਾਰਿਆ, ਸੱਚ ਸਰਣਾਈ ਪਾਏ। ਇਸ ਅਡੋਲਤਾ ਵਾਲੀ ਅਵਸਥਾ ਵਿੱਚ ਹੀ ਸੱਚ ਸਰੂਪ ਪਰਮਾਤਮਾ ਦੀ ਸ਼ਰਨ 'ਚ ਪਾ ਕੇ ਨਾ ਆਪਣੇ ਆਪ ਨੂੰ, ਤੇ ਗੁਰਮੁਖਾਂ ਨੇ ਕਾਲ ਵਿਡਾਰਿਆ। ਕਾਲ ਮਾਰ ਮਨਸਾ ਸੱਚ ਸਮਾਣੀ, ਪਾਇਆ ਨਿਰਮਲ ਨਾਮ। ਸੋ ਇਸ ਪ੍ਰਕਾਰ ਕਾਲ ਵਿਡਾਰਿਆ ਮਤਲਬ ਮਾਰ ਲਿਆ, ਮੌਤ ਦਾ ਸਹਿਮ ਮੇਟ ਦਿੱਤਾ ਗੁਰਮੁਖਾਂ ਨੇ। ਸਹਿਜੇ ਹਰ ਨਾਮ ਮਨ ਵਸਿਆ, ਸਹਿਜੇ ਹੀ ਸੁਤੇ ਸਿੱਧ ਹੀ, ਸਹਿਜੇ
ਅੰਦਰ ਗਿਆਨ ਵਾਲੀ ਅਵਸਥਾ ਹੋਣ ਕਰਕੇ ਕਿ ਦੁਨੀਆ ਨਾਸਵੰਤ ਹੈ, ਕੋਈ ਪਦਾਰਥ ਨਾਲ ਨਿਭਣ ਵਾਲਾ ਨਹੀਂ, ਸਰੀਰ ਵੀ ਮੇਰਾ ਨਹੀਂ। ਉੱਥੇ ਜਾ ਕੇ ਫਿਰ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਿਆ, ਸੱਚੀ ਕਾਰ ਕਮਾਏ, ਤਾਂ ਉਹ ਗੁਰਮੁਖ ਫਿਰ ਵਾਹਿਗੁਰੂ ਦੀ ਸੱਚੀ ਭਗਤੀ ਰੂਪੀ ਕਾਰ ਕਮਾਉਂਦਾ। ਸੇ ਵਡਭਾਗੀ ਜਿਨੀ ਪਾਇਆ ਸਹਿਜ ਰਹੇ ਸਮਾਏ। ਉਹ ਵਡਭਾਗੀ ਹਨ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾਇਆ ਹੈ ਤੇ ਸਹਿਜੇ ਸੁਤੇ ਸਿੱਧ ਹੀ ਵਾਹਿਗੁਰੂ ਵਿੱਚ ਹੀ ਸਮਾਏ ਰਹਿੰਦੇ ਹਨ। ਮਾਇਆ ਵਿੱਚ ਸਹਿਜ ਨਾ ਉਪਜੈ। ਜਦੋਂ ਤੱਕ ਮਨ ਬਿਰਤੀਆਂ ਮਾਇਆ ਵਿੱਚ ਹਨ ਉਦੋਂ ਤੱਕ ਸਹਿਜ ਨਹੀਂ ਉਪਜਦਾ, ਪੈਦਾ ਨਹੀਂ ਹੁੰਦਾ। ਮਾਇਆ ਦੂਜਾ ਪਾਏ। ਮਾਇਆ ਦਾ ਮਤਲਬ ਹੈ ਦੂਜਾ ਜਿਹੜਾ ਸੰਸਾਰ ਹੈ ਉਹਦੇ ਨਾਲ ਭਾਏ ਹੋਣਾ, ਲਗਾਓ ਹੋਣਾ, ਪ੍ਰੇਮ ਹੋਣਾ। ਮਨਮੁਖ ਕਰਮ ਕਮਾਵਣੇ ਹਉਮੈ ਜਲੇ ਜਲਾਏ। ਮਨ ਦੇ ਪਿੱਛੇ ਲੱਗ ਕੇ ਜੋ ਮਨਮੁਖ ਬਣ ਕੇ ਕਰਮ ਕਮਾਉਣੇ ਹਨ ਉਹਦੇ ਵਿੱਚ ਕੀ ਹੁੰਦਾ ਹੈ, ਹਉਮੈ ਵਿੱਚ ਹੀ ਮਨੁੱਖ ਜਲਦਾ ਸੜਦਾ ਰਹਿੰਦਾ, ਹੋਰਾਂ ਨੂੰ ਵੀ ਸਾੜਦਾ। ਜਿਹੜਾ ਹੰਗਤਾ ਚ ਆਪ ਸੜ ਰਿਹਾ ਉਹਦੇ ਲਾਗੇ ਜਾਣ ਵਾਲਿਆਂ ਨੂੰ ਵੀ ਸੇਕ ਹੀ ਲੱਗਣਾ, ਅੱਗ ਹੀ ਲੱਗਣੀ, ਉਹਦੀ ਸੰਗਤ ਕਰਨ ਵਾਲੇ ਵੀ ਸੜਦੇ ਨੇ। ਇਸ ਤਰ੍ਹਾਂ ਆਪਣੇ ਆਪ ਨੂੰ ਸਾੜਦਾ ਹੈ, ਹੰਗਤਾ ਦੇ ਵਿੱਚ ਸੜਦਾ ਹੈ, ਸਾੜਦਾ ਹੈ। ਜੰਮਣ ਮਰਨ ਨਾ ਚੁਕੇ। ਜੰਮਣ ਮਰਨ ਦਾ ਗੇੜ ਨਾ ਚੁਕੇ ਨਹੀਂ ਦੂਰ ਹੁੰਦਾ। ਫਿਰ ਆਵੈ ਜਾਏ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਫਿਰ ਦੁਬਾਰਾ ਪੁਨ੍ਹਾ ਬਾਰ ਆਉਂਦਾ ਤੇ ਜਾਂਦਾ ਹੈ ਜੂਨਾਂ ਵਿੱਚ ਜਨਮਾਂ 'ਚ। ਤ੍ਰਿਹੋ ਗੁਣਾਂ ਵਿੱਚ ਸਹਿਜ ਨਾ ਪਾਈ ਹੈ। ਜਿਹੜੇ ਮਾਇਆ ਦੇ 3 ਗੁਣ ਹਨ, ਰਜੋ ਤਮੋ ਤੇ ਸਤੋ ਗੁਣ, ਇਹ ਸੁਭਾਅ ਮਾਇਆ ਦੇ, ਇਹਨਾਂ ਵਿੱਚ ਰਹਿੰਦਿਆਂ ਸਹਿਜ ਦੀ ਪ੍ਰਾਪਤੀ ਨਹੀਂ ਹੈ। ਤ੍ਰੈ ਗੁਣ ਭਰਮ ਭੁਲਾਏ। ਇਹ ਤਿੰਨੇ ਮਾਇਆ ਦੇ ਸੁਭਾਅ ਭਰਮ ਚ ਪਾ ਕੇ ਭੁਲਾਈ ਰੱਖਦੇ ਨੇ ਜੀਆਂ ਨੂੰ। ਪੜ੍ਹੀਐ ਗੁਣੀਐ ਕਿਆ ਕਥੀਐ। ਜਦੋਂ ਤੱਕ ਇਹ ਮਾਇਆ ਦੇ 3 ਗੁਣਾਂ ਦੇ ਅਧੀਨ ਆ ਉਦੋਂ ਤੱਕ ਹਜ਼ੂਰ ਕਹਿੰਦੇ ਨੇ ਕੀ ਪੜ੍ਹਨਾ ਤੇ ਕੀ ਗੁਣਨਾ, ਵਿਚਾਰਨਾ ਤੇ ਕੀ ਕਥਨ ਕਰਕੇ ਸੁਣਾਉਣਾ। ਜਾਂ ਮੁੰਡੋਂ ਕੁੱਥਾ ਜਾਏ। ਜਦੋਂ ਮੁੰਡੋ ਜਾਂ ਮੰਗਰ, ਇਹ ਸਿੰਧੀ ਭਾਸ਼ਾ ਹੈ, ਸਿੰਧ ਦੇ ਇਲਾਕੇ 'ਚ ਉਹ ਟਿੱਪੀ ਲਾ ਕੇ ਬੋਲਦੇ ਨੇ। ਜਾਂ ਮੁੰਡੋਂ ਕੁੱਥਾ ਜਾਏ। ਜਦੋਂ ਮੁੱਢ ਤੋਂ ਹੀ ਕੁੱਥਾ ਮੈਨੇ ਖੁੰਝਿਆ ਹੋਇਆ, ਮੁੱਢੋਂ ਹੀ ਖੁੰਝਿਆ ਹੋਇਆ ਜੀਵ ਨੂੰ ਬਤੀਤ ਕਰਦਾ, ਜੀਵ ਮੁੱਢ ਤੋਂ ਹੀ ਖੁੰਝਿਆ ਹੈ। ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ। ਚੌਥੇ ਪਦ ਵਿੱਚ ਹੀ ਸ਼ਾਂਤੀ ਹੈ, ਟਿਕਾ ਹੈ, 3 ਗੁਣਾਂ ਤੋਂ ਲਾਂਭੇ ਹੋ ਜਾਣਾ। ਉੱਥੇ ਜਾ ਕੇ ਸਹਿਜ ਹੈ ਤੇ ਇਹ ਜੋ ਸਹਿਜ ਹੈ ਗੁਰਾਂ ਦੇ ਸਨਮੁਖ ਹੋਇਆਂ ਹੀ ਹਿਰਦੇ ਰੂਪੀ ਪੱਲੇ 'ਚ ਪੈਂਦਾ, ਤਾਂ ਸਾਨੂੰ ਪ੍ਰਾਪਤ ਹੁੰਦਾ। ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਝੀ ਹੋਏ। ਮਾਇਆ ਦੇ 3 ਗੁਣਾਂ ਤੋਂ ਰਹਿਤ। ਨਿਰਗੁਣ ਸ਼ਬਦ ਕਈ ਵਾਰੀ ਇਸ ਅਰਥ ਵਿੱਚ ਆਉਂਦਾ, ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ, ਮੈਂ ਨਿਰਗੁਣ ਯਾਰੇ। ਉੱਥੇ ਵੀ ਅਸੀਂ ਜਿਹੜੇ ਪਰਮਾਤਮਾ ਦੀ ਪ੍ਰਾਪਤੀ ਵਾਲੇ ਗੁਣ ਹਨ ਉਹਨਾਂ ਤੋਂ ਸਖਣੇ ਆ। ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ। ਤੇ ਜਿੱਥੇ ਪਰਮਾਤਮਾ ਦਾ ਵਾਚਕ ਆਏ ਜਾਂ ਵਾਹਿਗੁਰੂ ਦੇ ਨਾਮ ਦੇ ਨਾਲ ਆਏ ਨਿਰਗੁਣ ਸ਼ਬਦ, ਇਹਦਾ ਅਰਥ ਹੈ ਵੀ ਮਾਇਆ ਦੇ 3 ਗੁਣਾਂ ਤੋਂ ਰਹਿਤ। ਪਰਮਾਤਮਾ ਵੀ ਰਹਿਤ ਹੈ, ਵਾਹਿਗੁਰੂ ਦਾ ਨਾਮ ਵੀ ਮਾਇਆ ਦੇ 3 ਸੁਭਾਵਾਂ ਤੋਂ ਰਹਿਤ ਹੈ। ਨਿਰਗੁਣ ਨਾਮ ਨਿਧਾਨ ਹੈ। ਮਾਇਆ ਦੇ 3 ਗੁਣਾਂ ਤੋਂ ਬਿਨਾਂ ਜੋ ਨਾਮ ਵਾਹਿਗੁਰੂ ਦਾ ਹੈ, ਨਿਧਾਨ ਖਜ਼ਾਨਾ ਸਾਰੀਆਂ ਸ਼ਕਤੀਆਂ ਦਾ, ਸਾਰੇ ਗੁਣਾਂ ਦਾ, ਰਿੱਧੀਆਂ ਸਿੱਧੀਆਂ ਨਿਧੀਆਂ ਦਾ, ਸਹਿਜੇ ਸੋਝੀ ਹੋਏ। ਤੇ ਇਹ ਗੁਰਾਂ ਦੇ ਬਖਸ਼ੇ ਗਿਆਨ ਦੁਆਰਾ ਹੀ ਇਹ ਸੋਝੀ ਗਿਆਤ ਪ੍ਰਾਪਤ ਹੁੰਦੀ ਹੈ। ਗੁਣਵੰਤੀ ਸਲਾਹ ਹੈ ਆ ਸੱਚੇ ਸੱਚੀ ਸੋਏ। ਜਿਹੜੀ ਜੀਵ ਰੂਪ ਇਸਤਰੀ ਗੁਣਵੰਤੀ ਹੈ ਨਾ, ਗੁਣਾਂ ਦੇ ਧਾਰਨੀ ਹੈ, ਉਸ ਨੇ ਸਲਾਹਿਆ ਹੈ ਵਾਹਿਗੁਰੂ ਨੂੰ। ਤੇ ਸੱਚੇ ਵਾਹਿਗੁਰੂ ਜੀ ਦੀ ਜਿਹੜੀ ਸੋਭਾ ਹੈ ਉਹ ਵੀ ਸੱਚੀ ਹੈ। ਸੱਚ ਨਾਲ ਜੋ ਜੁੜਿਆ ਹੋਇਆ ਉਹਦੀ ਵੀ ਸੋਭਾ ਸੱਚੀ ਹੈ, ਪਰਮਾਤਮਾ ਦੀ ਸੋਭਾ ਵੀ ਸੱਚੀ ਹੈ। ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ। ਜਿਹੜੇ ਜੀਵ ਭੁੱਲੇ ਹੋਏ ਵੀ ਨਾ ਵਾਹਿਗੁਰੂ ਵੱਲੋਂ, ਤੇ ਜੇ ਗੁਰੂ ਦੇ ਸ਼ਬਦ ਨਾਲ ਜੁੜ ਜਾਣ, ਜਿਨ੍ਹਾਂ ਦਾ ਸ਼ਬਦ ਨਾਲ ਮਿਲਾਪ ਹੋ ਜਾਏ, ਤੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਸਹਿਜ ਵਿੱਚ ਮਿਲਾ ਦੇਣਗੇ, ਗਿਆਨ ਦੀ ਅਵਸਥਾ 'ਚ ਮਿਲਾ ਦਿੰਦੇ ਹਨ। ਬਿਨ ਸਹਿਜ ਸਭ ਅੰਧ ਹੈ। ਬਿਨਾਂ ਇਸ ਅਵਸਥਾ ਤੋਂ, ਮਾਨਸਿਕ ਅਡੋਲਤਾ ਵਾਲੀ ਅਵਸਥਾ ਤੋਂ, ਚੌਥੇ ਪਦ ਤੋਂ, ਅੰਦਰ ਦੇ ਟਿਕਾ ਵਾਲੀ ਅਵਸਥਾ ਤੋਂ ਬਗੈਰ ਸਭ ਅੰਧ ਹੈ। ਸਭ ਅੰਧ ਹਨੇਰਾ ਹੀ ਹਨੇਰਾ ਹੈ। ਮਾਇਆ ਮੂਹ ਗੁਬਾਰ।
ਮਾਇਆ ਦਾ ਮੋਹ ਗੁਬਾਰ, ਗੂੜਾ ਕਾਲਾ ਬੋਲਾ ਹਨੇਰਾ ਹੈ। ਅੰਧ ਧੁੰਦ ਜਿਵੇਂ ਇਹਦੇ ਛਾਈ ਹੋਈ, ਗੁਬਾਰ ਛਾਇਆ ਹੋਇਆ, ਸਹਿਜੇ ਹੀ ਸੋਝੀ ਪਈ। ਸਹਿਜ ਵਾਲੀ ਅਵਸਥਾ 'ਚ ਪਹੁੰਚ ਕੇ ਹੀ ਸੋਝੀ ਗਿਆਤ ਪ੍ਰਾਪਤ ਹੋਈ। ਸੱਚਾ ਸ਼ਬਦ ਅਪਾਰ, ਗੁਰਾਂ ਦੇ ਸ਼ਬਦ ਦੁਆਰਾ ਜੋ ਅਪਾਰ ਬੇਅੰਤ ਪਰਮਾਤਮਾ ਹੈ, ਸੱਚਾ ਅਕਾਲ ਪੁਰਖ, ਉਹਦੇ ਵਿੱਚ ਜੁੜ ਜਾਂਦਾ। ਇਹ ਜੀਵ ਜੁੜ ਗਿਆ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਜੋ ਪੂਰਾ ਗੁਰੂ ਹੈ ਕਰਤਾਰ ਸਰੂਪ ਹੈ, ਕਰਤਾਰ ਗੁਰੂ ਸਰੂਪ ਹੈ। ਕਰਤਾਰ ਹੀ ਗੁਰੂ ਰੂਪ ਹੋ ਕੇ ਵਿਚਰਿਆ ਤੇ ਗੁਰੂ ਪਰਮਾਤਮਾ ਸਰੂਪ ਹੈ। ਐਸੇ ਸਤਿਗੁਰਾਂ ਨੇ ਆਪ ਹੀ ਆਪਣੀ ਮੌਜ ਵਿੱਚ ਬਖਸ਼ ਲਿਆ ਜੀਵ ਨੂੰ ਤੇ ਬਖਸ਼ ਕੇ ਮਿਲਾ ਲਿਆ ਆਪਣੇ 'ਚ। ਆਪ ਹੀ ਬਖਸ਼ ਕੇ ਮਿਲਾ ਲੈਂਦੇ ਹਨ। ਸਹਿਜੇ ਅਦਿਸ਼ਟ ਪਛਾਣੀ ਹੈ। ਇਸ ਸਹਿਜ ਵਾਲੀ ਅਵਸਥਾ ਵਿੱਚ ਪਹੁੰਚ ਕੇ ਜਿਹੜਾ ਅਦ੍ਰਿਸ਼ਟ ਹੈ ਪਰਮਾਤਮਾ, ਦਿਖਾਈ ਨਹੀਂ ਦਿੰਦਾ, ਉਸ ਨੂੰ ਪਛਾਣ ਲਈਦਾ। ਕੌਣ ਹੈ ਜੀ? ਨਿਰਭਉ ਜੋਤ ਨਿਰੰਕਾਰ, ਜਿਹੜਾ ਸਾਰੇ ਡਰਾਂ ਤੋਂ ਰਹਿਤ ਹੈ। ਜੋਤ ਸਰੂਪ ਜਾ ਕੀ ਸਭ ਵਥ ਹੈ। ਨਿਰੰਕਾਰ ਮਾਇਕੀ ਆਕਾਰਾਂ ਤੋਂ, ਦਿਸਣ ਵਾਲੇ ਆਕਾਰਾਂ ਤੋਂ ਬਿਨਾਂ ਹੈ ਵਾਹਿਗੁਰੂ। ਉਹਨੂੰ ਉਸ ਅਵਸਥਾ ਜਾ ਕੇ ਪਛਾਣਿਆ ਜਾਂਦਾ, ਅਨੁਭਵੀ ਅਵਸਥਾ ਵਿੱਚ ਹੀ। ਸਭਨਾ ਜੀਆ ਕਾ ਇੱਕ ਦਾਤਾ, ਜਿੰਨੇ ਵੀ ਜੀਵ ਜੰਤ ਛੋਟੇ ਵੱਡੇ ਹਨ, ਸਾਰਿਆਂ ਜੀਆਂ ਦਾ ਇੱਕ ਹੀ ਦਾਤਾ ਹੈ ਵਾਹਿਗੁਰੂ ਪਰਮਾਤਮਾ। ਜੋਤੀ ਜੋਤ ਮਿਲਾਵਣ ਹਾਰ, ਉਹ ਜੋਤੀ ਸਰੂਪ ਵਾਹਿਗੁਰੂ ਜੀਵ ਦੀ ਜਿਹੜੀ ਜੋਤ ਹੈ, ਆਤਮਾ ਜੋਤ, ਉਸ ਨੂੰ ਆਪਣੀ ਪਰਮ ਜੋਤੀ ਵਿੱਚ ਮਿਲਾਉਣ ਵਾਲਾ ਹੈ। ਪੂਰਾ ਸ਼ਬਦ ਸਲਾਹੀ ਹੈ, ਜਿਸ ਦਾ ਅੰਤ ਨਾ ਪਾਰਾਵਾਰ। ਪੂਰਿਆਂ ਗੁਰਾਂ ਦੇ ਪੂਰੇ ਸ਼ਬਦ, ਜੋ ਪੂਰਾ ਹੈ ਉਸ ਦੇ ਸ਼ਬਦ ਬਚਨ ਵੀ ਪੂਰਨ ਹਨ। ਪੂਰਨ ਗੁਰੂ ਦੇ ਪੂਰਨ ਸ਼ਬਦ ਉਪਦੇਸ਼ ਦੁਆਰਾ ਹੀ ਸਲਾਹਿਆ ਜਾਂਦਾ ਵਾਹਿਗੁਰੂ ਨੂੰ, ਜਿਸ ਦਾ ਅੰਤ ਨਾ ਪਾਰਾਵਾਰ। ਜਿਸ ਪਰਮਾਤਮਾ ਦਾ ਅੰਤ ਵੀ ਨਹੀਂ, ਕੋਈ ਹੱਦ ਬੰਨਾ ਨਹੀਂ, ਪਾਰ ਉਰਾਰ ਨਹੀਂ ਹੈ। ਨਾ ਗੁਣਾ ਦਾ ਅੰਤ ਹੈ, ਨਾ ਵਾਹਿਗੁਰੂ ਦੇ ਸਰੂਪ ਦਾ ਪਾਰ ਉਰਾਰ ਹੈ। ਗਿਆਨੀਆਂ ਕਾ ਧਨ ਨਾਮ ਹੈ, ਗਿਆਨਵਾਨ ਪੁਰਸ਼, ਜੋ ਵਾਹਿਗੁਰੂ ਦੇ ਗਿਆਨ ਨਾਲ ਜੁੜੇ ਹੋਏ, ਉਹਨਾਂ ਦਾ ਧਨ ਵਾਹਿਗੁਰੂ ਦਾ ਨਾਮ ਹੀ ਨਾਮ ਹੈ। ਇੱਕ ਭਜਨ ਯਾਦ ਆਇਆ, ਸ਼੍ਰੀਮਾਨ ਸੰਤ ਅਦਰ ਸਿੰਘ ਜੀ ਨੇ ਦਮਦਮਾ ਸਾਹਿਬ ਸੰਤ ਸੁੰਦਰ ਸਿੰਘ ਪਿੰਡਰਾਂ ਵਾਲਿਆਂ ਨੂੰ ਉੱਥੇ ਰੱਖ ਕੇ 6 ਮਹੀਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਕਥਾ ਸੁਣੀ ਸੀ। ਉਸ ਸਮੇਂ ਭਜਨ ਕੀਤਾ ਕਿ ਗਿਆਨੀ ਸਿੰਘ ਜੀ, ਅਸੀਂ ਤਾਂ ਵਾਹਿਗੁਰੂ ਮੰਤਰ ਦੇ ਆਸਰੇ ਆਪਣਾ ਮਨ ਟਿਕਾਉਂਦੇ ਹਾਂ। ਤੁਸੀਂ ਬਈ ਗਿਆਨਵਾਨ ਬਲੀ ਪੁਰਸ਼ ਹੋ, ਤੁਸੀਂ ਤਾਂ ਗਿਆਨ ਦੇ ਆਸਰੇ ਮਨ ਟਿਕਾ ਕੇ ਰੱਖਦੇ ਹੋਗੇ। ਤਾਂ ਉਹਨਾਂ ਨੇ ਵੀ ਅੱਗੋਂ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ ਸੀ, ਮਹਾਂਪੁਰਸ਼ੋ, ਗੁਰਮੰਤਰ ਵਾਲਾ ਤਰੀਕਾ ਹੀ ਸਭ ਤੋਂ ਉੱਚਾ ਹੈ, ਸ਼੍ਰੋਮਣੀ ਹੈ, ਸਭ ਤੋਂ ਵਧੀਆ ਹੈ। ਇਹ ਹੋਈ ਜਿਹੜਾ ਨਾਮ ਦਾ ਤਰੀਕਾ ਹੈ ਇਹ। ਸੋ ਇਸ ਪ੍ਰਕਾਰ ਵਾਹਿਗੁਰੂ ਦਾ ਨਾਮ ਹੀ ਗੁਰੂ ਕਾ ਸ਼ਬਦ ਹੈ। ਚਾਹੇ ਇੱਕ ਅੱਖਰ ਵਾਹਿਗੁਰੂ ਦੇ ਨਾਮ ਦੇ ਆਸਰੇ ਟਿਕਾ ਲਿਆ ਜਾਏ, ਚਾਹੇ ਗੁਰੂ ਕੀ ਬਾਣੀ ਦੇ ਆਸਰੇ। ਗਿਆਨੀਆਂ ਕਾ ਧਨ ਨਾਮ ਹੈ, ਜਿਹੜੇ ਗਿਆਨਵਾਨ ਮਤਲਬ ਸੰਸਾਰ ਨੂੰ ਮਿਥਿਆ ਜਾਣ ਲਿਆ ਤੇ ਵਾਹਿਗੁਰੂ ਨੂੰ ਤਤ ਮਿੱਥੇ ਦਾ ਵਿਵੇਚਨ ਕਰਕੇ ਸਦਾ ਵਾਸਤੇ ਕਾਇਮਦਾਨ ਹਸਤੀ ਸਮਝ ਲਿਆ ਜਿਨ੍ਹਾਂ ਨੇ, ਉਹਨਾਂ ਦਾ ਧਨ ਵਾਹਿਗੁਰੂ ਦਾ ਨਾਮ ਹੀ ਹੈ। ਸਹਿਜ ਕਰਹਿ ਵਪਾਰ, ਸਹਿਜ ਸ਼ਾਂਤੀ ਵਾਲੀ ਅਵਸਥਾ 'ਚ, ਅਡੋਲਤਾ ਵਾਲੀ ਅਵਸਥਾ 'ਚ ਸਹਿਜੇ ਹੀ ਉਹ ਵਪਾਰ ਕਰਦੇ ਹਨ ਵਾਹਿਗੁਰੂ ਦੇ ਨਾਮ ਦਾ। ਅੰਨ ਦਿਨ ਲਾਹਾ ਹਰ ਨਾਮ ਲੈਣ, ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਹੀ ਲਾਭ ਉਹ ਖੱਟਦੇ ਨੇ। ਅਖੁੱਟ ਭਰੇ ਭੰਡਾਰ, ਜਿਵੇਂ ਬਚਨਾ ਸੰਤ ਹਿਰਦਾ ਭੰਡਾਰ, ਅਖੁੱਟ ਅਮੁੱਕ ਭੰਡਾਰੇ ਭਰ ਲਏ ਉਹਨਾਂ ਨੇ ਵਾਹਿਗੁਰੂ ਦੀ ਬੰਦਗੀ ਕਰਕੇ। ਨਾਨਕ ਤੋਟ ਨਾ ਆਵੇ ਦੀਏ ਦੇਵਨ ਹਾਰ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੂੰ ਇਹ ਭੰਡਾਰੇ ਦਿੱਤੇ ਹਨ ਦੇਵਨਹਾਰ ਪਰਮਾਤਮਾ ਨੇ, ਉਹਨਾਂ ਦੇ ਹਿਰਦੇ ਰੂਪੀ ਭੰਡਾਰਿਆਂ 'ਚੋਂ ਤੋਟ ਨਹੀਂ ਫਿਰ ਆਉਂਦੀ। ਸੋ ਇਸ ਪ੍ਰਕਾਰ ਵਾਹਿਗੁਰੂ ਦੇ ਭੰਡਾਰਿਆਂ 'ਚ ਤੋਟ ਨਹੀਂ। ਜਿੰਨਾ ਮਰਜ਼ੀ ਜੀਆਂ ਨੂੰ ਮਹਾਰਾਜ ਬਖਸ਼ਣ, ਜਿੰਨੀਆਂ ਮਰਜ਼ੀ ਦਾਤਾਂ ਵੰਡਣ, ਜਿੱਥੇ ਹੋਰ ਵੰਡਦੇ ਉੱਥੇ ਇਹ ਨਾਮ ਦੀ, ਗਿਆਨ ਦੀ ਦਾਤ ਵੀ, ਸ਼ੁਭ ਗੁਣਾਂ ਦੀ, ਸ਼ਬਦ ਦੀ ਦਾਤ ਵੀ ਵੰਡਣ ਵਾਲੇ ਦਾਤਾ ਜੀ ਹਨ। ਸ੍ਰੀ ਰਾਗ ਮਹੱਲਾ ਤੀਜਾ, ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁੱਖ ਜਾਏ। ਪੂਰੇ ਸਤਿਗੁਰੂ ਨੂੰ ਮਿਲਣ ਦਾ ਹੀ ਇਹ ਪ੍ਰਤਾਪ ਹੈ। ਫੇਰ ਦਾ ਅਰਥ ਹੈ ਗੇੜ, ਗੇੜਾ ਵੱਜਣਾ ਜਿਹੜਾ। 84 ਦਾ ਫੇਰ
ਗਲ 'ਚ ਨਹੀਂ ਪੈਂਦਾ। ਜਨਮ ਮਰਨ ਦੁੱਖ ਜਾਏ, ਤੇ ਜੰਮਣ ਤੇ ਮਰਨ ਦਾ ਦੁੱਖ ਬਹੁਤ ਵੱਡਾ ਹੈ। ਜਨਮ ਵੇਲੇ ਵੀ ਬਹੁਤ ਦੁੱਖ ਜੀਵ ਨੂੰ ਪਹੁੰਚਦਾ ਤੇ ਮਰਨ ਵੇਲੇ ਵੀ। ਇਹ ਵੱਡੇ ਦੁੱਖ ਨੇ ਜੰਮਣ ਮਰਨਾ। ਇਹ ਚਲਿਆ ਜਾਂਦਾ ਦੁੱਖ। ਪੂਰਾ ਸ਼ਬਦ ਸਭ ਸੋਝੀ ਹੋਈ, ਪੂਰਿਆਂ ਗੁਰਾਂ ਦੇ ਪੂਰਨ ਗਿਆਨ ਵਾਲੇ ਸ਼ਬਦ ਉਪਦੇਸ਼ ਦੁਆਰਾ ਸਾਰੀ ਸੋਝੀ ਪ੍ਰਾਪਤ ਹੋਈ ਗੁਰਮੁਖ ਜਨਾਂ ਨੂੰ। ਹਰ ਨਾਮੈ ਰਹਿ ਸਮਾਏ। ਉਹ ਗੁਰਮੁਖ ਫਿਰ ਵਾਹਿਗੁਰੂ ਜੀ ਦੇ ਨਾਮ ਵਿੱਚ ਹੀ ਸਮਾਇਆ ਰਹਿੰਦਾ ਹੈ। ਮਨ ਮੇਰੇ ਸਤਿਗੁਰ ਸਿਉ ਚਿੱਤ ਲਾਏ। ਹਜ਼ੂਰ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਭਾਈ ਆਪਣੇ ਮਨ ਨੂੰ ਸਮਝਾਓ। ਹੇ ਮੇਰੇ ਮਨਾ, ਸੱਚੇ ਗੁਰਾਂ ਦੇ ਚਰਨਾਂ ਨਾਲ ਆਪਣਾ ਚਿੱਤ ਲਾ। ਨਿਰਮਲ ਨਾਮ ਸਦ ਨਵ ਤਨੋ। ਵਾਹਿਗੁਰੂ ਦਾ ਨਾਮ ਬੜਾ ਨਿਰਮਲ, ਉਜਲ ਤੇ ਪਵਿੱਤਰ ਹੈ ਤੇ ਸਦਾ ਵਾਸਤੇ ਨਵ ਤਨੋ, ਨਿਤ ਨਵਾਂ ਆਨੰਦ ਬਖਸ਼ਣ ਵਾਲਾ, ਨਵੀਨ ਅਵਸਥਾ 'ਚ ਰਹਿਣ ਵਾਲਾ। ਨਵੀਨ ਹੈ ਸਦਾ ਹੀ ਪ੍ਰਮਾਤਮਾ ਦਾ ਨਾਮ। ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੈ। ਆਪ ਵਸੈ ਮਨ ਆਏ। ਫਿਰ ਆਪਣੇ ਆਪ ਹੀ ਮਨ 'ਚ ਆ ਕੇ ਵਾਹਿਗੁਰੂ ਜੀ ਦਾ ਨਾਮ ਜੋ ਨਿਰਮਲ ਉਜਲ ਤੇ ਪਵਿੱਤਰ ਨਿਤ ਨਵਾਂ ਆਨੰਦ ਬਖਸ਼ਣ ਵਾਲਾ, ਇਹ ਮਨ 'ਚ ਆ ਕੇ ਵਸ ਜਾਂਦਾ ਜੇ ਸਤਿਗੁਰੂ ਦੇ ਨਾਲ ਚਿੱਤ ਲਾ ਲਈਏ ਤਾਂ। ਰਹਾ ਹਰ ਜੀਓ ਰੱਖੋ ਆਪਣੀ ਸਰਣਾਈ। ਇੰਝ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਜੀ, ਆਪਣੀ ਸ਼ਰਨ ਵਿੱਚ ਸਾਨੂੰ ਰੱਖੋ। ਜਿਉਂ ਰੱਖਿਆ ਤਿਉਂ ਰਹਿਣਾ। ਜਿਸ ਹਾਲ ਵਿੱਚ ਵੀ ਸਾਨੂੰ ਜਿਵੇਂ ਵੀ ਤੁਸੀਂ ਰੱਖਦੇ ਉਸੇ ਤਰ੍ਹਾਂ ਅਸੀਂ ਰਹਿਣਾ ਆ। ਤੇ ਤੁਸੀਂ ਆਪਣੀ ਸ਼ਰਨ ਵਿੱਚ ਜ਼ਰੂਰ ਰੱਖੋ। ਜਿਸ ਹਾਲ ਵਿੱਚ ਵੀ ਰੱਖੋ ਉਹੀ ਹਾਲ ਠੀਕ ਆ, ਪਰ ਆਪਣੀ ਸ਼ਰਨ ਵਿੱਚ ਰੱਖੋ। ਗੁਰ ਕੈ ਸ਼ਬਦ ਜੀਵਤ ਮਰੈ। ਗੁਰੂ ਦੇ ਉਪਦੇਸ਼ ਦੁਆਰਾ ਇਹ ਜੀਵ ਜੀਵਤ ਭਾਵ ਤੋਂ ਜਿਉਂਦਾ ਹੀ ਹੰਕਾਰ ਵੱਲੋਂ ਮਰ ਜਾਂਦਾ। ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਕਰਿਆ ਕਰਿਆ, ਉਸਰ ਪਰ ਮੈਥੈ ਆਵਣਾ ਮਰਨੋਂ ਨਾ ਡਰੇ। ਜੀਵਤ ਭਾਵ ਤੋਂ ਮਰਨ ਵੱਲੋਂ ਡਰਨਾ। ਸਰੀਰ ਦਾ ਅੰਤ ਤਾਂ ਹੋ ਜਾਣਾ, ਫਿਰ ਵੀ ਕਬਰ 'ਚ ਹੀ ਆਉਣਾ ਨਾ। ਇਸ ਕਰਕੇ ਕਬਰ 'ਚ ਪਿਆ ਹੋਇਆ ਸਮਝ ਲਓ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੁਰਮੁਖ ਭਵਜਲ ਤਰਨਾ। ਤੇ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ, ਇੰਝ ਹੀ ਭਵਜਲ ਸੰਸਾਰ ਤੋਂ ਤਰਨਾ ਹੁੰਦਾ। ਗੁਰਾਂ ਦੇ ਸਨਮੁਖ ਹੋਇਆਂ ਹੀ ਭਵਜਲ ਸੰਸਾਰ, ਜਿੱਥੇ ਜੰਮਣ ਮਰਨ ਦੇ ਡਰ ਦਾ ਪਾਣੀ ਭਰਿਆ, ਇੱਥੋਂ ਤਰਨਾ ਹੋਏਗਾ। ਵੱਡਾ ਭਾਗ ਨਾਉ ਪਾਈ ਹੈ। ਬਹੁਤ ਵੱਡੇ ਉੱਚੇ ਭਾਗ ਹੋਣ ਤੇ ਉਹਨਾਂ ਭਾਗਾਂ ਦੁਆਰਾ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਕਰੀਦਾ ਹੈ। ਗੁਰਮਤਿ ਸ਼ਬਦ ਸੁਹਾਈ। ਗੁਰਾਂ ਦੀ ਮੱਤ ਲੈ ਕੇ ਗੁਰਾਂ ਦੇ ਸ਼ਬਦ ਦੁਆਰਾ ਸੁਹਾਈ ਸੋਭਾ ਪ੍ਰਾਪਤ ਹੁੰਦੀ ਹੈ। ਸੋਭ ਨੀਕ ਬਣ ਜਾਈਦਾ ਹੈ। ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਹਿਆ ਸਮਾਈ। ਆਪ ਹੀ ਬਖਸ਼ਿਸ਼ ਕਰਕੇ ਪ੍ਰਭੂ ਕਰਤਾ ਅਕਾਲ ਪੁਰਖ ਜੋ ਸ੍ਰਿਸ਼ਟੀ ਨੂੰ ਸਾਜਣ ਵਾਲਾ ਮਨ 'ਚ ਵਸ ਗਿਆ। ਸਹਿਜੇ ਰਹਿ ਸਮਾਈ। ਤੇ ਉਹ ਫਿਰ ਜੀਵ ਸਹਿਜੇ ਸੁਤੇ ਸਿੱਧ ਹੀ ਸਹਿਜੇ ਗਿਆਨ ਅਵਸਥਾ ਜਾ ਕੇ ਵਾਹਿਗੁਰੂ ਵਿੱਚ ਸਮਾਇਆ ਰਹਿੰਦਾ। ਸਹਿਜ ਅਵਸਥਾ ਵਿੱਚ ਸਮਾਇਆ ਰਹਿੰਦਾ। ਇੱਕ ਨਾ ਮਨਮੁਖ ਸ਼ਬਦ ਨਾ ਭਾਵ ਹੈ। ਇਕਨਾਂ ਨੂੰ ਮਨਮੁਖਤਾਈ ਕਰਕੇ ਗੁਰਾਂ ਦਾ ਸ਼ਬਦ, ਗੁਰਾਂ ਦੀ ਬਾਣੀ, ਗੁਰਾਂ ਦਾ ਉਪਦੇਸ਼ ਚੰਗਾ ਨਹੀਂ ਲੱਗਦਾ। ਬੰਧਨ ਬੰਧ ਪਵਾਇਆ। ਉਹ ਬੰਧਨਾਂ 'ਚ ਬੱਝਿਆ ਹੋਇਆ ਭਵਾਇਆ ਜਾਂਦਾ ਜੰਮਣ ਮਰਨ ਦੇ ਚੱਕਰ 'ਚ। ਵਿਕਾਰਾਂ ਰੂਪੀ ਬੰਧਨਾਂ 'ਚ ਬੱਝਾ ਹੋਇਆ ਭਾਉਂਦਾ ਫਿਰਦਾ। 1,84 ਫਿਰ ਆਵੇ। 84 ਲੱਖ ਜੂਨਾਂ ਵਿੱਚ ਫਿਰ ਕੇ ਘੁੰਮ ਕੇ ਬਾਰ ਆਉਂਦਾ। ਬਿਰਥਾ ਜਨਮ ਗਵਾਇਆ ਉਹਨੇ। ਆਪਣਾ ਮਨੁੱਖਾ ਦੁਰਲੱਭ ਜੀਵਨ ਜਨਮ ਵਿਅਰਥ ਹੀ ਗਵਾ ਲਿਆ। ਭਗਤਾਂ ਮਨ ਆਨੰਦ ਹੈ, ਸੱਚਾ ਸ਼ਬਦ ਰੰਗ ਰਾਤੇ। ਜੋ ਭਗਤ ਜਨ ਹਨ ਉਹਨਾਂ ਦੇ ਮਨ ਵਿੱਚ ਸਦਾ ਵਾਸਤੇ ਆਨੰਦ ਦੀ ਪ੍ਰਾਪਤੀ ਹੈ, ਕਿਉਂਕਿ ਉਹ ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੁਆਰਾ ਰੰਗ ਪ੍ਰੇਮ ਵਿੱਚ ਰਾਤੇ ਰੰਗੇ ਗਏ ਨੇ। ਆਨੰਦਨ ਗੁਣ ਗਾਵਹਿ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਰਾਤ ਦਿਨ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਜੋ ਗੁਣ ਸਦਾ ਹੀ ਨਿਰਮਲ ਉਜਲ ਤੇ ਪਵਿੱਤਰ ਹਨ, ਤੇ ਗੁਣ ਗਾਉਣ ਵਾਲਿਆਂ ਨੂੰ ਵੀ ਉਹ ਗੁਣ ਪਵਿੱਤਰ ਕਰ ਦਿੰਦੇ ਨੇ। ਉਹ ਰਾਤ ਦਿਨ ਗੁਣ ਗਾਉਂਦੇ ਹਨ, ਇਸ ਕਰਕੇ ਸਦਾ ਵਾਸਤੇ ਨਿਰਮਲ ਹੋ ਗਏ। ਸਹਿਜੇ ਨਾਮ ਸਮਾਤੇ। ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਮ ਵਿੱਚ ਹੀ ਸਮਾਤੇ ਸਮਾਏ ਰਹਿੰਦੇ ਹਨ। ਗੁਰਮੁਖ ਅੰਮ੍ਰਿਤ ਬਾਣੀ ਬੋਲੇ। ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦੇ ਹਨ, ਉਹ ਆਤਮਿਕ ਜੀਵਨ ਬਖਸ਼ਣ ਵਾਲੀ ਅੰਮ੍ਰਿਤ ਵਰਗੀ ਮਿੱਠੀ ਬਾਣੀ
ਗੁਰਾਂ ਦੇ ਬਚਨਾਂ ਨੂੰ ਬੋਲਦੇ ਹਨ। ਸਭ ਆਤਮ ਰਾਮ ਪਛਾਣੀ। ਰਾਮ ਜੋ ਰਮਿਆ ਹੋਇਆ ਪ੍ਰਮਾਤਮਾ, ਆਤਮਾ ਰਾਮ, ਸਾਰਿਆਂ ਦੀ ਆਤਮਾ ਬਣਿਆ ਹੋਇਆ ਵਾਹਿਗੁਰੂ, ਉਸ ਨੂੰ ਉਹ ਪਛਾਣ ਲੈਂਦੇ। ਇਹ ਸਭਨਾ ਜੋਤ ਜੋਤ ਹੈ ਸੋਏ, ਜਾਂ ਆਤਮ ਮੈਂ ਰਾਮ ਰਾਮ ਹੈ ਆਤਮ ਚੀਨਸ ਗੁਰ ਵਿਚਾਰਾ। ਇੰਝ ਸਾਰੀਆਂ ਜੀਆਂ ਦੀਆਂ ਆਤਮਾਵਾਂ ਨੂੰ ਰਾਮ ਦਾ ਰੂਪ ਹੀ ਉਹ ਪਛਾਣਦੇ ਨੇ। ਇੱਕੋ ਸੇਵਨ ਏਕ ਅਰਧ ਹੈ, ਇੱਕ ਨੂੰ ਸੇਵਦੇ ਸਿਮਰਦੇ ਹਨ, ਇੱਕੋ ਦਾ ਆਰਾਧਨ ਕਰਦੇ ਨੇ। ਗੁਰਮੁਖ ਕਥ ਕਹਾਣੀ, ਗੁਰਾਂ ਦੇ ਸਨਮੁਖ ਹੋਣ ਵਾਲੇ ਉਸ ਪਰਮਾਤਮਾ ਦੀ ਕਹਾਣੀ ਬਿਆਨ ਕਰਦੇ ਨੇ ਜੋ ਅਕਥ ਹੈ। ਜਿੰਨਾ ਮਰਜ਼ੀ ਕਥਨ ਕਰੀ ਜਾਈਏ ਫਿਰ ਵੀ ਅਕਥ ਰਹਿੰਦਾ ਪਰਮਾਤਮਾ। ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖਿਆ ਹੈ। ਸੱਚਾ ਸਾਹਿਬ ਸੇਵੀ ਹੈ, ਗੁਰਮੁਖ ਵਸੈ ਮਨ ਆਏ। ਸੱਚਾ ਤ੍ਰਈ ਕਾਲ ਹਮੇਸ਼ਾ ਰਹਿਣ ਵਾਲਾ ਵਾਹਿਗੁਰੂ ਅਕਾਲ ਪੁਰਖ ਸਾਹਿਬ ਮਾਲਕ, ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਕਿਵੇਂ ਹੋਵੇਗਾ ਜੀ? ਗੁਰਮੁਖ ਵਸੈ ਮਨ ਆਏ, ਗੁਰਾਂ ਦੇ ਸਨਮੁਖ ਹੋਇਆ ਮਨ ਚ ਆ ਕੇ ਵਸਦਾ। ਸਦਾ ਰੰਗ ਰਾਤੇ ਸੱਚ ਸਿਉ, ਸਦਾ ਹੀ ਸੱਚ ਸਰੂਪ ਵਾਹਿਗੁਰੂ ਦੇ ਨਾਲ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਗੁਰਮੁਖ। ਆਪਣੀ ਕਿਰਪਾ ਕਰੇ ਮਿਲਾਏ, ਫਿਰ ਆਪਣੀ ਕਿਰਪਾ ਕਰਕੇ ਆਪਣੇ 'ਚ ਮਿਲਾ ਲਿਆ ਜਿਨ੍ਹਾਂ ਨੂੰ, ਉਹ ਸਦਾ ਰੰਗ ਵਿੱਚ ਰੰਗੇ ਹੋਏ ਨੇ। ਆਪੇ ਕਰੇ ਕਰਾਏ ਆਪੇ, ਆਪ ਹੀ ਕਰਨ ਵਾਲਾ ਸਭ ਕੁਛ, ਜਾਂ ਕਰਨ ਵਾਲਾ ਪੈਦਾ ਸ੍ਰਿਸ਼ਟੀ ਰਚਣ ਵਾਲਾ, ਤਿੰਨ ਜੀਆਂ ਤੋਂ ਕਰਾਉਂਦਾ ਵੀ ਸਾਰਾ ਕੁਝ ਆਪ ਹੈ। ਇੱਕ ਨਾ ਸੁਤਿਆਂ ਦੇ ਜਗਾਏ, ਇੱਕ ਨਾ ਨੂੰ ਅਵਿਦਿਆ ਦੀ ਨੀਂਦ ਵਿੱਚ ਸੁਤਿਆਂ ਹੋਇਆਂ ਨੂੰ ਜਾਗਰਤ ਅਵਸਥਾ ਵਿੱਚ ਲੈ ਆਉਂਦਾ, ਗਿਆਨ ਵਾਲੀ ਅਵਸਥਾ 'ਚ ਜਗਾ ਦਿੰਦਾ। ਸਮਝ ਸੂਝ ਬਖਸ਼ਣੀ ਆਪਣੇ ਸਿਮਰਨ ਦੀ ਇਹ ਜਗਾਉਣਾ ਹੈ। ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ, ਗੁਰਾਂ ਦੇ ਸ਼ਬਦ ਵਿੱਚ ਆਪ ਹੀ ਮਿਲਾ ਕੇ ਆਪਣੀ ਸਮਾਈ ਬਖਸ਼ਦਾ, ਆਪ ਹੀ ਮੇਲ ਕੇ ਗੁਰਾਂ ਨਾਲ ਮਿਲਾਏ ਦਾ, ਮਿਲਾਉਂਦਾ ਆਪਣੇ 'ਚ। ਕੀ ਢੰਗ ਹੈ ਜੀ? ਗੁਰੂ ਦੇ ਸ਼ਬਦ ਵਿੱਚ ਸਮਾਈ ਬਖਸ਼ਦਾ ਹੈ ਤੇ ਇੰਜ ਆਪਣੇ 'ਚ ਮਿਲਾ ਲੈਂਦਾ। ਸ੍ਰੀ ਰਾਗ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਸਤਿਗੁਰ ਸੇਵਿਆ ਮਨ ਨਿਰਮਲਾ। ਸਤਿਗੁਰੂ ਦੇ ਸਿਮਰਨ ਵਿੱਚ, ਸਤਿਗੁਰੂ ਦੀ ਦੱਸੀ ਸੇਵਾ ਕਰਨ ਕਰਕੇ, ਸਤਿਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਕਰਕੇ ਹਰੀ ਪ੍ਰਮਾਤਮਾ ਮਨ ਜਿਹੜਾ ਹੈ ਨਿਰਮਲ ਹੋ ਜਾਂਦਾ। ਸਤਿਗੁਰ ਸੇਵਿਆ ਮਨ ਨਿਰਮਲਾ, ਮਨ ਨਿਰਮਲ ਉਜਲ ਤੇ ਪਵਿੱਤਰ ਹੋ ਜਾਂਦਾ। ਭਏ ਪਵਿੱਤ ਸਰੀਰ, ਤੇ ਸਰੀਰ ਵੀ ਪਵਿੱਤਰ ਹੋ ਜਾਂਦਾ। ਇੰਦਰੀ ਵੀ ਪਵਿੱਤਰ, ਸਰੀਰ ਵੀ, ਦੇਹ ਆਦਿਕ ਸਭ ਪਵਿੱਤਰ ਹੋ ਗਏ। ਸਰੀਰਕ ਤੌਰ ਤੇ ਕਰਮ ਨਿਰਮਲ ਹੋ ਗਏ। ਇੰਦਰੀਆਂ ਦੀ ਜਿਹੜੀ ਕਰਨੀ ਹੈ ਉਹ ਵੀ ਨਿਰਮਲ ਹੋ ਗਈ। ਇੰਦਰੀਆਂ ਦੇ ਕਰਤੱਵ ਵੀ ਨਿਰਮਲ ਹੋ ਗਏ। ਮਨ ਆਨੰਦ ਸਦਾ ਸੁਖ ਪਾਇਆ, ਮਨ ਵਿੱਚ ਆਨੰਦ ਪ੍ਰਾਪਤ ਹੋਇਆ ਤੇ ਸਦਾ ਦਾ ਸਦੀਵੀ ਕਾਇਮ ਰਹਿਣ ਵਾਲਾ ਆਤਮਿਕ ਸੁਖ ਮਿਲਿਆ। ਭੇਟਿਆ ਗਹਿਰ ਗੰਭੀਰ, ਗਹਿਰ ਅਥਾਹ ਡੂੰਘਾ ਜੋ ਸਮੁੰਦਰ ਵਾਂਗ, ਗੰਭੀਰ ਨਿਰਹਲ ਹੈ ਜੋ ਪਹਾੜ ਵਾਂਗ, ਐਸੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਸੱਚੀ ਸੰਗਤ ਵਿੱਚ, ਸੱਚ ਨਾਲ ਜੁੜੇ ਹੋਏ ਲੋਕਾਂ ਦੀ ਸੰਗਤ ਵਿੱਚ ਬੈਸਣਾ, ਸੱਚੀ ਭਾਵ ਭਗਤੀ ਹੈ। ਇਹੀ ਇਸੇ ਸੰਗਤ ਵਿੱਚ ਬੈਸਣਾ, ਬੈਠਣਾ। ਸੱਚ ਨਾਮ ਮਨ ਧੀਰ, ਸੱਚੇ ਨਾਮ ਦੁਆਰਾ ਮਨ ਵੀ ਧੀਰ ਹੋ ਗਿਆ, ਭਾਵ ਧੀਰਜ ਧਾਰੀ ਹੋ ਗਿਆ, ਧੀਰਜ ਦੇ ਸਹਿਤ ਹੋ ਗਿਆ ਮਨ। ਮਨ ਰੇ ਸਤਿਗੁਰ ਸੇਵ ਨਿਸੰਗ। ਇਹ ਮਨਾ ਬਿਨਾਂ ਝਾਕੇ ਤੋਂ ਹੋ ਕੇ, ਬਿਨਾਂ ਕੋਈ ਸੰਗ ਸ਼ਰਮ ਤੋਂ ਨਿਸੰਗ ਹੋ ਕੇ ਸਤਿਗੁਰੂ ਦੀ ਸੇਵਾ ਕਰ। ਹੈ ਮਨਾ ਸਤਿਗੁਰ ਸੇਵਿਆ ਹਰ ਮਨ ਵਸੈ। ਸਤਿਗੁਰੂ ਦੀ ਸੇਵਾ ਕਰਨ ਨਾਲ, ਸਤਿਗੁਰੂ ਦੀ ਭਗਤੀ ਕਰਨ ਨਾਲ ਹਰੀ ਪ੍ਰਮਾਤਮਾ ਮਨ ਵਿੱਚ ਵਸ ਜਾਂਦਾ। ਲੱਗਿਆ ਨਾ ਮੈਲ ਪਤੰਗ, ਤਾਂ ਪਤੰਗ ਮਤਲਬ ਭੋਰਾ ਮਾਤਰ ਵੀ, ਪਤੰਗ ਬਹੁਤ ਪਤਲੀ ਹੁੰਦੀ ਹੈ ਨਾ, ਭੋਰਾ ਮਾਤਰ ਵੀ, ਥੋੜ੍ਹੇ ਮਾਤਰ ਵੀ ਮੈਲ ਨਹੀਂ ਫਿਰ ਮਨ ਨੂੰ ਲੱਗਦੀ ਜਦੋਂ ਹਰੀ ਦਾ ਨਾਮ ਮਨ 'ਚ ਵਸ ਜਾਂਦਾ। ਰਹਾਓ ਸੱਚਾ ਸ਼ਬਦ ਪਤ ਉਪਜੈ। ਵਾਹਿਗੁਰੂ ਦੇ ਨਾਮ ਸੰਬੰਧੀ ਜਿਹੜਾ ਗੁਰਾਂ ਦਾ ਸ਼ਬਦ ਹੈ ਉਹਦੇ ਰਾਹੀਂ ਪਤ ਉਪਜੈ, ਵਾਹਿਗੁਰੂ ਦੇ ਦਰ 'ਤੇ ਜਿਹੜੀ ਇੱਜ਼ਤ ਮਿਲਦੀ ਹੈ ਇਹ ਪੈਦਾ ਹੋ ਜਾਂਦੀ ਹੈ ਆਪਣੇ ਹਿਰਦੇ ਅੰਦਰ। ਐਸੀ ਅਵਸਥਾ ਮਿਲ ਜਾਂਦੀ ਕਿ ਹੁਣ ਇੱਜ਼ਤ ਹੋਵੇਗੀ। ਸੱਚੇ ਸੱਚਾ ਨਾਮ, ਸੱਚੇ ਪਰਮਾਤਮਾ ਨਾਲ ਜੁੜਿਆ ਹੋਇਆ
ਸੱਚਾ ਨਾਮ ਨਾਮਣਾ ਵੀ ਸੱਚਾ ਹੁੰਦਾ। ਸੱਚੇ ਅਕਾਲ ਪੁਰਖ ਦਾ ਨਾਮ ਵੀ ਸੱਚਾ ਹੈ। ਜਿਨੀ ਹੋਮੈ ਮਾਰ ਪਛਾਣਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਮਾਰ ਕੇ ਵਾਹਿਗੁਰੂ ਨੂੰ ਪਛਾਣ ਲਿਆ ਹੈ। ਹਉ ਤਿਨ ਬਲਿਹਾਰਿਆ ਜਾਓ, ਮੈਂ ਉਹਨਾਂ ਤੋਂ ਸਦਾ ਵਾਸਤੇ ਬਲਿਹਾਰ ਸਦਕੇ ਜਾਂਦਾ ਹਾਂ। ਮਨਮੁਖ ਸੱਚ ਨਾ ਜਾਣਨੀ, ਜੋ ਮਨ ਦੇ ਪਿੱਛੇ ਲੱਗੇ ਹੋਏ ਨੇ ਉਹ ਸੱਚ ਸਰੂਪ ਵਾਹਿਗੁਰੂ ਨਹੀਂ ਜਾਣ ਸਕਦੇ, ਨਹੀਂ ਜਾਣਨਗੇ। ਤੈਨੂੰ ਠੌਰ ਨਾ ਕਤਹੂੰ ਥਾਂ, ਉਹਨਾਂ ਨੂੰ ਕਿਸੇ ਥਾਂ ਤੇ ਵੀ ਠੌਰ ਟਿਕਾਣਾ ਨਹੀਂ ਪ੍ਰਾਪਤ ਹੋ ਸਕਦਾ। ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ, ਪਰ ਜਿਨ੍ਹਾਂ ਦਾ ਭੋਜਨ ਹੀ ਸੱਚ ਹੈ ਨਾਮ, ਜਿਨ੍ਹਾਂ ਦਾ ਪਹਿਨਣਾ ਪੁਸ਼ਾਕ ਵੀ ਸੱਚ ਨਾਮ ਹੀ ਹੈ। ਭਾਵ ਰਸ ਵੀ ਵਾਹਿਗੁਰੂ ਦੇ ਨਾਮ 'ਚੋਂ ਆਉਂਦਾ, ਭੋਜਨਾਂ ਨਾਲ ਰੁਚੀ ਨਹੀਂ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭੁਲੇ ਸੰਸਾਰ, ਬਾਹਰੋਂ ਸਰੀਰਕ ਤੌਰ 'ਤੇ ਉਹਨਾਂ ਨੂੰ ਸੋਹਣੀਆਂ ਪੁਸ਼ਾਕਾਂ ਪਹਿਨਣ ਦੀ ਇੱਛਾ ਕੋਈ ਨਹੀਂ, ਭਾਵੇਂ ਸਾਦੇ ਮਰਾਦੇ ਹੀ ਹੋਣ। ਉਹਨਾਂ ਨੇ ਸੱਚ ਦਾ ਕੱਪੜਾ ਪਹਿਨਿਆ ਹੋਇਆ, ਸੱਚੇ ਹੀ ਵਿੱਚ ਵਾਸ, ਤੇ ਮਾਨਸਿਕ ਤੌਰ 'ਤੇ ਸੱਚ ਸਰੂਪ ਵਿੱਚ ਹੀ ਨਿਵਾਸ ਹੋਇਆ ਰਹਿੰਦਾ। ਸਦਾ ਸੱਚਾ ਸਲਾਹਣਾ ਸੱਚਾ ਸ਼ਬਦ ਨਿਵਾਉ, ਸਦਾ ਵਾਸਤੇ ਸੱਚੇ ਅਕਾਲ ਪੁਰਖ ਦੀ ਸਲਾਹੁਤਾ ਬਣੀ ਰਹਿੰਦੀ ਹੈ ਮਨ 'ਚ। ਉਹਨਾਂ ਦਾ ਕਰਮ ਹੀ ਇਹ ਹੈ ਸੱਚੇ ਨੂੰ ਸਲਾਹੁਣਾ, ਤੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਅਕਾਲ ਪੁਰਖ ਦੇ ਨਾਮ ਵਿੱਚ ਹੀ ਨਿਵਾਸ ਰਹਿੰਦਾ। ਸਭ ਆਤਮ ਰਾਮ ਪਛਾਣਿਆ, ਸਭਨਾਂ ਦੇ ਅੰਦਰ ਆਤਮਾ ਰੂਪ ਹੋ ਕੇ ਰਾਮ ਪਰਮਾਤਮਾ ਵਿਆਪਕ ਵਸਿਆ ਹੋਇਆ, ਉਹਨਾਂ ਪਛਾਣ ਲਿਆ। ਗੁਰਮਤੀ ਨਿਜ ਘਰ ਵਾਸ, ਗੁਰਾਂ ਦੀ ਮਤ ਸਿੱਖਿਆ ਦੁਆਰਾ ਗੁਰਮਤੀਏ ਬਣ ਗਏ, ਤੇ ਨਿਜ ਘਰ ਆਪਣੇ ਹਿਰਦੇ ਰੂਪੀ ਸਰੂਪ ਰੂਪੀ ਘਰ ਵਿੱਚ ਉਹਨਾਂ ਦਾ ਨਿਵਾਸ ਹੈ। ਹਿਰਦੇ ਦੇ ਅੰਦਰ, ਇਸ ਹਿਰਦੇ ਘਰ ਦੇ ਅੰਦਰ ਆਪਣਾ ਸਰੂਪ ਰੂਪੀ ਘਰ ਹੈ, ਘਰ ਵਿੱਚ ਘਰ ਹੈ, ਉੱਥੇ ਨਿਜ ਘਰ ਵਿੱਚ ਉਹਨਾਂ ਦਾ ਨਿਵਾਸ ਹੈ। ਸੱਚ ਵੇਖਣ ਸੱਚ ਬੋਲਣਾ, ਜਿੱਧਰ ਵੀ ਵੇਖਦੇ ਹਨ ਸੱਚ ਸਰੂਪ ਪਰਮਾਤਮਾ ਨੂੰ ਉਹਨਾਂ ਵੇਖਣਾ ਹੈ। ਭਾਵ ਸਭ ਵਿੱਚ ਰੱਬ ਦੀ ਜੋਤ ਵੇਖਦੇ ਨੇ। ਸੱਚ ਬੋਲਣਾ, ਸੱਚਾ ਨਾਮ ਹੀ ਬੋਲਣਾ ਹੈ। ਤਨ ਮਨ ਸੱਚਾ ਹੋਏ, ਤਨ ਵੀ ਇੰਦਰੇ ਵੀ ਤੇ ਮਨ ਵੀ ਸੱਚਾ ਹੋ ਗਿਆ ਹੈ। ਸੱਚ ਨਾਲ ਜੁੜ ਕੇ ਸੱਚੇ ਹੋ ਜਾਈਦਾ। ਸੱਚੀ ਸਾਖੀ ਉਪਦੇਸ਼ ਸੱਚ, ਸੱਚੀ ਹੀ ਸਿੱਖਿਆ ਉਪਦੇਸ਼ ਸੱਚਾ ਹੈ ਉਹਨਾਂ ਦਾ ਜੋ ਮੁਖ ਤੋਂ ਬੋਲਦੇ ਨੇ। ਸੱਚੇ ਸੱਚੀ ਸੋਏ, ਸੱਚੇ ਵਿਅਕਤੀ ਦੀ ਸੋਭਾ ਵੀ ਸੱਚੀ ਹੈ। ਜਿਨੀ ਸੱਚ ਵਸਾਰਿਆ ਸੇ ਦੁਖੀਏ ਚੱਲੇ ਰੋਏ, ਜਿਨ੍ਹਾਂ ਨੇ ਐਸੇ ਸੱਚ ਸਰੂਪ ਵਾਹਿਗੁਰੂ ਨੂੰ ਵਸਾਰਿਆ, ਭੁਲਾ ਹੀ ਦਿੱਤਾ, ਉਹ ਦੁਖੀ ਵੀ ਹੋਏ ਤੇ ਚੱਲੇ ਪਰਲੋਕ ਨੂੰ ਰੋਏ ਰੋਂਦੇ ਹੋਏ। ਇੱਥੇ ਵੀ ਦੁਖੀ ਰਹਿ ਗਏ, ਪਰਲੋਕ ਵਿੱਚ ਵੀ ਰੋਏ ਦੁਖੀ ਹੋਏ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤੇ ਆਏ ਸੰਸਾਰ, ਜਿਨ੍ਹਾਂ ਨੇ ਇਸ ਸੰਸਾਰ 'ਚ ਆ ਕੇ ਸਤਿਗੁਰੂ ਦੀ ਸੇਵਾ ਭਗਤੀ ਨਹੀਂ ਕੀਤੀ, ਉਹ ਕਿਤ ਕਿਸ ਕੰਮ ਲਈ ਸੰਸਾਰ 'ਚ ਆਏ ਸੀ, ਕਾਹਨੂੰ ਆਏ, ਮਤਲਬ ਨਹੀਂ ਸੀ ਆਉਣੇ ਚਾਹੀਦੇ। ਜਮਦਰ ਬੱਧੇ ਮਾਰੀ ਹੈ ਕੂਕ ਨਾ ਸੁਣੈ ਪੁਕਾਰ, ਜਮ ਧਰਮਰਾਜ ਦੇ ਦਰ ਤੇ ਬੱਧੇ ਹੋਏ ਮਾਰੀ ਦੇ ਹਨ ਕੁੱਟ ਪੈਂਦੀ ਹੈ। ਕੋਈ ਉਹਨਾਂ ਦੀ ਕੂਕ ਪੁਕਾਰ ਨੂੰ ਨਹੀਂ ਸੁਣਦਾ। ਜਿੰਨੀਆਂ ਮਰਜ਼ੀ ਉੱਚੀ ਜੀ ਕੂਕਾਂ ਮਾਰਨ, ਜਿੰਨੀਆਂ ਮਰਜ਼ੀ ਪੁਕਾਰਾਂ ਕਰਨ, ਕੋਈ ਉੱਥੇ ਹੋਰ ਸੁਣਨ ਵਾਲਾ ਹੈ ਨਹੀਂ। ਬਿਰਥਾ ਜਨਮ ਗਵਾਇਆ, ਕਿਉਂਕਿ ਉਹਨਾਂ ਮਨੁੱਖਾ ਜਨਮ ਬੜਾ ਦੁਰਲੱਭ ਸੀ, ਇਹਦੇ ਪ੍ਰਯੋਜਨ ਨੂੰ ਨਾ ਸਮਝਿਆ ਤੇ ਵਿਅਰਥ ਗਵਾ ਲਿਆ। ਮਰ ਜੰਮਹਿ ਵਾਰੋ ਵਾਰ, ਵਾਰ ਬਾਰ ਘੜੀ ਮੁੜੀ ਪੁਨਾ ਪੁਨਾ, ਫੇਰ ਫੇਰ ਮਰ ਮਰ ਕੇ ਜੰਮਦੇ ਹਨ। ਇਹੋ ਜਗ ਜਲਤਾ ਦੇਖ ਕੇ, ਇਸ ਤਰ੍ਹਾਂ ਇਸ ਜਗਤ ਨੂੰ ਸੜਦਾ ਹੋਇਆ ਵੇਖ ਕੇ ਭੱਜ ਪਏ ਸਤਿਗੁਰ ਸਰਣਾ। ਜਿਵੇਂ ਸਤਿਗੁਰੂ ਅਮਰਦਾਸ ਨੇ ਕਿਹਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਗਤ ਜਲੰਦਾ, ਸੜਦਾ ਪਿਆ, ਜਲਦਾ ਪਿਆ, ਹੇ ਵਾਹਿਗੁਰੂ ਤੂੰ ਆਪਣੀ ਕਿਰਪਾ ਕਰਕੇ ਰੱਖ ਲੈ, ਬਚਾ ਲੈ। ਇਉਂ ਫਰੀਦ ਨੇ ਕਿਹਾ, ਫਰੀਦਾ ਮੈਂ ਜਾਣਿਆ ਦੁੱਖ, ਮੁਝ ਕੂ ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉੱਚੇ ਬਰਾਗ ਰੂਪੀ ਟਿੱਲੇ ਤੇ ਚੜ੍ਹ ਕੇ ਜਦੋਂ ਵੇਖਿਆ ਤੇ ਸਮਝ ਪਈ ਘਰ ਘਰ ਵਿੱਚ ਹੀ ਅੱਗ ਲੱਗੀ ਹੋਈ ਹੈ। ਸੋ ਇਹ ਜੱਗ ਨੂੰ ਜਲਤਾ ਸੜਦਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ, ਭੱਜ ਕੇ ਪੈ ਗਏ ਸਤਿਗੁਰੂ ਦੀ ਸ਼ਰਨ ਵਿੱਚ। ਸਤਿਗੁਰ ਸੱਚ ਦੜਾਇਆ, ਫਿਰ ਸਤਿਗੁਰੂ ਦੀ ਸ਼ਰਨ ਪਈ ਹੈ ਨਾ ਮਨੋਂ ਤਨੋਂ, ਤਾਂ ਸਤਿਗੁਰੂ ਹਿਰਦੇ 'ਚ ਸੱਚ ਦ੍ਰਿੜ ਕਰਾਉਂਦਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰੇ। ਸਦਾ ਸੱਚ ਸੰਜਮ ਰਹਿਣਾ, ਤੇ ਸਤਿਗੁਰੂ ਨੇ ਇਹ ਸੱਚ ਦ੍ਰਿੜ ਕਰਾਇਆ ਵੀ ਸਦਾ ਹੀ ਸੱਚ ਵਿੱਚ, ਨਾਮ ਵਿੱਚ ਤੇ ਸੰਜਮ ਵਿੱਚ, ਸਵੈ ਕਾਬੂ ਦੇ ਵਿੱਚ ਰਹਿਣਾ। ਸੱਚ ਰੂਪੀ ਸੰਜਮ 'ਚ ਰਹਿਣਾ, ਸੱਚ ਨਾਲ ਜੁੜੇ ਰਹੋ ਤੇ ਸੰਜਮ ਹੋ ਗਿਆ। ਸਤਿਗੁਰ ਸੱਚਾ ਹੈ ਬੋਹਿ ਥਾ, ਸਤਿਗੁਰੂ ਜੀ ਸੱਚੇ ਜਹਾਜ਼ ਰੂਪ ਹਨ।
ਸ਼ਬਦੇ ਭਵਜਲ ਤਰਨਾ। ਸਤਿਗੁਰੂ ਦੇ ਸ਼ਬਦ ਬਾਣੀ ਵਿੱਚ ਹੀ ਲੱਗ ਕੇ, ਬਾਣੀ ਨਾਲ ਜੁੜ ਕੇ ਭਵਜਲ ਸੰਸਾਰ ਤੋਂ ਤਰਨਾ ਹੋਏਗਾ। 1,84 ਫਿਰਦੇ ਰਹੇ, ਜਿਹੜੇ ਜੀਵ 84 ਲੱਖ ਜੂਨਾਂ 'ਚ ਘੁੰਮਦੇ ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ। ਜਦੋਂ ਤੱਕ ਮਨੁੱਖਾ ਜਨਮ 'ਚ ਆ ਕੇ ਸਤਿਗੁਰੂ ਦੀ ਸ਼ਰਨ ਨਹੀਂ ਗ੍ਰਹਿਣ ਕੀਤੀ, ਉਦੋਂ ਤੱਕ ਮੁਕਤੀ, ਛੁਟਕਾਰਾ, ਆਜ਼ਾਦੀ, ਸੁਤੰਤਰਤਾ, ਬੰਦ ਖਲਾਸੀ ਨਾ ਹੋ ਸਕੀ। ਕਿਉਂਕਿ ਵਿਕਾਰਾਂ ਤੋਂ ਨਹੀਂ ਛੁੱਟੇ ਤੇ ਜੰਮਣ ਮਰਨ ਤੋਂ ਕਿਵੇਂ ਛੁੱਟ ਜਾਵਾਂਗੇ। ਪੜ੍ਹ ਪੰਡਤ ਮੋਨੀ ਥਕੇ। ਪੜ੍ਹ ਕੇ ਵੇਦਾਂ, ਸ਼ਾਸਤਰਾਂ, ਧਰਮ ਗ੍ਰੰਥਾਂ ਨੂੰ ਪੰਡਤ ਲੋਕ ਤੇ ਮੂਨੀ ਚੁੱਪ ਧਾਰਨ ਵਾਲੇ, ਮੌਨ ਧਾਰਨ ਵਾਲੇ ਲੋਕ ਵੀ ਥੱਕ ਗਏ। ਦੂਜੇ ਭਾਏ ਪਤ ਖੋਈ। ਦਵੈਤ ਭਾਚ, ਸੰਸਾਰ ਦੇ ਮੋਹ 'ਚ ਲੱਗ ਕੇ ਉਹਨਾਂ ਨੇ ਆਪਣੀ ਪਤ ਇੱਜ਼ਤ ਖਰਾਬ ਕੀਤੀ। ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ। ਸਤਿਗੁਰੂ ਜੀ ਨੇ ਜੋ ਸ਼ਬਦ ਉਪਦੇਸ਼ ਸੁਣਾਇਆ, ਉੱਥੋਂ ਸਮਝ ਪਈ ਕਿ ਬਿਨਾਂ ਸੱਚੇ ਅਕਾਲ ਪੁਰਖ ਤੋਂ ਅਵਰ ਹੋਰ ਕੋਈ ਸਾਡੀ ਰੱਖਿਆ ਕਰਨ ਵਾਲਾ ਨਹੀਂ। ਜੋ ਸੱਚਾ ਲਾਏ ਸੇ ਸੱਚ ਲੱਗੇ। ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਨੇ ਆਪ ਲਾਇਆ, ਉਹ ਹੀ ਸੱਚ ਨਾਲ, ਸੱਚੇ ਨਾਮ ਨਾਲ ਲੱਗੇ। ਨਿਤ ਸੱਚੀ ਕਾਰ ਕਰਨ, ਉਹ ਫਿਰ ਐਸੇ ਲੱਗੇ ਕਿ ਨਿਤ ਦਿਨ ਰਾਤ ਸੱਚੀ ਕਾਰ, ਸੱਚੀ ਭਗਤੀ ਦੀ ਕਾਰ ਕਰਦੇ ਹਨ। ਤਿਨ ਨਿਜ ਘਰ ਵਾਸਾ ਪਾਇਆ। ਉਹਨਾਂ ਨੇ ਆਪਣੇ ਹਿਰਦੇ ਘਰ ਵਿੱਚ ਵਾਸਾ ਪਾਇਆ, ਆਪਣੇ ਸਰੂਪ ਰੂਪੀ ਘਰ 'ਚ ਵਾਸਾ ਪਾਇਆ। ਸੱਚਾ ਮਹਿਲ ਰਹਿਣ, ਸੱਚੇ ਅਕਾਲ ਪੁਰਖ ਦੇ ਦਰ 'ਤੇ ਉਹਨਾਂ ਨੂੰ ਢੋਈ ਮਿਲੀ ਹੈ। ਵਾਹਿਗੁਰੂ ਦੇ ਚਰਨਾਂ ਵਿੱਚ, ਵਾਹਿਗੁਰੂ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਹਨ ਸਦਾ। ਨਾਨਕ ਭਗਤ ਸੁਖੀਏ ਸਦਾ, ਸੱਚਾ ਨਾਮ ਰਚਨ। ਸਤਿਗੁਰੂ ਅਮਰਦਾਸ ਮਹਾਰਾਜ ਇਸ ਅਸ਼ਟਪਦੀ ਨੂੰ ਪੂਰੀ ਕਰਦੇ ਹੋਏ ਬਚਨ ਕਰਦੇ ਨੇ ਕਿ ਜੋ ਭਗਤ ਹਨ ਉਹ ਹੀ ਭਾਈ ਸਦਾ ਵਾਸਤੇ ਸੁਖੀ ਹਨ, ਜਿਹੜੇ ਸੱਚਾ ਨਾਮ ਰਚਨ। ਅਕਾਲ ਪੁਰਖ ਦੇ ਸੱਚੇ ਨਾਮ ਵਿੱਚ ਰਚੇ ਰਹਿੰਦੇ ਨੇ, ਮਨ ਬਾਣੀ, ਮਨ ਬੁੱਧ ਕਰਕੇ, ਮਨ ਬਾਣੀ ਸਰੀਰ ਕਰਕੇ। ਉਹ ਭਗਤ ਸਦਾ ਵਾਸਤੇ ਸੁਖੀ ਨੇ, ਬਾਕੀ ਕੋਈ ਸੁਖੀ ਨਹੀਂ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਸੁਖ ਨਾ ਹੀ ਰੇ ਹਰ ਭਗਤ ਬਿਨਾ। ਹਰੀ ਦੀ ਭਗਤੀ ਤੋਂ ਬਗੈਰ ਰਹੇ ਭਾਈ, ਸੁਖ ਦੀ ਪ੍ਰਾਪਤੀ ਨਹੀਂ ਹੈ। ਸੁਖ ਨਾ ਹੀ ਬਹੁਤਾ ਧਨ ਖੱਟੇ। ਬਹੁਤਾ ਧਨ ਖੱਟ ਕੇ ਵੀ ਸੁਖ ਨਹੀਂ। ਸੁਖ ਨਾ ਹੀ ਪੇਖੇ ਨਿਰਤ ਨਾਟੇ। ਜਾਂ ਲੋਕ ਸਮਝਦੇ ਨੇ ਵੀ ਕਿਸੇ ਕੋਲੋਂ ਮਨ ਉਚਾਟ ਹੈ, ਮਨ ਉਦਾਸ ਹੈ, ਦੁਖੀ ਹੈ, ਤੇ ਚਲੋ ਕੋਈ ਤਮਾਸ਼ਾ ਵੇਖੀਏ। ਤਾਂ ਮਹਾਰਾਜ ਕਹਿੰਦੇ ਨਾਚ ਨਿਰਤਕਾਰੀ ਵੇਖਣ ਨਾਲ ਵੀ ਸੁਖ ਨਹੀਂ ਜੇ। ਸੁਖ ਨਾ ਹੀ ਬਹੁ ਦੇਸ਼ ਕਮਾਏ। ਜੇ ਕਹੀਏ ਵੀ ਆਪਣੇ ਦੇਸ਼ 'ਚ ਧਨ ਨਹੀਂ ਕਮਾਇਆ ਜਾਂਦਾ, ਕਿਸੇ ਹੋਰ ਇਲਾਕੇ ਦੂਰ ਦਰਾਡੇ ਦੇਸ਼ ਜਾ ਕੇ ਬਹੁਤਾ ਧਨ ਕਮਾ ਲਾਂਗੇ ਫਿਰ ਸੁਖੀ ਹੋਵਾਂਗੇ। ਮਹਾਰਾਜ ਕਹਿੰਦੇ ਨਹੀਂ, ਫਿਰ ਵੀ ਸੁਖੀ ਨਹੀਂ। ਸੁਖ ਨਾ ਹੀ ਬਹੁਤਾ ਧਨ ਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਗੁਣ ਗਾਉਣ ਵਿੱਚ ਹੀ ਸਾਰੇ ਸੁੱਖ ਹਨ, ਕਿਉਂਕਿ ਅੰਦਰ ਟਿਕਾ ਵਾਲੀ ਅਵਸਥਾ ਹੈ, ਸ਼ਾਂਤੀ, ਆਨੰਦ, ਖੇੜਾ, ਉੱਥੇ ਹੀ ਸੁੱਖ ਹੈ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ 5 ਅਸ਼ਟਪਦੀਆਂ ਰਾਹੀਂ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ। ਬੇਅੰਤ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।